ਹਾਂਜੀ, ਫੇਸਬੁੱਕ ਚਰਚਾ ਤੇ ਸਾਰੇ ਵੀਰਾਂ ਦਾ, ਭੈਣਾਂ ਦਾ, ਬਜ਼ੁਰਗਾਂ ਦਾ, ਜੋ ਵੀ ਸਾਨੂੰ ਅੱਜ ਦੇਖ ਰਹੇ ਆ, ਉਹਨਾਂ ਦਾ ਧੰਨਵਾਦ। ਸਤਿ ਸ੍ਰੀ ਅਕਾਲ। ਤੇ ਆਪਾਂ ਇਹ ਪ੍ਰੋਗਰਾਮ ਨੰਬਰ 32 ਆ ਜੀ, ਸਾਡਾ ਇਹੋ ਸੈਸ਼ਨ ਨੰਬਰ 32 ਅਸੀਂ ਲਗਾ ਰਹੇ ਹਾਂ। ਕਿਸਾਨੀ ਅੰਦੋਲਨ ਦੇ ਉੱਤੇ ਇਹ ਸਾਡਾ ਪ੍ਰੋਗਰਾਮ ਚੱਲ ਰਿਹਾ ਸੀਗਾ, ਪਰ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਗ੍ਰਾਮ ਸਭਾ ਤੇ ਵੀ ਗੱਲ ਕਰਦੇ ਹਾਂ। ਤੇ ਅੱਜ ਗ੍ਰਾਮ ਸਭਾ ਦੇ ਪ੍ਰੋਗਰਾਮ ਤੋਂ ਜਾਣ ਤੋਂ ਪਹਿਲਾਂ ਸਾਡੇ ਕੁਝ ਵੀਰ ਜੋ ਭੈਣਾਂ, ਕਈਆਂ ਆਪਣੇ ਜੋ ਸਾਥੀ ਇਸ ਪ੍ਰੋਗਰਾਮ ਦੇ ਵਿੱਚ ਸਾਡਾ ਸਾਥ ਦਿੰਦੇ ਆ, ਉਹਨਾਂ ਨੇ ਸਾਨੂੰ ਰਿਕੁਐਸਟ ਕੀਤੀ ਕਿ ਤੁਸੀਂ ਜਦੋਂ ਵੀ ਇਹ ਪ੍ਰੋਗਰਾਮ ਕਰਦੇ ਆ ਤਾਂ ਪਲੀਜ਼ ਆਪਣੇ ਇਸ ਪ੍ਰੋਗਰਾਮ ਦੇ ਬਾਰੇ ਵਿੱਚ ਪਹਿਲਾਂ ਜੋ ਵੀ ਫੇਸਬੁੱਕ ਦੇ ਉੱਤੇ ਜੋ ਚਰਚਾ ਚੱਲ ਰਹੀ ਹੈ ਉਹ ਸ਼ੇਅਰ ਕਰਿਆ ਕਰੋ। ਤੇ ਉਹਨਾਂ ਦੇ ਸਾਰਿਆਂ ਦੇ ਮੰਗ ਦੇ ਉੱਤੇ ਅਸੀਂ ਇਹੋ ਇੱਕ ਸ਼ੁਰੂ ਕਰਨ ਜਾ ਰਹੇ ਹਾਂ, ਜਿਹਦੇ ਵਿੱਚ ਅਸੀਂ ਜੋ ਵੀ ਫੇਸਬੁੱਕ ਦੇ ਉੱਤੇ ਚਰਚਾ ਚੱਲ ਰਹੀ ਆ ਸਾਡੀ, ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ। ਤੇ ਇਸ ਸੈਸ਼ਨ ਦੇ ਵਿੱਚ ਦੂਸਰੇ ਜੋ ਨਾਲ ਹੀ 10 ਮਿੰਟ ਬਾਅਦ ਅਸੀਂ ਗ੍ਰਾਮ ਸਭਾ ਦੇ ਸੈਸ਼ਨ ਦੇ ਉੱਤੇ ਗੱਲ ਕਰਾਂਗੇ, ਜਿਸ ਵਿੱਚ ਸਾਡੇ ਨਾਲ ਜੁੜੇ ਨੇ ਰਮਨਪਾਲ ਜੀ, ਜੋ ਸਾਡੇ ਹੋਸਟ ਨੇ। ਉਹ ਤੁਹਾਨੂੰ ਆਪਣੇ ਪੈਨਲਿਸਟ ਨੇ ਉਹਨਾਂ ਦੇ ਇੰਟਰੋਡਕਸ਼ਨ ਕਰਾਉਣਗੇ। ਤੇ ਉਸ ਤੋਂ ਪਹਿਲਾਂ ਮੈਂ ਥੋੜੀ ਜਿਹੀ ਫੇਸਬੁੱਕ ਦੇ ਬਾਰੇ ਵਿੱਚ ਤੁਹਾਡੇ ਨਾਲ ਗੱਲਬਾਤ ਕਰਨਾ ਚਾਹੁੰਦਾ, ਜੋ ਫੇਸਬੁੱਕ ਦੇ ਉੱਤੇ ਆਪਣੇ ਇਸ ਵਕਤ ਆਪਾਂ ਪ੍ਰੋਗਰਾਮ ਸ਼ੁਰੂ ਕੀਤਾ ਹੈਗਾ। ਇਹ ਤੇ ਜਿੰਨੇ ਵੀ ਸਾਡੇ ਵੀਰ ਫੇਸਬੁੱਕ ਦੇ ਉੱਤੇ ਸ਼ੇਅਰ ਕਰ ਰਹੇ ਆ, ਮੈਂ ਉਹਨਾਂ ਦੀਆਂ ਕੁਝ ਪੋਸਟਾਂ ਤੁਹਾਡੇ ਨਾਲ ਸ਼ੇਅਰ ਕਰੂੰਗਾ, ਜਿਹਦੇ ਵਿੱਚ ਉਹ ਆਪਣਾ ਸਾਰਾ ਦੱਸ ਰਹੇ ਆ ਵੀ ਅੱਜ ਫੇਸਬੁੱਕ ਦੇ ਉੱਤੇ ਜਾਂ ਪੰਜਾਬ ਦੇ ਵਿੱਚ ਅੱਜ ਕੀ ਹੋਇਆ, ਉੱਥੇ ਕੀ ਚੱਲ ਰਿਹਾ, ਉਸ ਦੇ ਬਾਰੇ ਵਿੱਚ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਿਹਾ। ਤੇ ਅੱਜ ਦੀ ਪੋਸਟ ਦੇ ਵਿੱਚ ਤੁਸੀਂ ਦੇਖੋ ਤਾਂ ਆਏ ਪੋਸਟ ਲਗਾਈ ਹੈ ਜੀ ਗੁਰਪ੍ਰੀਤ ਸਿੰਘ ਬੈਨੀਵਾਲਾ ਜੀ ਨੇ, ਇਹ ਮਾਨਸਾ ਤੋਂ ਨੇ। ਇਹ ਕਹਿੰਦੇ ਨੇ, ਦਿੱਲੀ ਸੰਘਰਸ਼ ਫਤਿਹ ਕਰਾਂਗੇ, ਕਿਸਾਨ ਮੋਰਚਾ ਜਿੰਦਾਬਾਦ। ਟਿਕਰੀ ਬਾਰਡਰ ਤੇ ਵੱਖ-ਵੱਖ ਪਿੰਡਾਂ ਦੀ ਤੇ ਕਿਸਾਨ ਸੰਘਰਸ਼ ਵਿੱਚ ਸ਼ਾਮਲ ਸੰਗਤ ਨਾਲ ਯਾਦਗਾਰ ਪਲ ਉਹਨਾਂ ਨੇ ਲਾਏ ਨੇ। ਇਹ ਸਾਡੇ ਅੰਮ੍ਰਿਤਪਾਲ ਜੀ ਨੇ, ਇਹਨਾਂ ਨੇ ਪੋਸਟ ਲਾਈ ਹੈ ਕਿ ਕਿਸਾਨ ਮੋਰਚੇ ਬਾਰੇ ਅੰਮ੍ਰਿਤਸਰ ਟਾਈਮਸ ਦੀ ਟੀਮ ਜਸਜੀਤ ਸਿੰਘ ਮਲਕੀਤ ਸਿੰਘ ਭਵਾਨੀਗੜ੍ਹ ਵੱਲੋਂ ਵਿਸ਼ੇਸ਼ ਅਖਬਾਰ ਕੱਢੀ ਗਈ ਹੈ, ਜਿਹਦੇ ਵਿੱਚ ਕਿ ਸਾਰੀ ਵਿਚਾਰ ਚਰਚਾ ਕੀਤੀ ਜਾਂਦੀ ਆ। 32 ਸਫ਼ਿਆਂ ਦੀ ਉਹ ਹੈਗੀ ਹੈ ਜੀ, ਉਹਦੇ ਬਾਰੇ ਇਹਨਾਂ ਨੇ ਪੋਸਟ ਲਾਈ ਆ। ਤੇ ਪੰਜਾਬ ਸਪੈਕਟਰਮ ਵਾਲਿਆਂ ਨੇ ਲਿਖਿਆ ਹੈ ਕਿ ਜਿਹੜਾ ਜੇ ਹੁਣ ਵੀ ਅੱਜ ਕੱਲ੍ਹ ਜੋ ਮਟਰ ਵਿਕ ਰਹੇ ਨੇ ਜਿਹੜੇ ਆਪਣੇ ਸਰਮਾਏਦਾਰਾਂ ਵੱਲੋਂ, ਉਹ ਕਿੰਨੇ ਮਹਿੰਗੇ ਨੇ, ਉਹਦੇ ਬਾਰੇ ਉਹਨਾਂ ਨੇ ਲਿਸਟ ਲਗਾਈ ਸੀ। 600 ਰੁਪਏ ਕਿਲੋ ਮਟਰ, ਔਲੇ 40 ਰੁਪਏ ਪਾਈਆ, ਫੁੱਲ ਗੋਭੀ 600 ਰੁਪਏ ਕਿਲੋ, ਪੱਤਾ ਗੋਭੀ 400 ਰੁਪਏ ਕਿਲੋ। ਤੇ ਉਹਨਾਂ ਨੇ ਪਿਕਚਰਾਂ ਦੇ ਨਾਲ ਇਹ ਸਾਰਾ ਲਾਇਆ ਵੀ ਜੇ ਮੰਨ ਲਓ ਅਡਾਨੀ ਅੰਬਾਨੀ ਦੇ ਹੱਥ ਦੇ ਵਿੱਚ ਇਹ ਆ ਜਾਂਦਾ ਤਾਂ ਫਿਰ ਕੀ ਹਾਲਾਤ ਹੋਣਗੇ। ਤੇ ਪਨੀਤ ਸ਼ਾਹੀ ਜੀ ਕਹਿੰਦੇ ਆ, ਦਮ ਹੈ ਤੋ GDP बढ़ाकर ਦਿਖਾਓ ਸਾਹਿਬ, ਦਾੜੀ ਤੋਂ ਡਕੈਤ ਵੀ बढ़ा लेते हैं। ਮੋਦੀ ਜੀ ਦੇ ਉੱਤੇ ਇਹਨਾਂ ਨੇ ਥੋੜਾ ਜਿਹਾ ਕਮੈਂਟ ਕੀਤਾ ਕਿ ਤੁਸੀਂ GDP ਤੇ ਦਿਓ ਧਿਆਨ। ਤੇ ਆਪਣੇ ਕਿਸਾਨ ਏਕਤਾ ਮੋਰਚਾ ਦੀ ਪੋਸਟ ਲਗਾਈ ਹੈ ਬਲਜਿੰਦਰ ਸਿੰਘ ਉੱਭੀ ਜੀ ਹੁਣੀ, ਕਹਿੰਦੇ ਕਿਰਤੀ ਕਿਸਾਨ ਯੂਨੀਅਨ ਦੇ ਨੇ ਦੇਸ਼ ਭਰ ਦੇ ਕਿਸਾਨਾਂ ਨੂੰ ਟਰੈਕਟਰਾਂ ਸਮੇਤ ਦਿੱਲੀ ਬਾਰਡਰ ਤੇ ਪਹੁੰਚਣ ਲਈ ਕਿਹਾ, ਗਣਤੰਤਰ ਦਿਵਸ ਤੇ ਕੱਢਣਗੇ ਰੋਸ ਰੈਲੀ। ਤੇ ਇਹ ਕਿਸਾਨ ਜਿੱਦਾਂ ਮੀਂਹ ਦੇ ਵਿੱਚ, ਅੱਜ ਮੀਂਹ ਪੈ ਰਿਹਾ ਉੱਥੇ ਦਿੱਲੀ ਦੇ ਵਿੱਚ, ਤਾਂ ਕੱਪੜੇ ਜਿੱਦਾਂ ਉੱਪਰੋਂ ਸ਼ਰਟ ਉਤਾਰ ਕੇ ਤਾਂ ਉਹਨਾਂ ਨੇ ਅੱਜ ਕਿਸਾਨ ਅੰਦੋਲਨ ਦਾ ਰੋਸ ਜ਼ਾਹਰ ਕੀਤਾ ਦਿੱਲੀ ਦੇ ਵਿੱਚ। ਇਹ ਜਿਹੜੇ ਸਾਡੇ ਸ਼ਹੀਦ ਹੋ ਗਏ ਸੀਗੇ, ਉਹਨਾਂ ਦੇ ਬਾਰੇ 'ਚ ਇਸ ਕਿਸਾਨ ਅੰਦੋਲਨ ਦੇ ਵਿੱਚ ਉਹਨਾਂ ਦੇ ਇੱਕ ਟਰੈਕਟਰ ਦੀ ਰੈਲੀ ਉੱਥੇ ਕੀਤੀ ਗਈ ਹੈ, ਇਕੱਠ ਹੋਇਆ, ਬਹੁਤ ਵੱਡਾ ਇਕੱਠ ਹੋਇਆ, ਜਿਹਦੇ ਵਿੱਚ ਕਿ ਬਹੁਤ ਵੱਡੀ ਪੋਸਟ ਪਾਈ ਆ ਸੁਖਵੰਤ ਸਿੰਘ ਕਿਸਾਨ ਏਕਤਾ ਮੋਰਚਾ ਦੇ ਫੀਵਰ ਦੇ ਵਿੱਚ। ਗੋਲਡੀ ਬਾਬਾ ਜੀ ਪੁਰਤਗਾਲ ਤੋਂ ਲਿਖਦੇ ਆ, ਪੋਸਟ ਪਾਉਂਦੇ ਆ, ਹਰ ਪਿੰਡ ਦੀ ਪੰਚਾਇਤ ਆਮ ਇਜਲਾਸ ਬੁਲਾ ਕੇ ਮਤਾ ਪਾਸ ਕਰੇ ਕਿ ਸਾਡੇ ਪਿੰਡ ਵੋਟਿੰਗ ਮਸ਼ੀਨ ਨਾ ਬੜੇ, ਵੋਟਾਂ ਬੈਲਟ ਪੇਪਰ ਉੱਤੇ ਹੀ ਪਾਓ, ਗਿਣਤੀ ਵੀ ਸਾਡੇ ਸਾਹਮਣੇ ਹੀ ਬੂਥ ਉੱਤੇ ਕਰਕੇ ਡਾਟਾ ਅਪਲੋਡ ਕਰੋ, ਲੋਕਤੰਤਰ ਦੀ ਪਾਰਦਰਸ਼ਤਾ ਵਧਾਓ। ਉਹ ਕਹਿੰਦੇ ਆ ਵੀ ਜਿਹੜੀ EVM ਆ ਉਹਦੇ ਤੇ ਵਿਸ਼ਵਾਸ ਨਹੀਂ, ਹੁਣ ਇਹੋ ਵੋਟਾਂ ਜੋ ਵੀ ਲੋਕਤੰਤਰ ਦੇ ਵਿੱਚ ਸਾਰਿਆਂ ਸਾਹਮਣੇ ਪਾਰਦਰਸ਼ੀ ਹੋਣੀਆਂ ਚਾਹੀਦੀਆਂ। ਇਹ ਸਾਡੇ ਜੋ ਕਿਸਾਨ ਭਰਾ ਸ਼ਹੀਦ ਹੋ ਗਏ ਉਹਨਾਂ ਦਾ ਲਿਖਿਆ ਗਿਆ, ਇਹ ਕਿਸਾਨ ਏਕਤਾ ਵੱਲੋਂ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਤੇ ਮਲਕੀਤ ਸਿੰਘ ਜੀ ਪੋਸਟ ਲਾਉਂਦੇ ਆ ਕਿ ਹੁਣ ਆਰ ਪਾਰ ਦੀ ਲੜਾਈ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ। ਕਿਸਾਨ ਕੋਲ ਸੰਯੁਕਤ ਕਿਸਾਨ ਮੋਰਚਾ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਕੀਤੇ ਐਲਾਨ,
ਜੇਕਰ 4 ਜਨਵਰੀ 2021 ਨੂੰ ਸਰਕਾਰ ਨਾਲ ਗੱਲਬਾਤ ਨਾ ਨਿਪਰੇ ਚੜੀ ਤਾਂ 6 ਜਨਵਰੀ ਨੂੰ ਕਿਸਾਨ ਅੰਦੋਲਨ ਹੋਵੇਗਾ ਹੋਰ ਤੇਜ਼। 6 ਜਨਵਰੀ ਨੂੰ ਕਿਸਾਨਾਂ ਵੱਲੋਂ ਟਰੈਕਟਰ ਮਾਰਚ ਕੱਢਿਆ ਜਾਵੇਗਾ। 13 ਜਨਵਰੀ ਨੂੰ ਦੇਸ਼ ਭਰ 'ਚ ਕਿਸਾਨ ਸੰਕਲਪ ਦਿਵਸ ਮਨਾਇਆ ਜਾਵੇਗਾ। 18 ਜਨਵਰੀ ਨੂੰ ਮਹਿਲਾ ਕਿਸਾਨ ਦਿਵਸ ਮਨਾਇਆ ਜਾਵੇਗਾ। 23 ਜਨਵਰੀ ਨੂੰ ਸੁਭਾਸ਼ ਚੰਦਰ ਬੋਸ ਦੇ ਜਨਮ ਦਿਨ ਮੌਕੇ ਗਵਰਨਰ ਹਾਊਸ ਤੱਕ ਮਾਰਚ ਕੀਤਾ ਜਾਵੇਗਾ। 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਕਿਸਾਨ ਟਰੈਕਟਰਾਂ ਤੇ ਤਿਰੰਗਾ ਲਾ ਕੇ ਟਰੈਕਟਰ ਟਰਾਲੀ ਪਰੇਡ ਕੱਢਣਗੇ। ਤੇ ਐਡਵੋਕੇਟ ਦਮਨਜੀਤ ਸਿੰਘ ਗਿੱਲ ਨੇ ਪੋਸਟ ਲਾਈ ਆ, ਜੀਓ ਨੇ ਵੋਟਿੰਗ ਕੋਡ ਭੇਜਣੇ ਕੀਤੇ ਬੰਦ, ਕਿਉਂਕਿ ਵੋਟ ਕਰ ਰਹੇ ਆ, ਇਸ ਕਰਕੇ ਉਹਨਾਂ ਨੇ ਵੋਟਿੰਗ ਜਿਹੜੀਆਂ ਬੰਦ ਕਰ ਦਿੱਤੀਆਂ। ਉਹ ਵੀ ਇੱਕ ਬੜੀ ਜਾਣੀ ਕਿ ਸਿਆਸਤ ਖੇਡ ਰਹੇ ਆ। अपने अनिल चौधरी जी लिखते आ, आलू 50 रुपए किलो देना है तो बोलो वरना हट हट जहाँ से। आलू 100 रुपए किलो में से कम नहीं लेना हो तो लो वरना हटो जहाँ से। एक फ्यूचर दिखाया इन्होंने कि ਤੁਹਾਡੇ ਤੋਂ ਘੱਟ ਕੀਮਤ ਤੇ ਲੈ ਕੇ ਜੇ ਬਿੱਲ ਲਾਗੂ ਹੋ ਗਏ ਤਾਂ ਤੁਹਾਨੂੰ ਹੀ ਕਿੰਨੀ ਮਹਿੰਗੀ ਚੀਜ਼ ਵੇਚੀ ਜਾਊਗੀ। ਗੁਰਪ੍ਰੀਤ ਸਿੰਘ ਬੈਨੀਵਾਲ ਮਾਨਸਾ ਵਾਲੇ ਲਿਖਦੇ ਨੇ, ਪਿੰਡ ਫੱਤਾ ਮਲੋਕਾ ਦੇ ਕਿਸਾਨ ਸੰਘਰਸ਼ ਵਿੱਚ ਸ਼ਹੀਦ ਹੋਏ ਨੌਜਵਾਨ ਜਤਿੰਦਰ ਸਿੰਘ ਜੈਲਦਾਰ ਦੀ ਅੰਤਮ ਅਰਦਾਸ ਮੌਕੇ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕੀਤੀ। ਸ਼ਹੀਦ ਜਤਿੰਦਰ ਸਿੰਘ ਜੈਲਦਾਰ ਅਮਰ ਰਹੇ, ਉਹਨਾਂ ਦਾ ਇਕੱਠ ਸੀ ਉੱਥੇ। ਤੇ ਇਹ ਵੀ ਪੋਸਟ ਲਗਾਈ ਆ ਜੀ, ਸੀਮਾ ਕੌਰ ਨੇ ਲਗਾਈ ਹੈਗੀ ਆ, ਮੋਦੀ ਹੈ ਤੋ ਮੁਮਕਿਨ ਹੈ, ਮੇਕ ਇਨ ਇੰਡੀਆ ਫੇਲ, डिजिटल इंडिया फेल, स्मार्ट इंडिया फेल, ब्लैक मनी फेल, 2 करोड़ जॉब्स फेल, रुपीज 15 लाख फेल, करप्शन फेल, बुलेट ट्रेन फेल, जीडीपी फेल, वोमन सेफ्टी फेल एंड स्टिल वोट फॉर मोदी। कई लोग हजे भी कह रहे हैं मोदी ਨੂੰ वोट पाओ, सफलता किते भी नहीं मिली ਇਹਨੂੰ ਕਿਸੇ ਵੀ ਸੰਘਰਸ਼ ਦੇ ਵਿੱਚ। ਤੇ ਅਜੀਤ ਭੱਟਲ ਜੀ ਲਿਖਦੇ ਆ, ਮੈਂ 22 ਲੱਖ ਸਾਲਾਨਾ ਪੈਕੇਜ ਦੀ ਨੌਕਰੀ ਛੱਡ, ਉਹਨਾਂ ਨੇ ਇੱਕ ਪੋਸਟ ਪਾਈ ਆ ਵੀਰ ਦੀ, ਜਿਹੜੇ ਕਿ ਆਪਣੀ ਮਿੱਟੀ ਅਤੇ ਆਪਣੇ ਭਰਾਵਾਂ ਨਾਲ ਖੜਾ ਹੋ ਕੇ ਮਾਣ ਮਹਿਸੂਸ ਕਰਦਾ ਹਾਂ। ਹੁਣ ਸਾਡੀ ਹੋਂਦ ਨੂੰ ਵੰਗਾਰਨ ਵਾਲਿਆਂ ਦੇ ਬਰਾਬਰ ਝੰਡਾ ਚੁੱਕਾਂਗੇ ਅਤੇ ਆਪਣੇ ਅਦਾਰੇ ਖੜੇ ਕਰਾਂਗੇ ਤਾਂ ਕਿ ਆਉਣ ਵਾਲਾ ਭਵਿੱਖ ਬਿਹਤਰ ਸਿਰਜਿਆ ਜਾ ਸਕੇ। ਇਹਨਾਂ ਵੀਰਾਂ ਨੂੰ ਸਲਾਮ ਜੀ, ਜਿਹੜਾ ਇੰਨਾ ਕੁਛ ਕਰ ਰਹੇ ਨੇ। ਤੇ ਦਰਸ਼ਨ ਸਿੰਘ ਜੀ ਲਿਖਦੇ ਆ, ਜੇ ਲੋਕਾਂ ਲਈ ਕੰਮ ਕਰਨਾ ਹੋਵੇ ਤਾਂ ਦਿੱਲੀ ਦੀ ਆਮ ਆਦਮੀ ਪਾਰਟੀ ਤੋਂ ਸਿੱਖੋ, ਕਿਉਂਕਿ ਇੱਕੋ ਹੀ ਪਾਰਟੀ ਆ ਜਿਹੜਾ ਕਿ ਲੋਕਾਂ ਲਈ ਕੰਮ ਕਰ ਰਹੀ ਆ, ਬਾਕੀ ਤਾਂ ਸਿਰਫ ਡਰਾਮੇਬਾਜ਼ੀਆਂ ਤੇ ਜੁਮਲੇਬਾਜ਼ੀਆਂ ਹੀ ਕਰ ਰਹੇ ਨੇ। ਤੇ ਪਨੀਤ ਸ਼ਾਹ ਜੀ ਲਿਖਦੇ ਕਿ 2000 ਅਹੁਦਿਆਂ ਵਾਲੀ ਜ਼ਿਲ੍ਹਾ ਭਾਜਪਾ ਨੇ ਰੈਲੀ ਲਈ ਜਵਾਕ ਲਿਆਂਦੇ ਕਿਰਾਏ ਤੇ। ਹੁਣ ਤਾਂ ਕਿਰਾਏ ਤੇ ਜਵਾਕਾਂ ਨੂੰ ਵੀ ਲਿਆਉਣਾ ਸ਼ੁਰੂ ਕਰਤਾ ਭਾਜਪਾ ਵਾਲਿਆਂ ਨੇ, ਉਹਦੇ ਬਾਰੇ ਉਹਨਾਂ ਨੇ ਪੋਸਟ ਪਾਈ ਆ। ਤੇ ਇਹ ਜਿਹੜੇ ਕਿਸਾਨ ਸ਼ਹੀਦ ਹੋਏ ਆ ਦਿੱਲੀ ਬਾਰਡਰ ਤੇ, ਉਹਨਾਂ ਦੇ ਬਾਰੇ 'ਚ ਪੋਸਟ ਪਾਈ ਗਈ ਆ। ਤੇ ਇਹੀ ਪੋਸਟ ਜੈਸੀ ਨੇ ਪਾਈ ਹੋਈ ਆ ਕਿ ਜਿਹੜੇ ਕਿਸਾਨ ਸ਼ਹੀਦ, ਉਹਨਾਂ ਨੇ ਨੋਟ ਵੀ ਲਿਖਿਆ ਕਿ ਗੌਰਮੈਂਟ ਇਸ ਦੀ ਜ਼ਿੰਮੇਵਾਰ ਆ। ਤੇ ਇਹ ਹੈਗੀ ਜੀ, ਦ ਵੇਵ ਆਫ ਕਿਲਡ ਵਾਟਰ ਹੈਜ਼ ਫਲੋ ਫॉर ਅੰਡਰ ਦਾ ਬ੍ਰਿਜ। ਸੋ ਇਹੋ ਇੱਕ ਜੋ ਇਕੱਠ ਹੋ ਰਿਹਾ, ਉਹਨਾਂ ਦੇ ਬਾਰੇ ਜਤਿੰਦਰਜੀਤ ਜੀ ਆਪਣੀ ਪੋਸਟ ਪਾ ਰਹੇ ਨੇ। ਇਹ ਫਿਰ ਨਵਜੋਤ ਮਹਿਤਾ ਜੀ ਨੇ ਲਿਖਿਆ, ਜਿੱਦਾਂ ਕਿੰਨੀਆਂ ਸਬਜ਼ੀਆਂ ਮਹਿੰਗੀਆਂ ਹੋ ਜਾਣੀਆਂ, ਹੁਣ ਵੀ ਮਹਿੰਗੀਆਂ ਤਾਂ ਹੋਰ ਕਿੰਨੀਆਂ ਮਹਿੰਗੀਆਂ ਹੋ ਸਕਦੀਆਂ। ਆਪ ਟਰਾਈ ਟੂ ਟੀਚ ਬੀਜੇਪੀ ਟੂ ਲੈਸਨ ਸਪੀਕਿੰਗ। ਸੋ ਆਗੂ ਆਪ ਨੇ, ਉਹਨਾਂ ਨੇ ਇੱਕ ਇਕੱਠ ਕਰਕੇ ਤੇ ਆਪ ਜਿਹੜੇ ਇਹਨਾਂ ਕਾਨੂੰਨਾਂ ਦੇ ਦੁਆਲੇ ਘੇਰਾਬੰਦੀ ਕਰ ਰਹੇ ਵੀ ਭਾਜਪਾ ਨੂੰ ਇਹ ਤੋਂ ਪਿੱਛੇ ਹਟਾਇਆ ਜਾਵੇ। ਤੇ ਇਹ ਸਾਡੇ ਰੈਲੀ ਹੋਣ ਜਾ ਰਹੀ ਜੀ, ਕਿਸਾਨ ਰੈਲੀ, ਜਿਹੜੀ ਕਿ ਜਨਵਰੀ 3 ਨੂੰ ਕੱਲ ਨੂੰ ਇੱਥੇ ਹੋ ਰਹੀ ਆ ਸਨੋਜ਼ੇ ਦੇ ਵਿੱਚ। ਤੇ ਐਡਰੈਸ ਹੈਗਾ ਜੀ 2938 ਏਬੋਨ ਸਕੁਆਇਰ ਰੋਡ ਪਲਾਜ਼ਾ ਸਨਹੋਜ਼ੇ। ਤੁਸੀਂ ਇੱਥੇ ਵੱਧ ਤੋਂ ਵੱਧ ਪਹੁੰਚੋ। ਤੇ ਜੇ ਤੁਸੀਂ ਕੰਟੈਕਟ ਕਰਨਾ ਆ ਤਾਂ ਤੁਸੀਂ ਧਾਲੀਵਾਲ ਸਾਹਿਬ ਨੂੰ ਕਰ ਸਕਦੇ ਕੰਟੈਕਟ, ਤੇ ਗੁਰੀ ਮੰਗਟ ਜੀ ਨੂੰ, ਉਹਨਾਂ ਦਾ ਫੋਨ ਨੰਬਰ ਆ। ਤੇ ਅੱਜ ਦਾ ਪ੍ਰੋਗਰਾਮ ਫੇਸਬੁੱਕ ਚਰਚਾ ਪੇਜ ਨੰਬਰ 32 ਸੈਸ਼ਨ ਨੰਬਰ 32 ਅਸੀਂ ਲੈ ਕੇ ਆ ਰਹੇ ਹਾਂ ਗ੍ਰਾਮ ਸਭਾ ਦੇ ਵਿੱਚ, ਜਿਸ ਦੇ ਵਿੱਚ ਸਾਡੇ ਨਾਲ ਜੁੜੇ ਹੋਏ ਆ ਰਮਨਪਾਲ ਸਿੰਘ ਜੀ। ਸਤਿ ਸ਼੍ਰੀ ਅਕਾਲ ਰਮਨਪਾਲ ਜੀ। ਸਤਿ ਸ਼੍ਰੀ ਅਕਾਲ ਅਮਰਜੀਤ ਜੀ, ਸਤਿ ਸ਼੍ਰੀ ਅਕਾਲ ਸਾਰੇ ਸ਼ਰੋਤਾ ਨੂੰ। ਹਾਂਜੀ ਰਮਨਪਾਲ ਜੀ, ਹਾਂਜੀ ਬਹੁਤ ਬਹੁਤ ਤੁਹਾਡਾ ਧੰਨਵਾਦ। ਤੁਸੀਂ ਸਾਡੇ ਪ੍ਰੋਗਰਾਮ ਨੂੰ ਚਾਰ ਚੰਦ ਲਾ ਰਹੇ ਆ ਅੱਜ ਗ੍ਰਾਮ ਸਭਾ ਦੀ ਗੱਲ ਕਰਕੇ। ਤੇ ਮੈਂ ਚਾਹੁੰਦਾ ਕਿ ਤੁਸੀਂ ਹੁਣ ਇਸ ਪ੍ਰੋਗਰਾਮ ਨੂੰ ਅੱਗੇ ਹੋਸਟ ਕਰੋ ਤੇ ਆਪਣੇ ਜਿਹੜੇ ਪੈਨਲਿਸਟ ਆ ਉਹਨਾਂ ਨੂੰ ਇੰਟਰੋਡਿਊਸ ਕਰੋ ਪਲੀਜ਼। ਥੈਂਕ ਯੂ। ਧੰਨਵਾਦ ਜੀ। ਤੇ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਜਿੰਨੇ ਸੁਣਨ ਵਾਲੇ ਹੈਗੇ ਸਭ ਨੂੰ ਮੈਂ ਨਵੇਂ ਸਾਲ ਦੀ ਮੁਬਾਰਕਾਂ ਦੇਣਾ। ਰੱਬ ਕਰੇ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਰਹੋ, ਆਪਣੇ ਆਪਣੇ ਪਿੰਡ ਬਾਰੇ ਇਸ ਤਰ੍ਹਾਂ ਹੀ ਸੋਚਦੇ ਰਹੋ
ਤੇ ਜਿਹੜਾ ਤੁਸੀਂ ਹੁਲਾਰਾ ਦਿੱਤਾ ਹੈ ਗ੍ਰਾਮ ਸਭਾ ਦੀ ਮੁਹਿੰਮ ਨੂੰ, ਇੱਕ ਸੋਚ ਨੂੰ ਇੱਕ ਸੁਣਨ ਦਾ ਜਿਹੜਾ ਤੁਸੀਂ ਇੱਕ ਇੰਟਰਸਟ ਸ਼ੋ ਕੀਤਾ ਹੈ, ਇਸ ਦੇ ਲਈ ਮੈਂ ਤੁਹਾਡਾ ਬਹੁਤ ਅਤੀ ਧੰਨਵਾਦੀ ਹਾਂ। ਕਿਉਂਕਿ ਗ੍ਰਾਮ ਸਭਾ, ਜਿਵੇਂ ਆਪਾਂ ਪਿਛਲੇ ਹਫ਼ਤੇ ਵੀ ਗੱਲ ਕੀਤੀ ਸੀ, ਇੱਕ ਬਹੁਤ ਵਧੀਆ ਕਾਨੂੰਨ ਹੈ ਜਿਹਦੇ ਰਾਹੀਂ ਤੁਸੀਂ ਆਪਣੇ ਪਿੰਡ ਵਿੱਚ ਕਿਸ ਤਰ੍ਹਾਂ ਦੀ ਡਿਵੈਲਪਮੈਂਟ ਕਰਨੀ ਹੈ, ਉਹ ਸਾਰੇ ਸਰਕਾਰੀ ਜਿਹੜੇ ਨੀਤੀਆਂ ਨੇ ਉਹਨਾਂ ਨੂੰ ਕਿਵੇਂ ਲਾਗੂ ਕਰਨਾ ਹੈ, ਇਹ ਸਾਰੀ ਜਿਹੜੀ ਮੁਹਿੰਮ ਹੈ ਤੁਸੀਂ ਆਪ ਆਪਣੇ ਪਿੰਡਾਂ ਨੂੰ ਇਨਕਰੇਜ ਕਰਕੇ ਤੁਸੀਂ ਉਹ ਲਿਆ ਸਕਦੇ ਹੋ। ਸਾਡੇ ਨਾਲ ਹੈਗੇ ਰਸ਼ਪਾਲ ਸਿੰਘ ਭੁੱਲਰ ਜੀ, ਜਿਹੜੇ ਧੂਰੀ ਦੇ ਨਾਲ ਇੱਕ ਪਿੰਡ ਉੱਥੋਂ ਹੈਗੇ। ਸਭ ਤੋਂ ਵੱਡੀ ਗੱਲ ਇਹ ਪੰਚਾਇਤ ਸਮਿਤੀ ਦੇ ਮੈਂਬਰ ਹੈਗੇ, ਇੱਕ ਬੜੇ ਸੂਝਵਾਨ ਬੰਦੇ, ਇਹਨਾਂ ਨੇ ਕਾਫੀ ਕੰਮ ਕੀਤਾ ਹੋਇਆ ਹੈ ਪੰਚਾਇਤ ਸਮਿਤੀ ਦੇ ਵਿੱਚ, ਕਾਫੀ ਇਹਨਾਂ ਨੂੰ ਐਕਸਪੀਰੀਅੰਸ ਹੈ। ਅੱਜ ਇਹਨਾਂ ਤੋਂ ਅਸੀਂ ਇਹਨਾਂ ਦਾ ਐਕਸਪੀਰੀਅੰਸ ਜਿਹੜਾ ਹੈ ਉਹ ਅਸੀਂ ਲਵਾਂਗੇ। ਸਾਡੇ ਨਾਲ ਹੈਗੇ ਹਰਦੀਪ ਜੀ, ਜਿਹੜੇ ਮੁੱਲਾਂਪੁਰ ਤੋਂ ਨੇ। ਇਹ ਪ੍ਰੋਫੈਸ਼ਨਲੀ ਇਹ ਬੜੇ ਸੁਚੇਤ ਬੰਦੇ, ਕਾਫੀ ਇਹਨਾਂ ਨੇ ਐਜੂਕੇਸ਼ਨ ਲਿੱਤੀ ਹੋਈ ਹੈ, ਪੰਜਾਬੀ ਵਿੱਚ MA ਕੀਤੀ ਹੈ, ਸੋਸ਼ਲੋਜੀ ਵਿੱਚ MA ਕੀਤੀ ਹੈ, ਅਤੇ ਇਹ ਸੋਸ਼ਲ ਐਕਟਿਵਿਸਟ ਵੀ ਹੈਗੇ, ਅਤੇ ਗ੍ਰਾਮ ਸਭਾ ਦੇ ਉੱਪਰ ਇਹ ਟ੍ਰੇਨ ਵੀ ਕਰਦੇ ਨੇ ਪਿੰਡ ਪਿੰਡ ਜਾ ਕੇ ਪ੍ਰੋਫੈਸ਼ਨਲੀ। ਇਹਨਾਂ ਦਾ ਵੀ ਧੰਨਵਾਦ ਜਿਹੜਾ ਇਹਨਾਂ ਨੇ ਜੁਆਇਨ ਕੀਤਾ ਸਾਨੂੰ। ਪਰਮਜੀਤ ਜੀ ਸਾਰੇ ਤੁਸੀਂ ਜਾਣਦੇ ਹੀ ਹੋ, ਕਾਫੀ ਚਿਰ ਤੋਂ ਇਹ ਗ੍ਰਾਮ ਸਭਾ ਦੇ ਆਪਣੇ ਪਿੰਡਾਂ ਦੇ ਵਿੱਚ ਇੱਕ ਮੁਹਿੰਮ ਸਾਡੇ ਨਾਲ ਚਲਾਈ ਹੋਈ ਹੈ, ਮਿਸ਼ਨ ਗ੍ਰਾਮ ਸਭਾ, ਜਿਹਦੇ ਵਿੱਚ ਅਸੀਂ ਲੋਕਾਂ ਨੂੰ ਸੁਚੇਤ ਕਰਦੇ ਹਾਂ ਕਿ ਗ੍ਰਾਮ ਸਭਾ ਦੇ ਰਾਹੀਂ ਉਹ ਆਪਣੀ ਨੁਹਾਰ ਕਿਵੇਂ ਬਦਲ ਸਕਦੇ ਨੇ। ਅਤੇ ਸਾਰੇ ਜਿੰਨੇ ਵੀ ਹੈਗੇ ਗੈਸਟ, ਸਾਰਿਆਂ ਦਾ ਮੈਂ ਧੰਨਵਾਦੀ ਹਾਂ ਜਿਹੜੇ ਜਿਨ੍ਹਾਂ ਨੇ ਜੁਆਇਨ ਕੀਤਾ। ਸਾਰੇ ਜਿਹੜੇ ਸ਼ਰੋਤਾ ਹੈਗੇ ਉਹਨਾਂ ਦੇ ਧੰਨਵਾਦੀ ਜਿਹੜੇ ਸਾਨੂੰ ਸੁਣ ਰਹੇ ਨੇ। ਅਤੇ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਪਹਿਲੇ ਇੱਕ ਪ੍ਰਸ਼ਨ ਪੁੱਛ ਲਈਏ ਆਪਾਂ ਸ਼੍ਰੀ ਹਰਦੀਪ ਸਿੰਘ ਜੀ ਨੂੰ, ਜਿਹੜੇ ਕਿ ਪ੍ਰੋਫੈਸ਼ਨਲੀ ਗ੍ਰਾਮ ਸਭਾ ਦੇ ਟ੍ਰੇਨ ਕਰਦੇ ਨੇ। ਅਤੇ ਹਰਦੀਪ ਜੀ, ਸਭ ਤੋਂ ਪਹਿਲੇ ਸਤਿ ਸ੍ਰੀ ਅਕਾਲ ਤੁਹਾਨੂੰ। ਸਤਿ ਸ੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ, ਸਤਿ ਸ੍ਰੀ ਅਕਾਲ। ਫੇਸਬੁੱਕ ਚਰਚਾ ਚੈਨਲ ਦੇ ਜੋ ਟੀਮ ਹੈ ਉਹਨਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਅਤੇ ਤੁਹਾਡਾ ਸਾਰਿਆਂ ਦਾ ਮੈਂ ਧੰਨਵਾਦ ਵੀ ਕਰਦਾ ਕਿ ਤੁਸੀਂ ਮੈਨੂੰ ਇਸ ਚਰਚਾ ਵਿੱਚ, ਜੋ ਅੱਜ ਦੇ ਸਮੇਂ 'ਚ ਬਹੁਤ ਜ਼ਰੂਰੀ ਹੈ, ਇਹ 'ਚ ਮੈਨੂੰ ਸ਼ਾਮਲ ਕੀਤਾ। ਸਾਰੀ ਟੀਮ ਦਾ, ਸਾਰੇ ਜੋ ਸਰੋਤੇ ਨੇ ਜੋ ਦੇਖ ਰਹੇ ਨੇ YouTube ਚੈਨਲ, ਸਾਰਿਆਂ ਦਾ ਮੈਂ ਧੰਨਵਾਦ ਕਰਦਾ। ਹਾਂਜੀ, ਬਹੁਤ ਵਧੀਆ। ਅਤੇ ਹਰੀ ਜੀ, ਮੈਂ ਤੁਹਾਡੇ ਤੋਂ ਇਸ ਕਰਕੇ ਸ਼ੁਰੂ ਕਰ ਰਿਹਾ ਕਿਉਂਕਿ ਤੁਸੀਂ ਕਾਫੀ ਚਿਰ ਲੋਕਾਂ ਦੇ ਵਿੱਚ ਵਿਚਰੇ ਹੋ, ਤੁਸੀਂ ਲੋਕਾਂ ਨੂੰ ਦੱਸਿਆ ਕਿ ਗ੍ਰਾਮ ਸਭਾ ਹੁੰਦੀ ਕੀ ਹੈ। ਤੁਹਾਡੇ ਤੋਂ ਮੈਂ ਜਾਣਨਾ ਚਾਹੁੰਦਾ, ਤੁਸੀਂ ਸਾਡੇ ਸਰੋਤਿਆਂ ਨੂੰ ਦੱਸੋ ਕਿ ਗ੍ਰਾਮ ਸਭਾ ਦੀ ਸ਼ੁਰੂਆਤ ਕਿੱਥੋਂ ਹੋਈ, ਇਹਦੀ ਮੁਹਿੰਮ ਨੀਂਹ ਕਿੱਥੋਂ ਪਈ ਗਈ, ਅਤੇ ਇਹ ਜਿਹੜੀ ਰਚਨਾ ਹੈਗੀ ਹੈ ਇਹ ਸਾਡੇ ਹਿੰਦੁਸਤਾਨ ਲਈ ਜਾਂ ਪੰਜਾਬ ਲਈ ਕਿਸ ਤਰ੍ਹਾਂ ਕਾਰਗਰ ਸਾਬਿਤ ਹੋ ਸਕਦੀ ਹੈ? ਸਭ ਤੋਂ ਪਹਿਲਾਂ ਤਾਂ ਇਹ ਗੱਲ, ਜਿਹੜਾ ਗ੍ਰਾਮ ਸਭਾ ਹੈ ਸ਼ਬਦ ਹੈ, ਇਹਨੂੰ ਸਮਝਣਾ ਪਏਗਾ। ਗ੍ਰਾਮ ਇੱਕ ਪਿੰਡ ਹੈ, ਸਭਾ ਦਾ ਮਤਲਬ ਇਕੱਠ ਹੈ। ਜਿਵੇਂ ਸਾਡੀਆਂ ਧਾਰਮਿਕ ਸੱਭਿਆਚਾਰ ਵਿੱਚ ਇਹ ਕਹਿੰਦੇ ਵੀ ਫਤਿਹਗੜ੍ਹ ਦੀ ਸਭਾ ਜਾਂ ਸਾਡੀ ਚਮਕੌਰ ਸਾਹਿਬ ਦੀ ਸਭਾ, ਜਦੋਂ ਸਰਸਾ ਨੰਗਲ ਤੋਂ ਗੁਰੂ ਸਾਹਿਬ ਪਰਿਵਾਰ ਵਿਛੋੜਾ ਹੋ ਕੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੱਕ ਜੋ ਇਕੱਠ ਹੁੰਦੇ ਨੇ ਉਹਨਾਂ ਨੂੰ ਸਭਾ ਸ਼ਬਦ ਵਰਤਿਆ ਜਾਂਦਾ ਹੈ। ਸਭਾ ਦਾ ਮਤਲਬ ਹੈ ਇਕੱਠ। ਗ੍ਰਾਮ ਦਾ ਮਤਲਬ ਹੈ ਪਿੰਡ, ਇੱਕ ਇਕਾਈ ਜਿਹਦੀ ਇੱਕ ਹੱਦ ਵਾਸਤੇ। ਇਹਦਾ ਜਿਹੜਾ ਪਿਛੋਕੜ ਹੈ, ਜੇ ਅਸੀਂ ਇਸ ਸਮਾਜਿਕ ਵਿਕਾਸ ਦਾ, ਜਿਹੜੇ ਵਿਦਿਆਰਥੀ ਨੇ ਜਾਂ ਜਿਨ੍ਹਾਂ ਨੇ ਸਮਝਿਆ ਪੜ੍ਹਿਆ, ਉਹ ਜਾਣਦੇ ਨੇ ਅਸੀਂ ਇੱਕ ਆਮ ਧਾਰਨਾ ਕਿ ਮੁੱਢਲਾ ਮਨੁੱਖ ਜੰਗਲਾਂ 'ਚ ਰਹਿੰਦਾ ਸੀ, ਕਬੀਲਿਆਂ 'ਚ ਰਹਿੰਦਾ ਸੀ। ਕਬੀਲਿਆਂ ਦੇ ਵਿੱਚ ਹੀ ਇਸ ਗ੍ਰਾਮ ਸਭਾ ਦਾ ਜਾਂ ਇਕੱਠ ਦੀ ਸ਼ੁਰੂਆਤ ਹੋ ਗਈ ਸੀ, ਜਦੋਂ ਵਿਅਕਤੀ ਕਿਸੇ ਕੁਦਰਤੀ ਆਫਤ ਤੋਂ ਜਾਂ ਦੂਸਰੇ ਕਬੀਲੇ ਤੋਂ ਬਚਾਅ ਲਈ ਜਾਂ ਕੋਈ ਖਾਣ ਵਾਲੀ ਚੀਜ਼ ਸ਼ਿਕਾਰ ਕਰਕੇ ਲੈ ਕੇ ਆਉਂਦੇ ਸੀ, ਬੈਠ ਕੇ ਵਿਚਾਰ ਵਟਾਂਦਰਾ ਕਰਦੇ ਸੀ। ਐਂ ਕਹਿ ਸਕਦੇ ਹਾਂ ਕਿ ਗ੍ਰਾਮ ਸਭਾ ਦਾ ਜਿਹੜਾ ਪਿਛੋਕੜ ਹੈ ਉਹ ਇਸ ਮਨੁੱਖ ਦੀ ਸੱਭਿਅਤਾ ਜਿਹੜੀ ਹੈਗੀ ਹੈ, ਜਿਹੜੀ ਮਨੁੱਖੀ ਸੱਭਿਅਤਾ ਦੇ ਵਿਕਾਸ ਦੇ ਨਾਲ ਹੀ ਜੁੜਿਆ ਹੋਇਆ। ਹੌਲੀ ਹੌਲੀ ਵਿੱਚ ਵਿਕਾਸ ਹੋਇਆ, ਸਮਾਜ ਬਦਲਦਾ ਗਿਆ। ਕਬੀਲਾਦਾਰੀ ਯੁੱਗ ਤੋਂ ਗੁਲਾਮਦਾਰੀ ਯੁੱਗ, ਜਗੀਰਦਾਰੀ ਯੁੱਗ, ਅਤੇ ਮੌਜੂਦਾ ਯੁੱਗ ਜਿਸ ਇੱਥੇ ਅਸੀਂ ਪੂੰਜੀਵਾਦੀ ਯੁੱਗ 'ਚ ਬੈਠੇ ਹਾਂ, ਕੈਪੀਟਲਿਜ਼ਮ ਯੁੱਗ 'ਚ ਬੈਠੇ ਹਾਂ, ਇੱਥੇ ਇਸ ਸਮੇਂ ਇਸ ਗ੍ਰਾਮ ਸਭਾ ਦੀ ਜਿਹੜੀ ਜ਼ਰੂਰਤ ਹੈ ਉਹ ਇੰਨੀ ਜ਼ਿਆਦਾ ਮਹੱਤਵਪੂਰਨ ਹੋ ਗਈ, ਜਿੰਨੀ ਕਿ ਅਸੀਂ ਸਾਹ ਲੈਂਦੇ ਹਾਂ। ਇੰਨੀ ਕੁ ਮਹੱਤਵਪੂਰਨ ਹੋ ਗਈ ਕਿ ਸਾਹ ਲੈਣ ਲਈ ਜਿੰਨੀ ਸਾਨੂੰ ਹਵਾ ਚਾਹੀਦੀ ਹੈ, ਇੰਨੀ ਕੁ ਮਹੱਤਵਪੂਰਨ ਹੋ ਗਈ ਜਿੰਨੀ ਸਾਨੂੰ ਜਿਉਂਦੇ ਰਹਿਣ ਲਈ, ਕਿਸੇ ਵੀ ਛੋਟੇ ਵੱਡੇ ਕੰਮ ਕਰਨ ਲਈ ਸਾਨੂੰ ਧਰਤੀ ਦੀ ਜ਼ਰੂਰਤ ਹੈ। ਉਸੇ ਤਰ੍ਹਾਂ ਸਮਾਜਿਕ ਵਿਕਾਸ ਲਈ, ਮਨੁੱਖੀ ਵਿਕਾਸ ਲਈ ਗ੍ਰਾਮ ਸਭਾ ਦੀ ਜ਼ਰੂਰਤ ਹੈ। ਜੇ ਅਸੀਂ ਸਿੱਖ ਪਰੰਪਰਾ ਦੀ ਗੱਲ ਕਰੀਏ ਤਾਂ ਸਿੱਖ ਪਰੰਪਰਾ ਦੇ ਵਿੱਚ ਇੱਕ ਲਾਈਨ ਆਉਂਦੀ ਹੈ, ਗੁਰਮੁਖ ਬੈਠੇ ਸਫਾ ਵਿਛਾਈ।
ਜਦੋਂ ਕੋਈ ਗੁਰਮਤਾ ਕਰਨਾ ਹੁੰਦਾ ਸੀ, ਵਿਚਾਰਧਾਰਾ ਕਰਨੀ ਹੁੰਦੀ ਸੀ, ਚਾਹੇ ਉਹ ਜੰਗ ਦਾ ਵੇਲਾ ਸੀ, ਚਾਹੇ ਉਹ ਵਿਕਾਸ ਦਾ ਵੇਲਾ ਸੀ, ਚਾਹੇ ਉਹ ਵਿਚਾਰਧਾਰਾ ਦਾ ਵੇਲਾ ਸੀ, ਚਾਹੇ ਉਹ ਭਗਤੀ ਦਾ ਸਮਾਂ ਸੀ, ਚਾਹੇ ਗੁਰੂ ਨਾਨਕ ਸਾਹਿਬ ਨੇ ਵੀ ਜੋ ਜਿਹਨਾਂ ਨੂੰ ਅਸੀਂ ਗੋਸ਼ਟੀ ਕਹਿੰਦੇ ਹਾਂ, ਅਸਲ 'ਚ ਉਹ ਇੱਕ ਸਭਾ ਹੀ ਆ। ਗ੍ਰਾਮ ਸਭਾ ਦੇ ਵਿੱਚ ਵੀ ਇਹੀ ਕੁਛ ਹੁੰਦਾ ਹੈ। ਉਸ ਤੋਂ ਬਾਅਦ ਆਪਾਂ ਜਦੋਂ ਦੇਸ਼ ਆਜ਼ਾਦ ਹੋਇਆ, ਦੇਸ਼ ਆਜ਼ਾਦ ਹੋਣ ਤੋਂ ਬਾਅਦ ਉਹ ਸਾਰਿਆਂ ਨੂੰ ਹਿਸਟਰੀ ਪਤਾ ਹੈ ਕਿੱਦਾਂ ਹੋਇਆ, ਕਿਸ ਤਰ੍ਹਾਂ ਹੋਇਆ। ਤਾਂ ਗ੍ਰਾਮ ਸਭਾ ਦਾ ਜਿਹੜਾ ਸੰਵਿਧਾਨਕ ਹੱਕ ਦਿੱਤਾ ਗਿਆ ਸੀ ਪਿੰਡਾਂ ਨੂੰ, ਜਿਨ੍ਹਾਂ ਨੂੰ ਆਮ ਭਾਸ਼ਾ ਵਿੱਚ ਹਾੜੀ ਦਾ ਇਕੱਠ ਤੇ ਸਾਉਣੀ ਦਾ ਇਕੱਠ ਕਿਹਾ ਜਾਂਦਾ ਸੀ। ਹਾੜ ਤੇ ਸਾਉਣ 2 ਮਹੀਨੇ ਨੇ, ਅੱਗੇ ਪਿੱਛੇ ਆਉਂਦੇ ਨੇ। ਸਾਉਣ ਵਾਲਿਆਂ ਨੂੰ ਲੱਗਦਾ ਵੀ ਸਾਲ ਦੇ ਵਿੱਚ ਇੱਕ ਲਗਾਤਾਰ 2 ਮਹੀਨੇ ਇਕੱਠ। ਅਸਲ 'ਚ ਫਸਲਾਂ ਨਾਲ ਜੁੜਿਆ ਹੈ ਸੀ, ਕਿਉਂਕਿ ਖੇਤੀਬਾੜੀ ਯੁੱਗ ਸੀ। ਹਾੜੀ ਦੀ ਫਸਲ ਨਿਬੇੜ ਕੇ ਜਾਂ ਸਾਉਣ ਦੀ ਫਸਲ ਸਮੇਟ ਕੇ, ਜੋ ਸਾਡੇ ਇੱਕ ਪਰੰਪਰਾ ਦੇ ਵਿੱਚ ਸਾਨੂੰ ਸ਼ਬਦ ਦਿੱਤੇ ਹੋਏ ਸੀ ਸਾਡੇ ਬਜ਼ੁਰਗਾਂ ਨੇ, ਸਾਡੀ ਰਵਾਇਤ ਨੇ, ਉਹ ਚੱਲਦਾ ਚੱਲਦਾ ਸੰਵਿਧਾਨ ਦੇ ਵਿੱਚ ਵੀ ਦਰਜ ਦਿੱਤਾ ਗਿਆ। ਅਸੀਂ ਸਾਡੀਆਂ ਪੰਚਾਇਤਾਂ ਜਿਸ ਤਰ੍ਹਾਂ ਦੀਆਂ, ਜਿਹਨੂੰ ਇੱਕ ਭਾਈਚਾਰਾ ਕਿਹਾ ਜਾਂਦਾ ਸੀ, ਚੱਲਦੀਆਂ ਸੀਗੀਆਂ। ਇੱਕ ਮੇਰੀ ਸਮਾਜਿਕ ਵਿਕਾਸ ਦੀ ਗੱਲ ਕਰਾਂਗੇ ਤਾਂ ਇੱਕ ਜਗੀਰੂ ਸੋਚ ਵਾਲੀਆਂ ਪੰਚਾਇਤਾਂ ਸੀ, ਜਿਨ੍ਹਾਂ ਨੂੰ ਇੱਕ ਖਾਬ ਪੰਚਾਇਤਾਂ ਵੀ ਕਹਿ ਸਕਦੇ ਹਾਂ ਆਪਾਂ। ਉਸੇ ਤਰ੍ਹਾਂ ਦੀਆਂ ਸੀ ਕਿ ਅਸੀਂ ਵੀ ਜਿਹੜੇ 50 ਸਾਲ ਤੋਂ ਉੱਪਰ ਦੇ ਵਿਅਕਤੀ ਨੇ, ਉਹਨਾਂ ਨੇ ਦੇਖਿਆ ਕਿ ਪੰਚਾਇਤਾਂ ਦੇ ਵਿੱਚ ਜਿਹੜੀਆਂ ਪੰਚਾਇਤਾਂ ਚੁਣੀਆਂ ਜਾਂਦੀਆਂ ਸੀ, ਚਾਹੇ ਉਹ ਵੋਟਾਂ ਨਾਲ, ਜ਼ਿਆਦਾਤਰ ਸਰਬਸੰਮਤੀ ਹੋ ਜਾਂਦੀ ਸੀ। ਅੱਜ ਵੀ ਬਹੁਤ ਸਾਰੇ ਲੋਕ ਇਹ ਗੱਲ ਕਹਿੰਦੇ ਨੇ ਕਿ ਵੀ ਸਰਬਸੰਮਤੀ ਕਰ ਲਓ। ਲੋਕਤੰਤਰ ਵਿੱਚ ਸਰਬਸੰਮਤੀ ਦਾ ਮਤਲਬ ਹੁੰਦਾ ਕਿ ਲੋਕ ਆਵਾਜ਼ ਨੂੰ, ਲੋਕਤੰਤਰ ਦਾ ਕਤਲ ਕਰਨਾ। ਤੋ ਸਰਬਸੰਮਤੀ ਨਾਲ ਜਿਹੜੇ ਚੁਣੇ ਹੋਏ ਲੋਕ ਸੀ ਉਹ ਆਪਣੀ ਮਰਜ਼ੀ ਕਰਦੇ ਸੀ। 50 ਸਾਲ ਤੋਂ ਉੱਪਰ ਦੇ ਬੰਦੇ ਜੇ ਕੋਈ ਪੰਚਾਇਤ ਵਿੱਚ ਸ਼ਾਮਲ ਰਿਹਾ, ਜਾਂ ਜਿਨ੍ਹਾਂ ਨੇ ਪੰਚਾਇਤਾਂ ਦੀ ਕਾਰਜ ਪ੍ਰਣਾਲੀ ਦੇਖੀ ਹੈ, ਉਹਨਾਂ ਨੂੰ ਪਤਾ ਇਸ ਗੱਲ ਦਾ। 1992 ਦੇ ਵਿੱਚ, 1992 ਸਾਲ ਇੱਕ ਇਹੋ ਜਿਹਾ ਸਾਲ ਆ, ਜੇ ਤੁਸੀਂ ਕਦੇ ਦੁਬਾਰਾ ਚਰਚਾ ਕਰੋ ਮੈਂ ਇਸ ਮਾਮਲੇ 'ਤੇ, ਜ਼ਿਆਦਾ ਨਹੀਂ ਤਾਂ ਅੱਧੇ ਘੰਟੇ ਤੋਂ 1 ਘੰਟਾ ਬੋਲ ਸਕਦਾ। ਭਾਰਤੀ ਸਮਾਜ ਦੇ ਲਈ, ਪੰਜਾਬੀ ਸਮਾਜ ਲਈ, ਪੂਰੇ ਵਰਲਡ ਦੇ ਲਈ, ਜਦੋਂ ਭਾਰਤ WTO ਦਾ ਮੈਂਬਰ ਬਣਿਆ। WTO ਬਾਰੇ, ਜਿਹਦੇ ਬਾਰੇ ਅੱਜ ਕੱਲ੍ਹ ਚਰਚਾ ਚੱਲ ਰਹੀ ਹੈ ਖੇਤੀ ਕਾਨੂੰਨਾਂ ਦੀ, ਇਹਦੇ ਬਾਰੇ ਵੀ ਆਪਾਂ ਬਾਅਦ 'ਚ ਕਿਸੇ ਨੂੰ ਚਰਚਾ ਕਰ ਸਕਦੇ ਹਾਂ। 1992 ਵਿੱਚ ਪੰਚਾਇਤ ਸੰਵਿਧਾਨ ਦੇ ਵਿੱਚ 73ਵੀਂ ਸੋਧ ਕਰਕੇ ਇੱਕ ਪੰਚਾਇਤ ਐਕਟ ਬਣਾਇਆ ਗਿਆ ਵੱਖਰੇ ਤੌਰ 'ਤੇ, ਜਿਹਦੇ ਵਿੱਚ ਗ੍ਰਾਮ ਸਭਾ ਨੂੰ ਕਾਨੂੰਨੀ ਦਰਜਾ ਦਿੱਤਾ ਗਿਆ, ਮੈਂਡੇਟਰੀ ਕੀਤਾ ਗਿਆ, ਲਾਜ਼ਮੀ ਕੀਤਾ ਗਿਆ ਕਿ ਇੱਕ ਗ੍ਰਾਮ ਸਭਾ ਯੋਜਨਾ ਇਜਲਾਸ ਹੋਏਗਾ ਗ੍ਰਾਮ ਸਭਾ ਦਾ, ਉਹ ਹੋਏਗਾ ਦਸੰਬਰ ਦੇ ਵਿੱਚ, ਤੇ ਇੱਕ ਗ੍ਰਾਮ ਸਭਾ ਦਾ ਇਜਲਾਸ ਹੋਏਗਾ ਜੂਨ ਦੇ ਵਿੱਚ। ਉਹ ਇਜਲਾਸ ਹੋਏਗਾ ਲੇਖਾ ਜੋਖਾ ਆਡਿਟ ਇਜਲਾਸ ਹੋਏਗਾ। ਇਹ 2 ਇਜਲਾਸ 1 ਸਾਲ ਦੇ ਵਿੱਚ ਹਰ ਇੱਕ ਪੰਚਾਇਤ ਸਰਪੰਚ ਲਈ ਕਰਨੇ ਜ਼ਰੂਰੀ ਨੇ। ਜਦੋਂ ਅਸੀਂ ਪੰਚਾਇਤ ਐਕਟ ਦੇਖਦੇ ਹਾਂ, ਉਸ ਐਕਟ ਦੀ 5ਵੀਂ ਧਾਰਾ ਦੇ ਵਿੱਚ ਗ੍ਰਾਮ ਸਭਾ ਦਾ 5ਵੇਂ ਕਲਾਜ਼ ਦੇ ਵਿੱਚ ਗ੍ਰਾਮ ਸਭਾ ਬਾਰੇ ਵੱਖ ਵੱਖ ਧਾਰਾ 5-6 ਧਾਰਾਵਾਂ ਆਉਂਦੀਆਂ ਨੇ ਕਿ 2 ਇਜਲਾਸ ਕਰਨੇ ਜ਼ਰੂਰੀ ਹੈ। ਜੇ 2 ਇਜਲਾਸ ਨਹੀਂ ਕਰੇਗਾ ਸਰਪੰਚ ਤਾਂ ਮੁਅੱਤਲ ਹੋਏਗਾ, ਸਸਪੈਂਡ ਹੋਏਗਾ। ਅਤੇ ਉਹਦੇ ਅੱਗੇ ਇਹ ਧਾਰਨਾਵਾਂ ਨੇ ਕਿ ਡਾਇਰੈਕਟਰ ਪੰਚਾਇਤ ਜਾਂ BDPO ਉਹਦੇ ਨਾ ਕਰਨ ਦੇ ਕਾਰਨ ਸੁਣ ਕੇ, ਜਿਵੇਂ ਕੋਈ ਉਹਨਾਂ ਦਿਨਾਂ 'ਚ ਹੜ੍ਹ ਆ ਗਿਆ, ਜਾਂ ਕੋਈ ਕੁਦਰਤੀ ਆਫਤ ਆ ਗਈ, ਜਾਂ ਕੋਈ ਮਹਾਂਮਾਰੀ ਆ ਗਈ, ਜਾਂ ਪਿੰਡ ਵਿੱਚ ਕੋਈ ਇੱਦਾਂ ਦਾ ਮਸਲਾ ਖੜਾ ਹੋ ਗਿਆ ਕਿ ਇਕੱਠ ਕਰਨਾ ਔਖਾ ਹੋ ਗਿਆ, ਤਾਂ ਇਹ ਕੁਛ ਕਾਰਨਾਂ ਕਰਕੇ ਜੇ ਉਹ ਇਜਲਾਸ ਨਹੀਂ ਹੁੰਦਾ ਤਾਂ ਸਰਪੰਚ ਨੂੰ ਬਹਾਲ ਕੀਤਾ ਜਾ ਸਕਦਾ। ਪਰ ਜੇਕਰ ਸਰਪੰਚ ਨਹੀਂ ਇਜਲਾਸ ਕਰਦਾ ਤਾਂ ਉਹਨੂੰ ਸਸਪੈਂਡ ਹੋ ਸਕਦਾ। ਇਹ ਕੁਛ ਕਾਨੂੰਨੀ ਨੁਕਤੇ ਸੀਗੇ। ਇਹ ਨੁਕਤਿਆਂ ਦੀ ਆਪਾਂ ਚਰਚਾ ਕਰ ਲਈਏ ਕਿ ਨਹੀਂ? ਬਿਲਕੁਲ ਨਹੀਂ, ਦੇਖੋ ਜਿਹੜਾ ਤੁਸੀਂ ਇੰਟਰੋਡਕਸ਼ਨ ਦਿੱਤੀ ਹੈ ਇੱਥੋਂ ਤੱਕ ਇਹ ਬਹੁਤ ਹੈਗਾ, ਕਿਉਂਕਿ ਇਹਦੇ ਵਿੱਚ ਵਿਸਤਾਰ 'ਤੇ ਜਾਵਾਂਗੇ ਅਸੀਂ ਅਗਲੇ ਆਉਣ ਵਾਲੇ ਕੁਝ ਸੈਸ਼ਨ ਦੇ ਵਿੱਚ, ਜਿਹੜੇ ਅਗਲੇ ਹਫ਼ਤੇ, ਉਸ ਤੋਂ ਬਾਅਦ ਅੱਗੇ ਗਾਂ ਅਸੀਂ ਦੋਨੋਂ ਵਧਾਂਗੇ। ਅਤੇ ਬਟ ਇੰਟਰੋਡਕਸ਼ਨ ਵਾਸਤੇ ਤੁਸੀਂ ਬਹੁਤ ਸੋਹਣਾ ਤੁਸੀਂ ਇਹਦੀ ਜਿਹੜੀ ਭੂਮਿਕਾ ਦੱਸੀ ਹੈ ਤੁਹਾਨੂੰ, ਕਿ ਗ੍ਰਾਮ ਸਭਾ ਕਿੱਥੋਂ ਸ਼ੁਰੂ ਹੋਈ, ਕਿਉਂ ਸ਼ੁਰੂ ਹੋਈ, ਕੀ ਇਹਦਾ ਰੋਲ ਹੈਗਾ। ਪੰਜਾਬੀ ਜਿਹੜਾ ਸੱਭਿਆਚਾਰ ਹੈ, ਜਿਹੜਾ ਸਾਡਾ ਫਲਸਫਾ ਹੈਗਾ ਸਾਡੀ ਸਿੱਖ ਕੌਮ ਦਾ, ਉਹਦੇ ਨਾਲ ਇਹ ਕਿਸ ਤਰ੍ਹਾਂ ਰਿਲੇਟ ਹੁੰਦਾ, ਤੁਸੀਂ ਬੜੀ ਬਖੂਬੀ ਨਾਲ ਉਹਨੂੰ ਰਿਲੇਟ ਕੀਤਾ। ਬਹੁਤ ਧੰਨਵਾਦ ਤੁਹਾਡਾ ਹਰਜੀਤ ਜੀ। ਮੈਂ ਮੁੜ ਕੇ ਤੁਹਾਡੇ ਨਾਲ ਫਿਰ ਦੁਬਾਰਾ ਆਊਂਗਾ। ਰਸ਼ਪਾਲ ਜੀ, ਤੁਹਾਡੇ ਨਾਲ ਆਪਾਂ ਚਰਚਾ ਕਰ ਲਈਏ, ਕਿਉਂਕਿ ਤੁਸੀਂ ਤੇ ਮਹਿਕਮਿਆਂ ਦੇ ਵਿੱਚ ਹੈਗੇ, ਤੁਸੀਂ ਤੇ ਸਰਕਾਰੀ ਅਹੁਦਿਆਂ 'ਤੇ ਹੈਗੇ, ਪੰਚਾਇਤ ਸਮਿਤੀ ਦੇ ਵਿੱਚ ਤੁਸੀਂ ਤਾਂ ਦੇਖਿਆ ਆਪਣੇ ਹੱਥੀਂ, ਆਪਣੀ ਅੱਖਾਂ ਨਾਲ ਦੇਖਿਆ ਕਿ ਗ੍ਰਾਮ ਸਭਾ ਕਿਸ ਤਰ੍ਹਾਂ ਹੁੰਦੀ ਹੈ, ਕਿਸ ਤਰ੍ਹਾਂ ਨਹੀਂ ਹੁੰਦੀ ਹੈ। ਅਤੇ ਤੁਹਾਡੇ ਵਿਚਾਰ ਲੈਣਾ ਚਾਹਾਂਗੇ ਕਿ ਗ੍ਰਾਮ ਸਭਾ ਨੂੰ ਕੰਡਕਟ ਕਰਨ ਲਈ ਕਿਸ ਤਰ੍ਹਾਂ ਦੀ ਔਕੜਾਂ ਆਉਂਦੀਆਂ ਨੇ, ਲੋਕਾਂ ਦੇ ਵਿੱਚ ਕਿੰਨੀ ਅਵੇਅਰਨੈਸ ਹੈ, ਅਤੇ ਤੁਹਾਡੇ ਕੀ ਵਿਚਾਰ ਹੈਗੇ ਇਹਦੇ ਵਿੱਚ? ਪਹਿਲਾਂ ਤਾਂ ਮੈਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾਉਣਾ ਜੀ। ਅਤੇ ਜਿਹੜੀ ਗੱਲ ਹੈਗੀ ਹੈ ਅਵੇਅਰਨੈਸ ਦੀ, ਬਹੁਤ ਜ਼ਿਆਦਾ ਘਾਟ ਹੈ। ਲੋਕਾਂ ਨੂੰ ਬਿਲਕੁਲ
ਨਹੀਂ ਪਤਾ ਹੈ ਗ੍ਰਾਮ ਸਭਾ ਕੀ ਹੈ, ਇਹਦਾ ਕੀ ਮੋਟਿਵ ਹੈ, ਇਹ ਆਪ ਸਾਡੇ ਕੋਲੇ ਰਾਈਟਸ ਕੀ ਨੇ, ਬਿਲਕੁਲ ਨਹੀਂ ਇਹਦਾ ਪਤਾ। ਜੇ ਅਸੀਂ ਕਿਸੇ ਜਗ੍ਹਾ ਤੇ ਇਕੱਠ ਕਰਨ ਵਾਸਤੇ ਗ੍ਰਾਮ ਸਭਾ ਦਾ ਇਜਲਾਸ ਹੈ ਤਾਂ ਤੁਸੀਂ ਚਾਹੋਗੇ ਕਿ 20 ਜਾਂ 25 ਜਾਣੇ, 25 ਜੋ ਵਿਹਲੇ ਬੰਦੇ ਆ ਪਿੰਡ 'ਚ, ਉਹਨਾਂ ਤੋਂ ਇਲਾਵਾ ਕੋਈ ਨਹੀਂ ਆਉਂਦਾ। ਤੁਸੀਂ ਘਰ ਘਰ ਜਾ ਕੇ ਚਲੇ ਜਾਓ, ਬੈਠੇ ਤਾਂ ਘਰੇ ਰਹਿਣਗੇ ਫਰੀ, ਪਰ ਉਹ ਜਾਣਕਾਰੀ ਉਹ ਨਹੀਂ ਲੈਣਾ ਚਾਹੁੰਦੇ ਵੀ ਸਾਨੂੰ ਗ੍ਰਾਮ ਸਭਾ ਬਾਰੇ ਪਤਾ ਹੋਵੇ, ਸਾਡੇ ਰਾਈਟਸ ਦੀ। ਬਹੁਤ ਥੋੜੇ ਲੋਕ ਹੈ ਜੋ ਜ਼ਿਆਦਾ, ਤੁਸੀਂ ਕਹ ਲਓ ਵੀ ਜਿਹੜਾ ਹੁਣ ਦਾ ਯੂਥ ਹੈ। ਮੇਰੀ ਆਵਾਜ਼ ਆ ਰਹੀ ਹੈ ਸਰ? ਹਾਂਜੀ ਬਿਲਕੁਲ। ਜਿਹੜਾ ਅੱਜ ਦਾ ਯੂਥ ਹੈ, ਇਹ ਕਹਿ ਸਕਦੇ ਹਾਂ ਵੀ ਇਹ ਥੋੜਾ ਜਿਹਾ ਚਾਹੁੰਦਾ ਕਿ ਸਾਨੂੰ ਇਸ ਤੱਕ ਪਤਾ ਚੱਲੇ ਵੀ ਗ੍ਰਾਮ ਸਭਾ ਕੀ ਹੈ। ਥੋੜਾ ਬਹੁਤਾ, ਬਹੁਤਿਆਂ ਨੂੰ ਤਾਂ ਦੇਖੋ ਆਪਣਾ ਜਿਵੇਂ ਦਾ ਸਿਸਟਮ ਚੱਲ ਰਿਹਾ, ਹਲੇ ਪਲੱਸ 2 ਕਰਦੇ ਆ ਤੇ ਬਾਹਰ ਜਾਣ ਦਾ ਕਰੇਜ਼ ਬਹੁਤ ਜ਼ਿਆਦਾ। ਜਿਹੜੇ ਨੌਜਵਾਨ ਇੱਥੇ ਹੈਗੇ ਆ, ਉਹਨਾਂ ਨੂੰ ਵੀ ਕਿਸੇ ਤਰੀਕੇ ਨਾਲ ਇਹ ਹੈ ਵੀ ਅਸੀਂ ਬਾਹਰ ਚਲੇ ਜਾਈਏ। ਉਹਨਾਂ ਨੂੰ ਇਸ ਚੀਜ਼ ਦੇ ਨਾਲ ਕੋਈ ਹੈ ਹੀ ਨਹੀਂ ਕਿ ਵੀ ਸਾਨੂੰ ਆਪਣੇ ਰਾਈਟਸ ਦਾ ਪਤਾ ਲੱਗੇ, ਅਸੀਂ ਆਪਣੇ ਪਿੰਡ ਦੀ ਡਿਵੈਲਪਮੈਂਟ ਕਿੱਦਾਂ ਕਰਨੀ ਹੈ, ਸਾਡੇ ਪਿੰਡ ਦੇ ਵਿੱਚ ਜਿਹੜੀ ਪੰਚਾਇਤ ਹੈਗੀ ਆ ਪ੍ਰੋਪਰਲੀ ਕੰਮ ਕਰ ਰਹੀ ਹੈ ਕਿ ਨਹੀਂ ਕਰ ਰਹੀ ਹੈਗੀ, ਤੇ ਕਿੰਨਾ ਫੰਡ ਆਇਆ, ਉਹ ਦੂਰ ਦੂਰ ਤੱਕ ਕੋਈ ਵਾਸਤਾ ਨਹੀਂ। ਕੋਈ ਐਗਜ਼ਾਮਪਲ ਦੇ ਸਕਦੇ ਹੋ ਕਿਸੇ, ਸੌਰੀ ਕੱਟ ਰਿਹਾ ਮੈਂ ਤੁਹਾਨੂੰ, ਕੋਈ ਐਗਜ਼ਾਮਪਲ ਵੀ ਦੇ ਸਕਦੇ ਹੋ ਕਿਸੇ ਪਿੰਡ ਦਾ ਜਿੱਥੇ ਗ੍ਰਾਮ ਸਭਾ ਵਧੀਆ ਤਰੀਕੇ ਨਾਲ ਹੋਈ ਹੈ? ਉਦਾਂ ਦੇ ਵੈਸੇ ਬੜੇ ਐਗਜ਼ਾਮਪਲ ਹੈਗੇ ਆਪਣੇ ਪੰਜਾਬ ਦੇ ਵਿੱਚ, ਲੇਕਿਨ ਤੁਹਾਡੇ ਨਜ਼ਰਾਂ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਗ੍ਰਾਮ ਸਭਾ ਹੋਈ ਹੈ ਜਿੱਥੇ ਉਹਨਾਂ ਨੇ ਸਰਕਾਰੀ ਆਪਣੇ ਮਤੇ ਪਾਸ ਕਰਕੇ ਕੋਈ ਗਵਰਨਮੈਂਟ ਸਕੀਮ ਦਾ ਕੋਈ ਬੈਨੀਫਿਟ ਲਿਆ ਉਹਨਾਂ ਨੇ? ਦੇਖੋ ਸਰ, ਇਹ ਗੱਲ ਹੈ ਵੀ ਦੇਖੋ ਮੇਰੇ ਧਿਆਨ ਦੇ ਵਿੱਚ ਕੋਈ ਐਵੇਂ ਦੀ ਤਾਂ ਨਹੀਂ ਹੈਗੀ, ਪਰ ਮੈਂ ਤੁਹਾਨੂੰ ਇੱਕ ਦੱਸਣਾ ਚਾਹੁੰਦਾ ਵੀ ਦੇਖੋ ਜਦੋਂ ਕੋਈ ਪੈਨਸ਼ਨਾਂ ਵਗੈਰਾ ਬਣਦੀਆਂ ਹੁੰਦੀਆਂ, ਉਦਾਂ ਹੀ ਜਿਹੜੇ ਅੱਜ ਕੱਲ੍ਹ ਦੇ ਪੰਚ ਸਰਪੰਚ ਇਕੱਠੇ ਲਵਾ ਲੈਂਦੇ ਆ ਅਨਪੜ੍ਹ ਲੋਕਾਂ ਤੋਂ, ਉਹਨਾਂ ਨੂੰ ਦੱਸਦੇ ਨੇ ਵੀ ਇਹ ਕਾਹਦੇ ਵਾਸਤੇ ਹੈ। ਜਾਂ ਜਿਸ ਤਰ੍ਹਾਂ ਅਸੀਂ ਆਪਦੀ ਗ੍ਰਾਮ ਸਭਾ ਦੀ ਗੱਲ ਜਿਵੇਂ ਕਰਾਂ, ਅਸੀਂ 29 ਦਸੰਬਰ ਨੂੰ ਗ੍ਰਾਮ ਸਭਾ ਉਹਦੇ ਵਿੱਚ ਜਿਵੇਂ ਕਿ ਹੈਗਾ ਵੀ 20% ਲੋਕਾਂ ਦਾ ਆਉਣਾ, ਤੇ ਸਾਡੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਵੀ ਜ਼ਿਆਦਾ ਨਹੀਂ ਤੇ 40-50 ਅਸੀਂ ਘਰ ਘਰ ਗਏ ਤਾਂ 40-50 ਲੋਕ ਇਕੱਠੇ ਹੋਏ। ਉਹਨਾਂ ਤੋਂ ਅਸੀਂ ਪੁੱਛਿਆ ਵੀ ਤੁਸੀਂ ਦੱਸੋ ਵੀ, ਦੇਖੋ ਕਈ ਵਾਰ ਤਾਂ ਇਹ ਹੁੰਦਾ ਸਾਡਾ ਨਜ਼ਰੀਆ ਪਿੰਡ ਨੂੰ ਲੈ ਕੇ ਕੁਛ ਹੋਰ ਹੋ ਸਕਦਾ, ਲੋਕਾਂ ਦੀਆਂ ਡਿਮਾਂਡਾਂ ਕੁਛ ਹੋਰ ਹੋ ਸਕਦੀਆਂ। ਅਸੀਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਦੱਸੋ ਵੀ ਕਿਹੜੀ ਚੀਜ਼ ਜ਼ਿਆਦਾ ਜ਼ਰੂਰੀ ਆ। ਜਿਸ ਤਰ੍ਹਾਂ ਕਈ ਚੀਜ਼ਾਂ ਉਹਨਾਂ ਦੇ ਸਾਹਮਣੇ ਆਈਆਂ, ਕਈ ਘਰਾਂ 'ਚ ਹਜੇ ਵੀ ਟੋਇਲਟਾਂ ਨਹੀਂ ਹੈਗੀਆਂ, ਉਹਨਾਂ ਦਾ ਮਤਾ ਪਾਇਆ ਗਿਆ। ਉਹਨਾਂ ਦੇ ਘਰ ਦੇ ਵਿੱਚ ਆ ਜਿਹੜਾ ਆਉਣ ਵਾਲਾ ਆਪਣਾ 15ਵਾਂ ਵਿੱਤ ਕਮਿਸ਼ਨ ਹੈ, ਇਹਦੇ ਵਿੱਚੋਂ ਆਪਾਂ ਉਹਨਾਂ ਨੂੰ ਟੋਇਲਟਸ ਵਗੈਰਾ ਰਾਸਤੇ, ਔਰ ਦੂਸਰੀ ਚੀਜ਼ ਹੈਗੀ ਹੈ ਜਿਹੜੀ ਆਪਣੀ, ਉਹਨਾਂ ਨੇ ਇੱਕ ਰੱਖਿਆ ਵੀ ਸਾਨੂੰ ਮੈਰਿਜ ਕਰਨ ਲਈ ਬੱਚਿਆਂ ਨੂੰ, ਕਿਉਂਕਿ ਅਸੀਂ ਗਰੀਬ ਤਬਕਾ, ਇੱਕ ਮਿੰਨੀ ਇੱਕ ਕਮਿਊਨਿਟੀ ਹਾਲ ਕਹਿ ਲਓ ਚਾਹੇ ਪੈਲਸ ਕਹਿ ਲਓ ਵੀ ਛੋਟਾ, ਉਹ ਬਣਾਉਣਾ, ਉਹਦਾ ਮਤਾ ਉਹਨਾਂ ਨੇ ਪਵਾਇਆ। ਗਲੀਆਂ ਨਾਲੀਆਂ ਜੋ ਜ਼ਿਆਦਾ ਖਰਾਬ ਨੇ, ਐਕਚੁਅਲੀ ਆਪਣਾ ਪੰਜਾਬ ਗਲੀਆਂ ਨਾਲੀਆਂ 'ਚ ਪਿਆ ਹਾਲੇ। ਪਰ ਇਹ ਜਦੋਂ ਤੱਕ ਤੁਸੀਂ ਮੈਂ ਹੁਣ ਇੱਕ ਪੰਚਾਇਤ ਦਾ ਹਿੱਸਾ ਜੀ, ਤੇ ਸਾਡੇ ਪਿੰਡ ਦਾ ਮੁੰਡਾ ਜਿਹੜਾ ਸਰਪੰਚ ਆ, ਐਕਚੁਅਲੀ ਉਹਦੀ ਮਦਰ ਸਰਪੰਚ ਨੇ, ਪਰ ਉਹ ਕਰਦਾ ਉਹਦਾ ਰੀਜ਼ਨ ਕੀ ਆ, ਐਸਕੀ ਰਿਜ਼ਰਵ ਸੀਗੀ ਸਾਡੀ, ਤੇ ਉਹ ਮੁੰਡੇ ਨਹੀਂ ਖੜਾ ਕਰਨਾ ਸੀਗਾ, ਉਹ ਤਾਂ ਫਿਰ ਉੱਥੇ ਲੇਡੀਜ਼ ਆ ਗਈ ਤਾਂ ਉਹਦੀ ਮਦਰ ਨੂੰ ਖੜਾ ਕਰਿਆ, ਕਰ ਉਹ ਰਿਹਾ ਐਮਏ ਪਾਸ ਹੈ, ਐਮਏ ਕੀਤੀ ਹੋਈ ਹੈ, ਬੜਾ ਐਜੂਕੇਟਡ ਮੁੰਡਾ, ਤੇ ਪ੍ਰੋਪਰਲੀ ਅਸੀਂ ਵਰਕ ਕਰਦੇ ਹਾਂ ਲੋਕਾਂ ਦੀਆਂ ਪਰੇਸ਼ਾਨੀਆਂ ਨੂੰ ਦੂਰ ਕਰਨਾ। ਪਰ ਜੇ ਮੈਂ ਤੁਹਾਨੂੰ ਕਹਿੰਦਾ ਵੀ ਜਿਸ ਤਰ੍ਹਾਂ ਤੁਸੀਂ ਸੋਚਦੇ ਹੋ ਵੀ ਉਵੇਂ ਦਾ ਹਾਲੇ ਤੱਕ ਮੇਰੇ ਕੋਲ ਕੋਈ ਐਗਜ਼ਾਮਪਲ ਨਹੀਂ ਹੈਗੀ। ਸਾਡੇ ਨੇੜੇ ਤੇੜੇ ਪਿੰਡਾਂ 10-15 ਪਿੰਡਾਂ ਦੀ ਵੀ ਪ੍ਰੋਪਰਲੀ ਗ੍ਰਾਮ ਸਭਾ ਬਣਾ ਕੇ ਉਹਨਾਂ ਨੇ ਆਪਦੇ ਰੈਜੂਲੇਸ਼ਨ ਰੱਖੇ ਹੋਣ ਜਾਂ ਪਾਸ ਕਰਵਾਏ, ਉਹਨੂੰ ਆਪਣੇ ਪ੍ਰੋਬਲਮ ਦੱਸ ਦਿੰਦੇ ਹਾਂ, ਅਸੀਂ ਆਪ ਹੀ ਸੋਚਦੇ ਹਾਂ ਵੀ ਹਾਂ ਇਹ ਹੈਗੀ ਹੈ, ਧਿਆਨ 'ਚ ਰੱਖ ਕੇ ਕੰਮ। ਤੇ ਗੌਰਮੈਂਟ ਵੱਲੋਂ ਕਿਸ ਤਰ੍ਹਾਂ ਦੇ ਪਲੇਟਫਾਰਮ ਹੈਗੇ ਜਾਂ ਕਿਸ ਵਸੀਲੇ ਉਹਨਾਂ ਦੇ ਉਪਰਾਲੇ ਹੈਗੇ ਜਿੱਥੇ ਪੰਚਾਇਤ ਸਮਿਤੀ ਜਾਂ ਸਰਪੰਚ ਵੀ ਉਹਨਾਂ ਨੂੰ ਗ੍ਰਾਮ ਸਭਾ ਬਾਰੇ ਸੁਚੇਤ ਕੀਤਾ ਜਾਂਦਾ ਹੈ, ਜਾਂ ਕਿਸ ਤਰ੍ਹਾਂ ਇਹ ਆਪਣੀ ਸਰਕਾਰੀ ਸਕੀਮਾਂ ਤੋਂ ਬੈਨੀਫਿਟ ਕਿਵੇਂ ਲੈਣਾ ਹੈ, ਇਸ ਤਰ੍ਹਾਂ ਦੀ ਜਿਹੜੀ ਟ੍ਰੇਨਿੰਗ ਹੈ ਉਹ ਕੋਈ ਇਹਨਾਂ ਦੀ ਕੋਈ ਉਪਰਾਲੇ ਹੈਗੇ ਸਰਕਾਰ ਵੱਲੋਂ? ਦੇਖੋ ਸਰ, ਇਹ ਸਾਰੀ ਕਾਗਜ਼ਾਂ 'ਚ ਤਾਂ ਹੁੰਦੇ ਆ ਉਪਰਾਲੇ ਸਾਰੇ, ਜੇ ਪ੍ਰੈਕਟੀਕਲੀ ਕਹੀਏ ਤਾਂ ਮੇਰੇ ਖਿਆਲ 'ਚ ਜਿਵੇਂ ਕੋਈ ਐਕਟਿਵਿਸਟ ਹੈ ਉਹੀ ਆ ਕੇ ਦੱਸਦਾ ਵੀ ਤੁਸੀਂ ਐਵੇਂ ਪ੍ਰੋਪਰਲੀ ਕੰਮ ਕਰਨਾ, ਨਹੀਂ ਤਾਂ ਨਹੀਂ। ਜਿਵੇਂ ਕਿ ਪਿੱਛੇ ਜੇ ਭਗਵੰਤ ਮਾਨ ਸਾਹਿਬ ਨੇ ਕਿਹਾ ਸੀ ਵੀ ਤੁਸੀਂ ਆਪਣੀ ਗ੍ਰਾਮ ਸਭਾ ਪਿੰਡ ਦੇ ਵਿੱਚ ਬਣਾਓ, ਆਪਦੇ ਰੈਜੂਲੇਸ਼ਨ ਪਾਸ ਵਗੈਰਾ ਕਰੋ, ਔਰ ਅਨਫੋਰਚੂਨੇਟਲੀ ਜਿਹੜੇ ਸਾਡੇ ਪੰਚਾਇਤ ਸੈਕਟਰੀ ਵਗੈਰਾ ਹੁੰਦੇ ਆ, ਪਤਾ ਵੀ ਨਹੀਂ ਲੱਗਣ ਦਿੰਦੇ ਕਦੋਂ ਆਪਣੇ ਜਿਹੜੇ ਹੈਗੇ ਮਤੇ ਵਗੈਰਾ ਕਦੋਂ ਅੰਗੂਠੇ ਲਵਾ ਕੇ ਵੈਸੇ ਲੈ ਜਾਂਦੇ ਨੇ। ਕਾਗਜ਼ਾਂ 'ਚ ਪਤਾ ਲੱਗਦਾ ਵੀ ਜਿਹੜਾ ਇਹ ਆਪਣਾ ਗ੍ਰਾਮ ਸਭਾ ਦਾ ਇਜਲਾਸ ਸੀ ਉਹ ਵੋਟ ਪੜਿਆ।
ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ ਬਿਕੋਜ਼ ਪਿਛਲੇ ਤਿੰਨ ਸਾਲਾਂ ਤੋਂ ਜਦੋਂ ਦਾ ਮੈਂ ਗ੍ਰਾਮ ਸਭਾ ਬਾਰੇ ਮੈਨੂੰ ਪਤਾ ਲੱਗਿਆ ਕਿ ਇੰਨੀ ਪਾਵਰ ਹੈਗੀ ਇਹਦੀ, ਮੈਂ ਵੀ ਸਟੇਟ ਇੰਸਟੀਚਿਊਟ ਆਫ ਰੂਰਲ ਡਿਵੈਲਪਮੈਂਟ ਕਾਫੀ ਉਹਨਾਂ ਨੂੰ ਮੈਂ ਈਮੇਲ ਵੀ ਕੀਤੀ ਹੈ, ਕਾਫੀ ਫੋਨ ਵੀ ਕੀਤੇ ਉਹਨਾਂ ਦੇ, ਕਈ ਸਾਰੇ ਆਗੂ ਸੀਗੇ। ਉਹਨਾਂ ਨੇ ਗੱਲਾਂ ਤਾਂ ਬੜੀ ਵਧੀਆ ਕੀਤੀਆਂ ਫੋਨ 'ਤੇ, ਲੇਕਿਨ ਕਦੀ ਵੀ ਕੋਈ ਇਸ ਤਰ੍ਹਾਂ ਦਾ ਕੋਈ ਡਾਕੂਮੈਂਟ, ਕੋਈ ਮਟੀਰੀਅਲ ਦਿੱਤਾ ਨਹੀਂ ਜਿੱਥੇ ਕਿ ਪਤਾ ਲੱਗੇ ਕਿ ਟ੍ਰੇਨਿੰਗ ਕਿਸ ਤਰ੍ਹਾਂ ਦੀ ਹੈਗੀ ਹੈ। ਪਰਮਜੀਤ ਜੀ ਨੇ ਕਈ ਵਾਰੀ ਕੋਸ਼ਿਸ਼ ਕੀਤੀ ਹੈ ਕਿ ਸਰਪੰਚਾਂ ਨੂੰ ਜਿਹੜੇ ਆਪਣੇ ਮੋਗੇ ਦੇ ਲਾਗੇ ਹੈਗੇ ਪਿੰਡ, ਉਹਨਾਂ ਨੂੰ ਚੰਡੀਗੜ੍ਹ ਜਿਹੜਾ ਸਰਕ ਆਫਿਸ ਹੈ ਉੱਥੇ ਟ੍ਰੇਨਿੰਗ ਦੇ ਭੇਜਣ ਵਾਸਤੇ। ਬਸ ਉਹੀ ਇੱਕ ਮੁਹਿੰਮ ਹੋਈ ਹੈ ਜਿੱਥੇ ਪਤਾ ਲੱਗਿਆ ਕਿ ਕਦੀ ਸਰਪੰਚਾਂ ਨੂੰ ਥੋੜ੍ਹੀ ਜਿਹੀ ਟ੍ਰੇਨਿੰਗ ਮਿਲੀ ਹੈ, ਅਦਰਵਾਈਜ਼ ਕਦੀ ਕੁਛ ਇਸ ਤਰ੍ਹਾਂ ਡਾਕੂਮੈਂਟ ਜਾਂ ਵੈਬਸਾਈਟ ਵੀ ਇਸ ਤਰ੍ਹਾਂ ਦੀ ਕੋਈ ਹੈ ਨਹੀਂ ਜਿੱਥੇ ਕਿ ਗ੍ਰਾਮ ਸਭਾ ਬਾਰੇ ਕੋਈ ਬਹੁਤ ਜ਼ਿਆਦਾ ਦਿੱਤਾ ਗਿਆ। ਮੈਂ ਲਾਸਟ ਟਾਈਮ ਮੈਂ ਦਿਖਾ ਰਿਹਾ ਸੀਗਾ, ਇੱਕ ਕਿਤਾਬ ਹੈਗੀ ਮੇਰੇ ਕੋਲ, ਉਹ ਲੇਕਿਨ ਮੇਨਲੀ ਉਹ ਯੂਜ਼ ਹੁੰਦੀ ਹੈ ਜਦੋਂ ਅਸੀਂ PCS ਦੀ ਤਿਆਰੀ ਕਰਦੇ ਹਾਂ, ਕੋਈ ਬੱਚਾ ਤਿਆਰੀ ਕਰਦਾ ਆਪਣੇ ਪੰਜਾਬ ਸਿਵਲ ਸਰਵਿਸਿਜ਼ ਦੀ, ਤਾਂ ਹੀ ਉਹ ਯੂਜ਼ ਆਉਂਦੀ ਹੈ, ਅਦਰਵਾਈਜ਼ ਕਿਸੇ ਨੂੰ ਕੰਮ ਨਹੀਂ ਆਉਂਦੀ ਉਹ ਕਿਤਾਬ ਜਿਹਦੇ ਵਿੱਚ ਗ੍ਰਾਮ ਸਭਾ ਦੇ ਪੂਰੇ। ਹਾਂ, ਕਦੇ ਕਿਸੇ ਨਿਊਜ਼ਪੇਪਰ ਦੇ ਵਿੱਚ ਗ੍ਰਾਮ ਸਭਾ ਲਈ ਆਰਟੀਕਲ ਕਦੇ ਆ ਜਾਂਦਾ ਸਾਲ 6 ਮਹੀਨਿਆਂ ਵਿੱਚ, ਉਹ ਤਾਂ ਕੋਈ ਜਾਣਕਾਰੀ ਪ੍ਰੋਪਰਲੀ ਨਹੀਂ ਮਿਲਦੀ। ਜਾਂ ਇਹ ਵੀ ਹੋਣਾ ਚਾਹੀਦਾ ਸੀਗਾ ਜਿਸ ਤਰ੍ਹਾਂ ਕੋਈ ਪੰਚਾਇਤ ਘਰ ਨੇ ਉਹਦੇ ਵਿੱਚ ਜੇ ਤੁਸੀਂ ਜਾਮੋ ਤਾਂ ਉਹਦੇ ਉੱਤੇ ਪ੍ਰੋਪਰ ਚਾਰਟ ਬਣਿਆ ਹੋਵੇ ਵੀ ਗ੍ਰਾਮ ਸਭਾ ਇਹ ਹੈ। ਸਰਕਾਰ ਇੰਨਾ ਕੁ ਤਾਂ ਕਰ ਹੀ ਸਕਦੀ ਹੈ ਵੀ ਚਾਰਟ ਬਣਾ ਕੇ ਉੱਥੇ ਪੰਚਾਇਤ ਘਰ 'ਚ ਲਗਾਵੇ ਜਾਂ ਕੁਛ ਮੋਟੋ, ਕੁਛ ਇਸ ਤਰ੍ਹਾਂ ਦਾ ਹੈ ਨਹੀਂ। ਕਦੇ ਕਦਾਈ ਕਿਸੇ ਨਿਊਜ਼ਪੇਪਰ 'ਚ ਪੜ੍ਹਨ ਨੂੰ ਆ ਜਾਂਦਾ। ਜਾਂ ਰਮਨ ਜੀ, ਮੈਂ ਸ਼ਾਮਲ ਕਰਨਾ ਚਾਹੁੰਦਾ ਇਹ ਗੱਲ ਇੱਕ। ਹਾਂਜੀ ਭੁੱਲਰ ਸਾਹਿਬ ਤੋਂ ਪਹਿਲਾਂ ਗੱਲ ਪੂਰੀ ਕਰ ਲੈਣ, ਉਸ ਤੋਂ ਬਾਅਦ ਫਿਰ ਮੈਂ ਗੱਲ ਕਰਾਂ ਸ਼ਾਮਲ ਕਰਾਂ। ਹਾਂਜੀ ਭੁੱਲਰ ਸਾਹਿਬ ਪਲੀਜ਼ ਕੰਟੀਨਿਊ। ਨਹੀਂ ਸਰ, ਮੇਰੀ ਗੱਲ ਪੂਰੀ ਹੈ। ਮੈਂ ਇਹੀ ਦੱਸਣਾ ਚਾਹੁੰਦਾ ਸੀਗਾ ਵੀ ਮਤਲਬ ਐਵੇਂ ਦਾ ਹਲੇ ਕੋਈ ਅਵੇਅਰਨੈਸ ਨਹੀਂ ਹੈ। ਦੇਖੋ, ਮੈਂ ਬਲਾਕ ਸੰਮਤੀ ਮੈਂਬਰ ਹਾਂ। ਤੁਸੀਂ ਹੈਰਾਨ ਹੋਵੋਗੇ ਕਿ ਸੰਮਤੀ ਮੈਂਬਰ ਦੀ ਬਹੁਤੀ ਪੁੱਛਗਿੱਛ ਨਹੀਂ ਹੁੰਦੀ ਹੈ ਕੋਈ। ਦੇਖੋ, ਇੱਕ ਕਾਲਮ ਹੁੰਦਾ, ਸਰਕਾਰਾਂ ਨੂੰ ਪੂਰਾ ਕਰਨਾ ਪੈਂਦਾ। ਮੈਨੂੰ ਆਏ ਸੀਗਾ ਜਦੋਂ ਮੈਂ ਚੋਣ ਲੜੀ ਸੀ ਵੀ ਸ਼ਾਇਦ ਵੀ ਮੈਂ ਕੁਛ ਬਦਲਾਅ ਲਿਆ ਸਕਦਾ। ਮੈਂ ਗੱਲਾਂ ਚੱਕਦਾ ਉੱਥੇ ਜਾ ਕੇ ਜਾ ਸੰਮਤੀ ਦੀਆਂ ਹੁੰਦੀਆਂ ਨੇ ਤੇ ਹੁਣ, ਪਰ ਜੇ ਆਪਾਂ ਇਹਨੂੰ ਸ਼ੋਰਟਲੀ ਕਹਿ ਲਈਏ ਤਾਂ ਸਾਰਾ ਜਿਹੜਾ ਸਿਸਟਮ ਹੈ ਇਹ ਡਿਪੈਂਡ ਹੋਏਗਾ ਸਰਕਾਰ ਤੇ। ਸਰਕਾਰ ਦਾ ਹੈਗਾ ਤੁਹਾਡਾ MLA ਕਿੱਦਾਂ ਦਾ, ਤੁਹਾਡਾ ਜਿਹੜਾ MLA ਹੈਗਾ ਜੋ ਦਬੰਗ ਟਾਈਪ ਬੰਦਾ ਹੈਗਾ ਜਾਂ ਉਹ ਦੂਜੇ ਦੀ ਗੱਲ ਹੀ ਨਹੀਂ ਸੁਣਦਾ ਹੈਗਾ। ਹੁਣ ਮੈਂ ਵੀ ਆਜ਼ਾਦ ਜਿੱਤਿਆ ਸੀਗਾ, ਫਿਰ ਅਸੀਂ ਪੰਚਾਇਤ ਆਪਦੀ ਜਿਹੜੀ ਆਮ ਆਦਮੀ ਪਾਰਟੀ ਦੀ ਬਣਾਈ, ਪਰ ਸਾਨੂੰ ਤੁਸੀਂ ਹੈਰਾਨ ਹੋਵੋਗੇ, ਮੈਨੂੰ ਮੀਟਿੰਗ ਦੇ ਵਿੱਚੋਂ ਕਈ ਵਾਰ ਤਾਂ 1 ਜਾਂ 2 ਘੰਟੇ ਪਹਿਲਾਂ ਪਤਾ ਲੱਗਦਾ ਵੀ ਮੀਟਿੰਗ ਬੁਲਾ ਲੈਂਦੇ ਆ। ਮੈਂ ਚਲਿਆ ਜਾਂਦਾ, ਉੱਥੇ ਕੁਛ ਹੁੰਦਾ ਹੀ ਨਹੀਂ ਕਰਨ ਨੂੰ, ਤੇ ਸਾਈਨਾਂ ਦੱਸ ਦਿੰਦੇ ਵੀ ਆਹ ਚੀਜ਼ ਹੈ। ਮਤਲਬ ਹੈ ਕੁਛ ਨਹੀਂ, ਕਿ ਨਾਂ ਦੀਆਂ ਚੀਜ਼ਾਂ ਨੇ ਜੀ ਸਾਰੇ। ਜੇ ਤੁਸੀਂ ਹੁਣ ਅਸੀਂ ਪਿੰਡ ਦੇ ਵਿੱਚ ਆਪਣਾ ਪ੍ਰੋਪਰਲੀ ਵਰਕ ਕਰਾ ਰਹੇ ਹਾਂ, ਤੁਸੀਂ ਹੈਰਾਨ ਹੋਵੋਗੇ ਕਿ ਅਸੀਂ ਇੱਕ ਪਾਰਕ ਨਰੇਗਾ ਦੇ ਥਰੂ ਬਣਾ ਰਹੇ ਹਾਂ। ਉਹ ਪਾਰਕ ਦੇ ਵਿੱਚ ਜਦੋਂ ਅਸੀਂ ਮਤਾ ਪਾਸ ਕਰਤਾ, ਜਿਹੜੀ ਦੂਜੇ ਐਂਟੀ ਨੇ ਸਾਡੇ ਪਿੰਡ ਤੋਂ, ਕਾਂਗਰਸ, ਚਲੋ ਸਾਰੇ ਪਿੰਡਾਂ 'ਚ ਹੁੰਦੇ ਆ, ਪਰ ਉਹਨਾਂ ਦੀ ਇੱਕ ਪੋਜ਼ਿਟਿਵ ਹੋਣਾ ਚਾਹੀਦਾ ਸਾਰਿਆਂ ਨੂੰ ਪਿੰਡ ਵਾਸਤੇ। ਪਰ ਤੁਸੀਂ ਹੈਰਾਨ ਹੋਵੋਗੇ ਸੁਣ ਕੇ, ਇੱਕ ਪਾਰਕ ਬਣਾਉਣ ਦੇ ਵਾਸਤੇ ਕਿੰਨੇ ਵੀ ਤੁਸੀਂ ਨਾ ਬਣਾਓ, ਅਸੀਂ ਬਣਾਵਾਂਗੇ। ਅਸੀਂ ਕਿਹਾ ਵੀ ਜੀ ਤੁਸੀਂ ਬਣਾ ਲਓ, ਕੀ ਗੱਲ ਹੈ, ਤੇ ਬੈਠਣਾ ਤਾਂ ਲੋਕਾਂ ਨਹੀਂ ਆ। ਫਿਰ ਉਹਦੇ ਵਿੱਚ ਕਦੇ BDO ਦਫ਼ਤਰ, MLA ਉਹਦਾਂ ਦੇ PA ਵਗੈਰਾ ਉਹ ਵਿੱਚ ਹੀ ਰੁਕਿਆ ਪਿਆ ਕੰਮ ਸਾਡਾ। ਇਹ ਬਹੁਤ ਕੰਮ ਦੀ ਪਿੰਡ 'ਚ ਕੋਈ ਸਾਨੂੰ ਇੱਕ ਖੋਟਾ ਪੈਸਾ ਪੰਜਾਬ ਸਰਕਾਰ ਵੱਲੋਂ ਨਹੀਂ ਆਇਆ। ਦੇਖੋ, ਮੈਂ ਉੱਧਰ ਨਹੀਂ ਜਾਣਾ ਚਾਹੁੰਦਾ, ਅੱਜ ਗ੍ਰਾਮ ਸਭਾ ਦਾ ਇਜਲਾਸ ਆ, ਗੱਲਾਂ ਪਰ ਇਹ ਸਾਨੂੰ ਇੱਕ ਖੋਟਾ ਪੈਸਾ ਪੰਜਾਬ ਸਰਕਾਰ ਵੱਲੋਂ ਨਹੀਂ ਆਇਆ। ਕੁਛ ਕਹਿਣ ਨੂੰ ਕੁਛ ਕਹੀ ਜਾਵੇ ਕੋਈ, ਤੇ ਜਿਹੜਾ ਸਾਡਾ 14ਵਾਂ ਵਿੱਤ ਕਮਿਸ਼ਨ ਜਾਂ 15ਵਾਂ ਵਿੱਤ ਕਮਿਸ਼ਨ, ਉਸ ਰਾਹੀਂ ਜਾਂ ਮਾੜੀ ਮੋਟੀ ਜਿਹੜੀ 2-4 ਕਿੱਲੇ ਪੈਲੀ ਆ ਉਹਦੇ ਕੰਮ ਨਾਲ ਹੀ। ਬਿਲਕੁਲ ਭੁੱਲਰ ਸਾਹਿਬ, ਮੈਂ ਤੁਹਾਡੇ ਤੋਂ ਫਿਰ ਦੁਬਾਰਾ ਆਊਂਗਾ ਇੱਥੇ। ਨਵਦੀਪ ਜੀ, ਤੁਸੀਂ ਕੁਛ ਕਹਿਣਾ ਚਾਹੁੰਦੇ ਜੀ? ਮੈਨੂੰ ਕਹਿ ਰਹੇ ਜੀ? ਹਾਂਜੀ ਨਵਦੀਪ ਜੀ। ਅੱਛਾ, ਮੈਂ ਇਹ ਗੱਲ ਕਹਿ ਰਿਹਾ ਸੀ, ਜਿਹੜੀ ਗੱਲ ਭੁੱਲਰ ਸਾਹਿਬ ਨੇ ਗੱਲ ਕਹੀ, ਜਿੰਨੇ ਸਾਡੇ ਵੱਡੀ ਗਿਣਤੀ 'ਚ ਮੈਂ ਪੰਜਾਬ ਦੇ ਸਾਰੇ ਰੀਜਨ ਜਿਹੜੇ ਮਾਝਾ, ਮਾਲਵਾ, ਦੁਆਬਾ ਤੇ ਪੁਆਧ, ਇਹਨਾਂ ਸਾਰੇ ਜ਼ਿਲ੍ਹਿਆਂ 'ਚ ਟ੍ਰੇਨਿੰਗ ਦਿੱਤੀ, ਤੇ ਮੈਨੂੰ ਮਹਿਕਮਾ ਵੀ ਚੰਗੀ ਤਰ੍ਹਾਂ ਜਾਣਦਾ ਤੇ ਲੋਕ ਵੀ ਚੰਗੀ ਤਰ੍ਹਾਂ ਜਾਣਦੇ ਕਿ ਇਸ ਅਟੈਂਸ਼ਨ ਨਾਲ ਮੈਂ ਟ੍ਰੇਨਿੰਗ ਦਿੱਤੀ ਹੈ। 5 ਦਿਨ ਦੀ ਟ੍ਰੇਨਿੰਗ ਵੀ ਸੀ ਗ੍ਰਾਮ ਸਭਾ ਦੀ, 2 ਦਿਨ ਦੀ ਵੀ ਸੀ, 4 ਦਿਨ ਦੀ ਵੀ ਟ੍ਰੇਨਿੰਗ ਸੀ ਗ੍ਰਾਮ ਸਭਾ ਦੀ। ਅਸਲ 'ਚ ਜਿੱਦਾਂ ਹੁਣ ਭੁੱਲਰ ਸਾਹਿਬ ਨੇ ਗੱਲ ਕੀਤੀ, ਇਹ ਸਾਡੀ ਇੱਕ ਮਾਨਸਿਕਤਾ ਬਣ ਚੁੱਕੀ ਹੈ ਵੀ ਅਸੀਂ ਖੁਦ ਵੀ ਨਹੀਂ ਪੜ੍ਹਦੇ। ਜਿਹੜੇ ਸਰਪੰਚ ਪੰਚ ਨੇ, ਇਹ ਕਿਸ ਤਰ੍ਹਾਂ ਚੁਣੇ ਜਾਂਦੇ ਨੇ? ਮੈਂ ਜਿਵੇਂ ਦੱਸਿਆ ਵੀ ਭਾਈਚਾਰਕ ਐਂਗਲ ਤੋਂ, ਜਿਹੜਾ ਪਿੰਡ 'ਚ ਕੋਈ ਅਮੀਰ ਬੰਦਾ
ਜਾਂ ਜਿਹਦਾ ਕਿਸੇ ਸਿਆਸੀ ਬੰਦੇ ਨਾਲ ਜਿਹਦਾ ਅਸਰ ਸੁੱਖ ਜ਼ਿਆਦਾ ਹੈ, ਜਾਂ ਜਿਹੜਾ ਬੰਦਾ ਕੋਈ ਜੇ ਕੋਈ ਰਿਜ਼ਰਵ ਕੈਟਾਗਰੀ ਦਾ ਪਿੰਡ ਹੋ ਗਿਆ ਅਤੇ ਉਹ ਜਦੋਂ ਸਰਪੰਚ ਚੁਣਨਾ ਤਾਂ ਉਹ ਜਿਹੜਾ ਪਿੰਡ ਦਾ ਅਸਰ ਸੁੱਖ ਜਾਂ ਸਿਆਸੀ ਜਿਹਦਾ ਪ੍ਰਭਾਵ ਜ਼ਿਆਦਾ ਉਹਦਾ ਕੋਈ ਸੀਰੀ ਹੋ ਗਿਆ, ਜਾਂ ਉਹਦਾ ਕੋਈ ਯਾਰ ਦੋਸਤ ਹੋ ਗਿਆ, ਜਾਂ ਉਹਦਾ ਕੋਈ ਪਾਰਟੀ ਮੈਂਬਰ ਹੋ ਗਿਆ, ਉਸੇ ਨੂੰ ਸਰਪੰਚ ਬਣਾ ਲੈਂਦੇ ਲੋਕ। ਤੇ ਜਿਹੜੀ ਜਾਗਰੂਕਤਾ ਦੀ ਘਾਟ ਕਾਰਨ ਇਹ ਹੈ ਵੀ ਜਦੋਂ ਪਿੰਡਾਂ 'ਚ ਗਿਆ, ਮੇਰੇ ਕੋਲ ਵੀਡੀਓ ਵੀ ਪਈਆਂ ਨੇ, ਮੈਂ ਪਿੰਡਾਂ ਦਾ ਨਾਂ ਵੀ ਲੈ ਸਕਦਾ, ਵਿਅਕਤੀਆਂ ਦਾ ਨਾਂ ਵੀ ਲੈ ਸਕਦਾ। ਇਹਦੇ ਵਿੱਚ ਇੱਕ ਵੀ ਸਿਆਸੀ ਪਾਰਟੀ ਇਹਦੇ ਤੋਂ ਬਰੀ ਨਹੀਂ ਹੈ, ਚਾਹੇ ਕਮਿਊਨਿਸਟ ਆ, ਚਾਹੇ ਆਮ ਆਦਮੀ ਪਾਰਟੀ ਆ, ਚਾਹੇ ਬਸਪਾ ਆ, ਚਾਹੇ ਉਹ ਅਕਾਲੀ ਦਲ ਆ, ਚਾਹੇ ਕਾਂਗਰਸ ਆ, ਭਾਜਪਾ, ਚਾਹੇ ਉਹ ਖਹਿਰਾ ਆ, ਅਤੇ ਚਾਹੇ ਉਹ ਸਿਮਰਜੀਤ ਬੈਂਸ ਆ, ਚਾਹੇ ਕੋਈ ਵੀ ਵਿਅਕਤੀ ਨਹੀਂ। ਇੱਥੋਂ ਤੱਕ ਕਿ ਮੈਂ ਇੱਕ ਵਿਅਕਤੀ ਦਾ ਨਾਂ ਲੈ ਦਿੰਦਾ, ਔਨ ਦੀ ਰਿਕਾਰਡ ਹੈ ਗੱਲ, ਸੁਖਦੇਵ ਸਿੰਘ ਚੱਕਾ ਹੈ, ਜਿਹੜਾ ਸਿਮਰਜੀਤ ਬੈਂਸ ਦੀ ਪਾਰਟੀ ਵੱਲੋਂ MLA ਦੀ ਇਲੈਕਸ਼ਨ ਲੜੀ ਜਿਨ੍ਹਾਂ ਨੇ। ਉਹਨਾਂ ਦੇ ਪਿੰਡ ਦੇ ਵਿੱਚ 2012 'ਚ ਹੈ ਜੀ, 12 ਔਰ 13 ਦੇ ਐਂਡ ਵਿੱਚ ਲੁਧਿਆਣੇ ਜ਼ਿਲ੍ਹੇ ਦੇ ਬਲਾਕ ਪਿੰਡ ਦੇ ਵਿੱਚ ਰੰਧਾਵਾ ਸਰ ਸੀਗੇ, ਇੱਥੇ ਬਲਾਕ 1 ਦੇ ਵਿੱਚ BDPO। ਉਹ ਪਿੰਡ ਅਸੀਂ ਸਿਲੈਕਟ ਕੀਤਾ ਗ੍ਰਾਮ ਸਭਾ ਦੀ ਟ੍ਰੇਨਿੰਗ ਵਾਸਤੇ, ਸਭ ਕੁਛ ਫਾਈਨਲ ਹੋ ਗਿਆ। ਸਵੇਰੇ ਮੈਨੂੰ ਕਾਲ ਆਉਂਦੀ ਉਹਨਾਂ ਦੀ ਕਿ ਮੈਂ ਬਿਮਾਰ ਹਾਂ ਅਤੇ ਤੁਸੀਂ ਇਸ ਕਰਕੇ ਮੈਂ ਤਾਂ DMC ਚੱਲਿਆ ਅਤੇ ਤੁਸੀਂ ਕੋਈ ਹੋਰ ਪਿੰਡ ਦਾ ਪ੍ਰਬੰਧ ਕਰ ਲਓ, ਮੈਂ ਤੁਹਾਨੂੰ ਸਮਾਂ ਨਹੀਂ ਦੇ ਸਕਦਾ। ਮੈਂ ਉਹਨਾਂ ਨੂੰ ਕਿਹਾ ਵੀ ਸਾਨੂੰ ਤਾਂ ਤੁਹਾਡੀ ਜ਼ਰੂਰਤ ਹੀ ਨਹੀਂ ਹੈ, ਸਾਨੂੰ ਤਾਂ ਗ੍ਰਾਮ ਸਭਾ ਦੇ ਮੈਂਬਰਾਂ ਦੀ ਜ਼ਰੂਰਤ ਹੈ, ਅਸੀਂ ਉਹਨਾਂ ਨੂੰ ਦੱਸਣਾ। ਹੁਣ ਇਹੋ ਜਿਹੇ ਲੋਕ ਜਦੋਂ MLA ਬਣ ਗਏ, MP ਬਣ ਗਏ, ਉਹ ਲੋਕਾਂ ਨੂੰ ਕਿੱਥੇ ਦੱਸਣਗੇ? ਬੰਦੀ ਜੀ ਮੈਂ ਇੱਕ ਮਿੰਟ ਪੂਰੀ, ਜਿਹੜੇ ਸਾਡੇ ਇਸ ਤਰ੍ਹਾਂ ਜਿਹੜੇ ਬਲਾਕ ਸੰਮਤੀ ਮੈਂਬਰ ਨੇ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਨੇ, ਕਿਸੇ ਨਾ ਕਿਸੇ ਸਿਆਸੀ ਪਾਰਟੀ ਨਾਲ ਜੁੜੇ ਹੋਏ ਨੇ। ਅੱਜ ਜੋ ਸਾਡਾ ਸਮਾਜ ਜਿੱਥੇ ਖੜਾ ਹੈ, 92 ਦੇ ਵਿੱਚ ਜਦੋਂ ਪੰਚਾਇਤ ਐਕਟ ਬਣਾਇਆ ਸੀ, ਇਕੱਲੀ ਗ੍ਰਾਮ ਸਭਾ ਨੂੰ ਜਦੋਂ ਕਾਨੂੰਨੀ ਮਾਨਤਾ ਦਿੱਤੀ ਸੀ, ਉਹਦਾ ਬੜਾ ਵਿਸਥਾਰ ਸੀਗਾ। ਬਹੁਤ ਥੋੜ੍ਹੇ ਸਮੇਂ ਵਿੱਚ ਗੱਲ ਨਹੀਂ ਕਰ ਸਕਦੇ। ਮੈਂ 5 ਦਿਨਾਂ ਦੀ ਘੱਟੋ ਘੱਟ ਸਾਡੀ ਟ੍ਰੇਨਿੰਗ ਹੁੰਦੀ, ਜਿਹਦੇ ਵਿੱਚ ਸਰਕਾਰ ਵੱਲੋਂ ਪ੍ਰਬੰਧ ਕੀਤਾ ਗਿਆ 37 ਕਰੋੜ ਰੁਪਈਆ ਟ੍ਰੇਨਿੰਗਾਂ ਵਾਸਤੇ ਆਇਆ। ਪਰ ਸਾਡੇ ਉਸ ਸਮੇਂ ਦੇ ਮੁੱਖ ਮੰਤਰੀ ਜਿਹੜੇ ਸੀਗੇ 2014 ਵਿੱਚ ਜਦੋਂ ਤਲਵੰਡੀ ਸਾਬੋ ਜਿਮਨੀ ਚੋਣ ਹੋਈ ਹੈ, ਉਹ ਪੈਸਾ ਉਹਨਾਂ ਨੇ ਉਸ ਇਲੈਕਸ਼ਨ 'ਚ ਵੰਡ ਦਿੱਤਾ ਆਪਦੇ ਸੰਗਤ ਦਰਸ਼ਨ ਦੇ ਵਿੱਚ। ਆਨ ਦਾ ਰਿਕਾਰਡ ਪਿਆ ਸਾਰਾ ਕੁਛ ਇਹ। ਸੋ ਕਹਿਣ ਤੋਂ ਭਾਵ ਇਹ ਹੈ ਵੀ ਇਹ ਗ੍ਰਾਮ ਸਭਾ ਜਿਹੜੀ ਹੈ, ਜਦੋਂ ਅਸੀਂ ਗ੍ਰਾਮ ਸਭਾ ਦੱਸਣ ਜਾਂਦੇ ਲੋਕਾਂ ਨੂੰ, ਇਹ ਜੜ੍ਹ ਹੈ। ਬਿਲਕੁਲ ਜੜ੍ਹ ਇਸ ਸਮਾਜ ਦੀ ਜੜ੍ਹ ਹੈ, ਪਿੰਡ ਦੀ ਜੜ੍ਹ ਹੈ। ਅਤੇ ਜੜ੍ਹ ਨੂੰ ਜਦੋਂ ਤੁਸੀਂ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰੋਗੇ, ਉਦੋਂ ਜਿਹੜੇ ਆਲੇ ਦੁਆਲੇ ਲੋਕ ਉੱਥੇ ਬੈਠੇ ਨੇ, ਉਹਨਾਂ ਨੂੰ ਤਕਲੀਫ ਤਾਂ ਸਮੱਸਿਆ ਤਾਂ ਹੋਏਗੀ। ਔਰ ਇੰਨਾ ਇਨੀਸ਼ੀਏਟਿਵ ਕੋਈ ਵੀ ਵਿਅਕਤੀ ਨਹੀਂ ਲੈਂਦਾ, ਕਿਉਂਕਿ ਮੈਂ ਟ੍ਰੇਨਿੰਗ ਜਾਂਦਾ ਰਿਹਾ। ਮੌਜੂਦਾ MLA ਵੀ, MP ਵੀ, ਸਰਪੰਚ ਸਾਹਿਬ ਤਾਂ ਚਲੋ ਮਿਲਦੇ ਸੀਗੇ, ਬਲਾਕ ਸੰਮਤੀ ਮੈਂਬਰ ਸਾਹਿਬ ਵੀ ਮਿਲਦੇ ਸੀ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸਾਹਿਬ ਵੀ ਮਿਲਦੇ, ਚੇਅਰਮੈਨ ਸਾਹਿਬ ਵੀ ਮਿਲਦੇ ਸੀ। ਇਹ ਤੁਹਾਡੇ ਨਾਲ ਸ਼ਾਇਦ ਮੇਰੀ ਪਹਿਲਾਂ ਵੀ ਗੱਲ ਹੋਈ ਸੀ। ਗਰਾਊਂਡ ਲੈਵਲ 'ਤੇ ਕੰਮ ਕਰਨ ਵਾਲਾ ਕੰਮ ਆ ਇਹ। ਗਰਾਊਂਡ ਲੈਵਲ 'ਤੇ ਕੰਮ ਕਰਨ ਲਈ ਉਹਨਾਂ ਪੰਚਾਇਤਾਂ 'ਤੇ ਕੰਮ ਕਰਨ ਦੀ ਲੋੜ ਆ ਜਿੱਥੋਂ ਦੇ ਸਰਪੰਚ ਇਨੀਸ਼ੀਏਟਿਵ ਲੈਂਦੇ ਨੇ, ਜਿੱਥੋਂ ਦੇ ਸਰਪੰਚ ਕੋਸ਼ਿਸ਼ ਕਰਨਾ ਚਾਹੁੰਦੇ ਨੇ ਕਿ ਮੇਰਾ ਪਿੰਡ ਜਾਂ ਮੇਰਾ ਸਮਾਜ ਜਾਂ ਮੇਰੇ ਲੋਕ ਡਿਵੈਲਪ ਹੋਣ। ਫਿਰ ਹੀ ਫਾਇਦਾ। ਜਿੱਥੇ ਵਿਰੋਧੀ ਆ ਉੱਥੇ ਤਾਂ ਜਾ ਕੇ ਕਲੇਸ਼ ਪੈਂਦਾ। ਬੰਬਈਆ ਭਾਈ ਪਿੰਡ ਦੇ ਵਿੱਚ ਟ੍ਰੇਨਿੰਗ ਆ, ਬਾਘਾ ਪੁਰਾਣਾ ਬਲਾਕ ਦੇ ਵਿੱਚ, ਉੱਥੋਂ ਦੇ ਤਾਂ ਮਤਲਬ ਸਮਾਂ ਤੇ ਪੈਸੇ ਖਰਾਬ ਹੋਇਆ, ਸਰਕਾਰ ਦਾ ਪੈਸਾ ਵੀ ਖਰਾਬ ਹੋਇਆ, ਸਾਡਾ ਵੀ, ਸਾਨੂੰ ਟੈਨਸ਼ਨਾਂ ਵੱਖਰੀਆਂ ਆਈਆਂ। ਇਹ ਇਸ ਤਰ੍ਹਾਂ ਦੀਆਂ ਸਮੱਸਿਆ ਤਾਂ ਉਹ ਹੈਗੀਆਂ ਨੇ, ਕਿਉਂਕਿ ਜਿਹੜੇ ਪੋਲੀਟੀਕਲ ਪਾਰਟੀਆਂ ਬੈਠੀਆਂ ਨੇ। ਮੈਂ ਇੱਕ ਸਵਾਲ ਪੁੱਛਦਾ, ਮੈਂ ਸਮਝ ਗਿਆ ਤੁਹਾਡਾ ਜਿਹੜਾ ਸਾਥ ਹੈਗਾ, ਮੈਨੂੰ ਬਿਲਕੁਲ ਸਮਝ ਗਿਆ। ਮੈਂ 2 ਸਵਾਲ ਹੈਗੇ ਮੇਰੇ। ਇੱਕ ਤਾਂ ਮੈਨੂੰ ਲੱਗਦਾ ਹੈ ਕਿ 2 ਚੀਜ਼ਾਂ ਹੈਗੀਆਂ ਜਿਹੜੀ ਚੇਂਜ ਲਿਆ ਸਕਦੇ। ਇੱਕ ਤਾਂ ਹੈਗਾ ਕਿ ਬੰਦੇ ਵਿੱਚ ਆਪਣਾ ਇੱਕ ਜੋਸ਼ ਹੋਵੇ, ਇੱਕ ਜਿਹੜਾ ਵਸੀਲਾ, ਇੱਕ ਵਸਿੰਦਾ ਹੈਗਾ ਪਿੰਡ ਦਾ। ਇੱਕ ਤਾਂ ਉਹ ਸਮਝੇਗੀ ਕਿ ਗ੍ਰਾਮ ਸਭਾ ਕੀ ਹੈ, ਇੱਕ ਤਾਂ ਉਹਦੇ ਵਿੱਚ ਮੋਟੀਵੇਸ਼ਨ ਹੋਣਾ ਚਾਹੀਦਾ। ਸੈਕਿੰਡ ਹੈ ਕਿ ਜਿਹੜਾ ਪੋਲੀਟੀਸ਼ੀਅਨ ਹੈ, ਉਹ ਭੁੱਲਰ ਸਾਹਿਬ ਦੀ ਗੱਲ ਤੋਂ ਵੀ ਮੈਨੂੰ ਇਹ ਲੱਗਿਆ ਕਿ ਜਿਹੜਾ ਪੋਲੀਟੀਸ਼ੀਅਨ ਹੈ ਉਹ ਚੇਂਜ ਲਿਆ ਸਕਦਾ, ਕਿ ਜੇ ਉਹਦੇ ਵਿੱਚ ਜਜ਼ਬਾ ਹੋਵੇ, ਜੇ ਉਹਨੂੰ ਚੇਂਜ ਲਿਆਉਣ ਦਾ ਇੱਕ ਮੋਟੀਵੇਸ਼ਨ ਹੋਵੇ, ਤੇ ਆਪਣੇ ਪਿੰਡ ਵਿੱਚ ਉਹ ਗ੍ਰਾਮ ਸਭਾ ਦੀ ਅਵੇਅਰਨੈਸ ਲਿਆ ਸਕਦਾ। ਮੇਰਾ ਕੁਐਸਚਨ ਇਹ ਹੈ ਕਿ ਹੁਣ ਨਹੀਂ ਸਿਆਸੀ ਪਾਰਟੀ ਜਿਵੇਂ ਆਮ ਆਦਮੀ ਪਾਰਟੀ ਫੋਰ ਐਗਜ਼ਾਮਪਲ, ਠੀਕ ਹੈ, ਅਸੀਂ ਵੀ ਕਿਸੇ ਇੱਕ ਥਾਂ 'ਤੇ ਉਹਨੂੰ ਸਪੋਰਟ ਕੀਤਾ ਸੀ। ਹੁਣ ਕੋਈ ਰੰਜਿਸ਼ ਨਹੀਂ ਹੈ, ਕੋਈ ਇਸ ਤਰ੍ਹਾਂ ਦੀ ਗੱਲ ਨਹੀਂ। ਲੇਕਿਨ ਕੁਐਸਚਨ ਇਹ ਹੈ ਕਿ ਹੁਣ 22 MLA ਉਹਨਾਂ ਦੇ ਬਣੇ ਹੋਏ ਨੇ, ਅਤੇ ਉਹ 22 MLA ਨੇ ਕਿਉਂ ਇਨੀਸ਼ੀਏਟਿਵ ਇਸ ਤਰ੍ਹਾਂ ਦਾ ਨਹੀਂ ਲਿਆ? ਕੋਈ ਐਗਜ਼ਾਮਪਲ ਸੈੱਟ ਨਹੀਂ ਕੀਤਾ। 22 'ਚੋਂ ਕਿਸੇ ਇੱਕ ਨੇ ਵੀ ਐਗਜ਼ਾਮਪਲ ਸੈੱਟ ਨਹੀਂ ਕੀਤਾ ਜਿੱਥੇ ਉਹਨਾਂ ਨੇ ਆਪਣੀ ਗ੍ਰਾਮ ਸਭਾ ਦੀ ਅਵੇਅਰਨੈਸ ਬੁਲਾਈ ਹੈ। ਹੁਣ ਗ੍ਰਾਮ ਸਭਾ ਦਾ ਚੇਤਾ ਜਿਵੇਂ ਹੁਣ ਭਗਵੰਤ ਮਾਨ ਜੀ ਦਾ ਆਇਆ, ਮੈਂ ਸ਼ੁਕਰਗੁਜ਼ਾਰ ਹਾਂ ਕਿ ਭਗਵੰਤ ਮਾਨ ਜੀ ਨੇ ਇੱਕ ਜ਼ਿਕਰ ਵੀ ਕੀਤਾ ਗ੍ਰਾਮ ਸਭਾ ਦੇ ਰਾਹੀਂ ਅਸੀਂ ਮਤਾ ਪਾ ਸਕਦੇ ਹਾਂ, ਕਿਉਂਕਿ ਅਦਰਵਾਈਜ਼ ਲੋਕਾਂ ਨੂੰ ਸੁਚੇਤ ਹੀ ਨਹੀਂ ਸੀਗੇ
ਕਈ ਸਾਰੇ ਮੀਡੀਆ ਵਾਲੋਂ ਨੂੰ ਵੀ ਨਹੀਂ ਪਤਾ ਸੀਗਾ ਕਿ ਮੈਂ ਤਾਂ ਹੈਰਾਨ ਹਾਂ, ਜਿਵੇਂ ਗੁਰਪ੍ਰੀਤ ਸਿੰਘਾਵਾਲੀਆ ਹੈਗੇ ਜਾਂ ਜਤਿੰਦਰ ਪੰਨੂ, ਬੜੇ ਵਧੀਆ ਜਿਹੜੇ ਸੂਝਵਾਨ ਇੱਕ ਉਹ ਹੈਗੇ ਆਪਣੇ ਜਰਨਲਿਸਟ ਹੈਗੇ, ਉਹਨਾਂ ਨੂੰ ਵੀ ਨਹੀਂ ਪਤਾ ਸੀਗਾ ਕਿ ਗ੍ਰਾਮ ਸਭਾ ਦੇ ਬਾਰੇ ਜ਼ਿਆਦਾ ਨਹੀਂ ਪਤਾ ਸੀਗਾ ਜਦ ਤੱਕ ਕਿ ਭਗਵੰਤ ਮਾਨ ਨੇ ਗੱਲ ਨਹੀਂ ਛੇੜੀ। ਤੇ ਮੇਰਾ ਕੁਐਸਚਨ ਤੁਹਾਨੂੰ ਇਹ ਹੈ ਹਰਦੀਪ ਜੀ ਕਿ ਜਿਹੜੇ ਇਹ 22 MLA ਆਮ ਆਦਮੀ ਪਾਰਟੀ, ਕਿਉਂਕਿ ਇਹ ਨਵੀਂ ਸੋਚ ਲੈ ਕੇ ਆਏ ਨਵੀਂ, ਇਹਨਾਂ ਨੇ ਕਿਉਂ ਨਹੀਂ ਇਨੀਸ਼ੀਏਟਿਵ ਲਿੱਤਾ ਕਿ ਆਪਣੇ ਕਿਸੇ ਪਿੰਡ ਵਿੱਚ ਗ੍ਰਾਮ ਸਭਾ ਦੀ ਪ੍ਰਮੋਸ਼ਨ ਕਰੀਏ, ਲੋਕਾਂ ਨੂੰ ਸੁਚੇਤ ਕਰੀਏ ਕਿ ਗ੍ਰਾਮ ਸਭਾ ਰਾਹੀਂ ਕਿਵੇਂ ਉਹਨੂੰ ਹਾਰ ਬਦਲ ਸਕਦੇ ਹਾਂ ਆਪਾਂ? ਪਹਿਲੀ ਗੱਲ ਇਹ ਲਈ ਬਹੁਤ ਸਾਰੇ ਐਂਗਲ ਨੇ, ਸਮਝਣ ਦੀ ਲੋੜ ਆ। ਪਹਿਲੀ ਗੱਲ ਤਾਂ ਮੈਂ ਆਪਣੇ ਵੱਲ ਦੱਸਦੇ ਹਾਂ, ਮੈਂ ਕਿਸੇ ਵੀ ਸਿਆਸੀ ਪਾਰਟੀ ਦਾ ਨਾ ਸਮਰਥਕ ਨਾ ਵਿਰੋਧੀ ਹਾਂ। ਮੈਂ ਸਮਰਥਕ ਹਾਂ ਸਮਾਜ ਦਾ, ਉਹ ਸਮਾਜ ਦਾ ਜਿਸ ਸਮਾਜ ਨੂੰ ਗੁਰੂ ਨਾਨਕ ਸਾਹਿਬ ਨੇ, ਹਜ਼ਰਤ ਮੁਹੰਮਦ ਸਾਹਿਬ ਨੇ, ਜੇ ਸਾਡੇ ਵੇਦਾਂ ਦੇ ਵਿੱਚ ਜੋ ਸਾਨੂੰ ਗਿਆਨ ਮਿਲਦਾ ਹੈ, ਉਹ ਸਮਾਜ ਨੂੰ ਵਿਕਾਸ ਕਰਨ ਦੇ ਲਈ ਜੇ ਸਾਨੂੰ ਗਿਆਨ ਦਿੱਤਾ, ਮੈਂ ਉਸ ਗਿਆਨ ਦਾ, ਉਸ ਲਹਿਰ ਦਾ, ਉਸ ਪਰੰਪਰਾ ਦਾ ਸਮਰਥਕ ਆ। ਸਿਆਸੀ ਪਾਰਟੀਆਂ ਆਉਂਦੀਆਂ ਨੇ ਜਾਂਦੀਆਂ ਨੇ, ਜਿੰਨੀ ਕੁ ਉਮਰ ਹੈ, ਬਹੁਤ ਜ਼ਿਆਦਾ ਉਮਰ ਨਹੀਂ ਹੈ, ਛੋਟੀ ਉਮਰ ਦੇ ਵਿੱਚ ਦੇਖਿਆ ਸੈਂਟਰ ਸਰਕਾਰਾਂ ਤੋਂ ਲੈ ਕੇ ਸੂਬਾ ਸਰਕਾਰਾਂ, ਪਿੰਡ ਦੇ ਸਰਪੰਚ ਆਉਂਦੇ ਰਹੇ ਜਾਂਦੇ ਰਹੇ ਬਦਲਦੇ ਰਹੇ, ਪਰ ਗਿਆਨ ਦਾ ਜਿਹੜਾ ਪ੍ਰਵਾਹ ਹੈ, ਸਮਾਜ ਦਾ ਵਿਕਾਸ ਹੈ, ਨਿਰੰਤਰ ਚੱਲਦਾ। ਹੁਣ ਗੱਲ ਆ ਗਈ ਇਸ ਗੱਲ ਦੇ ਉੱਤੇ ਵੀ ਆਮ ਆਦਮੀ ਪਾਰਟੀ ਨੇ ਕਿਉਂ ਨਹੀਂ ਕੀਤਾ। ਬੇਸਿਕਲੀ ਤਾਂ ਜਵਾਬ ਉਹ ਆਮ ਆਦਮੀ ਪਾਰਟੀ ਹੀ ਦੇ ਸਕਦੇ ਆ, ਪਰ ਇੱਕ ਸਮਾਜਿਕ ਐਕਟੀਵਿਸਟ ਹੋਣ ਦੇ ਨਾਤੇ ਜਾਂ ਸਮਾਜਿਕ ਚਿੰਤਕ ਹੋਣ ਦੇ ਨਾਤੇ ਜੋ ਮੈਂ ਦੇਖਿਆ, ਆਮ ਆਦਮੀ ਪਾਰਟੀ ਦਾ ਜੇ ਕੋਈ ਸਪੋਰਟਰ ਇੱਥੇ ਸੁਣ ਰਿਹਾ ਜਾਂ ਉਹਦਾ ਕੋਈ ਸਮਰਥਕ ਸੁਣ ਰਿਹਾ ਜਾਂ ਉਹਦੇ ਵਿਰੋਧੀ ਸੁਣ ਰਿਹਾ, ਉਹਨੂੰ ਸੁਣ ਕੇ ਖੁਸ਼ ਜਾਂ ਦੁਖੀ ਨਾ ਹੋਵੇ। ਸਾਡੇ ਸਮਾਜ ਦੇ ਉੱਤੇ ਬਹੁਤ ਵੱਡਾ ਕਲੰਕ ਬਣ ਕੇ ਆਈ। ਕਲੰਕ ਬਣ ਕੇ ਇਸ ਕਰਕੇ ਆਈ ਕਿ ਉਹਨੇ ਜੋ ਪਹਿਲਾ ਨਾਅਰਾ ਦਿੱਤਾ ਉਹ ਸਵਰਾਜ ਦਾ ਨਾਅਰਾ ਦਿੱਤਾ। ਇੱਕ ਕਿਤਾਬ ਛਾਪੀ ਉਹਨਾਂ ਨੇ, ਕੇਜਰੀਵਾਲ ਸਾਹਿਬ ਜੋ ਉਹਨਾਂ ਦੇ ਮੁੱਖ ਲੀਡਰ ਨੇ, ਵੀ ਇਹ ਸਵਰਾਜ ਹੀ ਕਿਤਾਬ ਸਾਡਾ ਜਿਹੜਾ ਹੈਗਾ ਆ ਸੰਵਿਧਾਨ ਆ, ਸਾਡਾ ਹੀ ਮੈਨੀਫੈਸਟੋ ਆ, ਇਹੀ ਸਾਡੀ ਪਾਰਟੀ ਹੈ। ਸਵਰਾਜ ਦਾ ਮਤਲਬ ਹੀ ਗ੍ਰਾਮ ਸਭਾ, ਸਵਰਾਜ ਦੀ ਛੋਹ ਦੀ ਹੀ ਗ੍ਰਾਮ ਸਭਾ ਤੋਂ ਹੁੰਦੀ ਹੈ, ਕਿਉਂਕਿ ਜਿਹੜਾ ਪੋਲੀਟੀਕਲ ਪਾਰਟੀ ਦੇ ਵਿੱਚ ਜਿਹੜਾ ਵੋਟਰ ਆ ਉਹੀ ਨੇਤਾ ਨੂੰ ਪਿੰਡ ਲੈਵਲ ਦਾ ਚਾਹੇ ਉਹ ਸੈਂਟਰ ਲੈਵਲ ਦਾ ਚੁਣਦਾ, ਤੇ ਗ੍ਰਾਮ ਸਭਾ ਦਾ ਮੈਂਬਰ ਵੀ ਉਹੀ ਹੁੰਦਾ। ਬਸ ਹਰਜੀਤ ਜੀ ਸੌਰੀ, ਮੈਂ ਤੁਹਾਨੂੰ ਇੱਥੇ ਉਹ ਸਵਰਾਜ ਜਿਹੜਾ ਹੈ ਨਾ, ਉਹ ਅਸੈਂਬਲੀ ਇਲੈਕਸ਼ਨ ਵਾਸਤੇ ਉਹ ਬੁੱਕ ਕੱਢੀ ਗਈ ਸੀਗੀ। ਅਸੀਂ ਗ੍ਰਾਮ ਸਭਾ ਲੈਵਲ ਤੇ ਕਰ ਰਹੇ ਹਾਂ। ਗ੍ਰਾਮ ਸਭਾ ਦੀ ਜਿਹੜੀ ਪਾਵਰ ਹੈ ਉਹ ਡਿਫਰੈਂਟ ਹੈ ਅਸੈਂਬਲੀ ਨਾਲ। ਮੈਂ ਗ੍ਰਾਮ ਸਭਾ ਦੀ ਗੱਲ ਕਰ ਰਿਹਾ ਜੀ, ਉੱਥੇ ਗੱਲ ਕਰ ਰਿਹਾ ਮੈਂ। ਗ੍ਰਾਮ ਸਭਾ ਦਾ ਮੈਂਬਰ ਹੀ ਜਿਹੜਾ ਹੈਗਾ ਵੋਟਰ ਹੈ, ਮਤਲਬ ਗ੍ਰਾਮ ਸਭਾ ਦੇ ਐਕਟ ਦੇ ਵਿੱਚ ਇਹ ਵੀ ਜਿਹਦਾ ਵੋਟਰ ਲਿਸਟ 'ਚ ਨਾ ਆ ਉਹ ਗ੍ਰਾਮ ਸਭਾ ਦਾ ਮੈਂਬਰ ਆ। ਤੇ ਗ੍ਰਾਮ ਸਭਾ ਦਾ ਮੈਂਬਰ ਹੀ ਸਰਪੰਚ ਚੁਣਦਾ, ਉਹੀ ਮੈਂਬਰ ਚੁਣਦਾ, ਉਹੀ ਬਲਾਕ ਸਮਿਤੀ ਮੈਂਬਰ ਚੁਣਦਾ, ਉਹੀ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਚੁਣਦਾ, ਉਹੀ MLA ਨੂੰ ਵੋਟ ਪਾਉਂਦਾ, ਉਹੀ ਲੋਕ ਸਭਾ ਮੈਂਬਰ ਨੂੰ ਵੋਟ ਪਾਉਂਦਾ। ਕਲੀਅਰ ਜੀ? ਤੇ ਉਹ ਗ੍ਰਾਮ ਸਭਾ ਜਦੋਂ ਪਿੰਡ 'ਚ ਹੋਏਗੀ ਤਾਂ ਗ੍ਰਾਮ ਸਭਾ ਜਾਂ ਗ੍ਰਾਮ ਸਭਾ ਬਾਰੇ ਜਦੋਂ ਦੱਸਿਆ ਜਾਂਦਾ ਤਾਂ ਉਹ ਜਦੋਂ ਇੱਕ ਸਧਾਰਨ ਬੰਦੇ ਨੂੰ ਦੱਸਿਆ ਜਾਂਦਾ ਉਹ ਤਾਂ ਯਕੀਨ ਹੀ ਨਹੀਂ ਹੁੰਦਾ। ਜਿਹੜਾ ਤੁਹਾਡੇ ਵਰਗਾ ਪੜ੍ਹਿਆ ਲਿਖਿਆ ਜਾਂ ਭੁੱਲਰ ਸਾਹਿਬ ਵਰਗੇ ਸੂਝਵਾਨ ਬਲਾਕ ਸਮਿਤੀ ਮੈਂਬਰ ਆਉਂਦੇ ਨੇ ਜਾਂ ਸਾਡੇ ਇਸ ਚੈਨਲ ਨਾਲ ਜੁੜੇ ਹੋਏ ਲੋਕ ਚਾਹੇ ਥੋੜ੍ਹੀ ਗਿਣਤੀ 'ਚ ਨੂੰ ਸੁਣ ਰਹੇ ਨੇ, ਉਹ ਜਦੋਂ ਸੁਣਦੇ ਨੇ ਉਹਨਾਂ ਨੂੰ ਗੱਲ ਸਮਝ ਪੈਂਦੀ ਹੈ। ਜਿਵੇਂ ਤੁਸੀਂ ਦੱਸਿਆ ਵੀ ਜਤਿੰਦਰ ਪੰਨੂ ਨਹੀਂ ਪਤਾ, ਮੈਨੂੰ ਵੀ ਨਹੀਂ ਪਤਾ ਸੀ। ਮੈਂ ਹਾਲਾਂਕਿ ਬਹੁਤ ਛੋਟੀ ਉਮਰ ਦੇ ਵਿੱਚ ਅੰਨਾ ਹਜ਼ਾਰੇ ਤੇ ਮੇਗਾ ਪਾਟੇਕਰ ਜੀ ਨਾਲ ਇੱਕ ਵਾਰੀ ਅਸੀਂ ਮਹਾਰਾਸ਼ਟਰ ਦੇ ਪਿੰਡ 'ਚ ਗ੍ਰਾਮ ਸਭਾਵਾਂ ਕਰਕੇ ਆਏ ਸੀ, ਤਾਂ ਮੈਨੂੰ ਉਦੋਂ ਲੱਗਦਾ ਸੀ ਕਿ ਇੱਕ ਪਿੰਡ ਦਾ ਇਕੱਠ ਹੈ ਜਿਸ 'ਚ ਪਿੰਡ ਦੇ ਲੋਕਾਂ ਨੇ ਇਕੱਠੇ ਹੋ ਕੇ ਆਪਣੇ ਸਮੱਸਿਆਵਾਂ ਦਾ ਹੱਲ ਕਰਨਾ। ਪਰ ਜਦੋਂ ਪੰਚਾਇਤ ਐਕਟ ਨੂੰ ਸਟੱਡੀ ਕੀਤਾ ਉਹਦੇ ਵਿੱਚ ਪਤਾ ਲੱਗਿਆ ਕਿ ਗ੍ਰਾਮ ਸਭਾ ਤੋਂ ਬਿਨਾਂ, ਗ੍ਰਾਮ ਸਭਾ ਦੇ ਇਜਲਾਸ ਤੋਂ ਬਿਨਾਂ ਤਾਂ ਪਿੰਡ ਦੇ ਵਿੱਚ ਇੱਕ ਐਕਟ ਵੀ ਨਹੀਂ ਲੱਗ ਸਕਦੀ। ਪਰ ਲੱਗ ਰਹੀਆਂ ਨੇ। ਕਿਉਂ ਲੱਗ ਰਹੀਆਂ ਨੇ? ਕਿਉਂਕਿ ਜਿਹੜਾ ਹਲਕਾ ਇੰਚਾਰਜ ਆ ਜਾਂ ਹਲਕਾ MLA ਆ ਉਹ ਆਪਣੀਆਂ ਸਰਕਾਰ ਨੂੰ ਖੁਸ਼ ਕਰ ਲਈ, ਆਪਣੀ ਪਾਰਟੀ ਨੂੰ ਖੁਸ਼ ਕਰ ਲਈ ਵਿਰੋਧੀਆਂ ਨੂੰ ਦਬਾਉਂਦਾ। ਸਾਰਾ ਕੁਝ ਤੁਸੀਂ ਦੇਖ ਰਹੇ ਹੋ, ਸਾਰਾ ਸਭ ਦੇ ਸਾਹਮਣੇ ਹੈ ਕਿੱਥੇ ਕਿਵੇਂ ਝੂਠੇ ਪਰਚੇ ਪੈਂਦੇ ਆ, ਜਾਂ ਜਿੱਦਾਂ ਭੁੱਲਰ ਸਾਹਿਬ ਨੇ ਕਿਹਾ ਸਾਨੂੰ ਪੈਸਾ ਨਹੀਂ ਆਇਆ। ਪੰਚਾਇਤ ਐਕਟ ਤੇ ਕਹਿੰਦਾ ਕਿ ਗ੍ਰਾਮ ਸਭਾ ਰਾਹੀਂ ਤੁਸੀਂ ਪਲੈਨਿੰਗ ਬਣਾਓ। ਮੈਂ ਲਗਭਗ 100 ਪਿੰਡਾਂ ਦੀ ਪਲੈਨਿੰਗ ਬਣਾਈ ਤੇ 1000 ਪਿੰਡਾਂ ਤੋਂ ਵੱਧ ਪੰਜਾਬ ਦੇ ਵਿੱਚ ਸੋਸ਼ਲ ਆਡਿਟ ਕਰਕੇ ਆਏ। ਇੱਕ ਲੰਬੀ ਪ੍ਰਕਿਰਿਆ। ਪਿਛਲੇ ਸਾਲ ਇੱਕ ਪੰਜਾਬ ਦੇ ਇੱਕ ਪਿੰਡ 'ਚ ਇਸ ਤਰ੍ਹਾਂ ਕੀਤਾ ਤੇ ਸਾਡੇ 2 ਮਹੀਨੇ ਲੱਗੇ ਉੱਥੇ ਐਕਸਰਸਾਈਜ਼ ਦੇ ਵਿੱਚ। GPDP ਦਾ ਉੱਥੇ ਇਜਲਾਸ ਹੋਇਆ, ਗ੍ਰਾਮ ਪੰਚਾਇਤ ਡਿਵੈਲਪਮੈਂਟ ਪਲਾਨ, ਉਹਦੇ ਰਾਹੀਂ 5 ਕਰੋੜ ਦੇ ਲਗਭਗ ਪਲੈਨਿੰਗ ਬਣਾ ਕੇ ਭੇਜੀ। ਹਾਲੇ 2 ਮਹੀਨੇ ਪਹਿਲਾਂ ਹੀ ਸਰਪੰਚ ਸਾਹਿਬ ਨੇ 3 ਮਹੀਨੇ ਪਹਿਲਾਂ ਦੱਸਿਆ ਮੈਨੂੰ ਕਿ ਮੈਨੂੰ ਉਹਦੇ ਵਿੱਚ ਨਰੇਗਾ ਦੇ ਰਾਹੀਂ ਇੰਨਾ ਪੈਸਾ ਆ ਗਿਆ।
ਉਹ ਪਿੰਡ 'ਚ ਕਾਫੀ ਕੰਮ ਕਰ ਰਹੇ ਨੇ, ਕਿਉਂਕਿ ਸਮੇਂ ਦੀ ਘਾਟ ਹੁੰਦੀ। ਮੇਰਾ ਤਾਂ ਕੰਮ ਟ੍ਰੇਨਿੰਗ ਦੇਣਾ ਹੁੰਦਾ, ਦੱਸਣਾ ਹੁੰਦਾ ਉਹਨਾਂ ਨੂੰ। ਉਹਦੇ ਵਿੱਚ ਜ਼ੀਰੋ ਤੋਂ ਸਟਾਰਟ ਕਰੀਦਾ ਕੰਮ, ਤਾਂ ਕਿ ਇਜਲਾਸ ਦੇ ਵਿੱਚ ਪਲੈਨਿੰਗ ਬਣਾ ਕੇ ਬਲਾਕ ਸੰਮਤੀ 'ਚ ਭੇਜ ਦਿੱਤਾ ਜਾਵੇ। ਅੱਗੇ ਬਲਾਕ ਸੰਮਤੀ ਨੇ ਉਹਨੂੰ ਪਾਸ ਕਰਨਾ ਹੁੰਦਾ, ਜ਼ਿਲ੍ਹਾ ਪ੍ਰੀਸ਼ਦ ਨੇ ਪਾਸ ਕਰਨਾ ਹੁੰਦਾ। ਜੇਕਰ ਉਹਦੇ ਸਾਰੇ ਕਲੌਜ਼ ਸਹੀ ਆ, ਕਿਤੇ ਗੜਬੜ ਨਹੀਂ ਹੈ, ਤਾਂ ਕਿਸੇ ਨੂੰ ਕੋਈ ਮਤਲਬ ਰਾਈਟ ਨਹੀਂ ਹੈ ਵੀ ਉਹ ਇਜਲਾਸ ਉਸ ਯੋਜਨਾ ਜਿਹੜੀ ਪਲੈਨਿੰਗ ਬਣਾ ਕੇ ਭੇਜੇ ਨੂੰ ਰੱਦ ਕਰ ਦੇਣ। ਤੇ ਉਹ ਆਉਂਦੇ ਨੇ ਕਿਉਂਕਿ ਕਾਰਨ ਕੀ ਹੈ ਕਿ ਅਸੀਂ ਜ਼ੀਰੋ ਤੋਂ ਸ਼ੁਰੂ ਨਹੀਂ ਕਰਦੇ। ਅਸੀਂ ਮੋਟੇ ਮੋਟੇ ਰੂਪ 'ਚ ਕਰਦੇ ਹਾਂ ਵੀ ਚਲੋ ਅੱਜ ਮਤਾ ਪਾ ਦੇ ਸਾਰਾ, ਜਿੱਦਾਂ ਉਹਨਾਂ ਨੇ ਦੱਸਿਆ ਕਿ ਭਗਵੰਤ ਮਾਨ ਨੇ ਕਿਹਾ ਠੀਕ ਹੈ, ਪਰ ਉਹਦੀ ਇੱਕ ਸ਼ਰਤਾਂ ਨੇ। ਉਹਦੀ ਸ਼ਰਤਾਂ ਕੌਣ ਪੂਰੀਆਂ ਕਰੂਗਾ ਜਦੋਂ ਤੁਹਾਡੀ ਸ਼ਰਤਾਂ ਹੀ ਨਹੀਂ ਪੂਰੀਆਂ ਹੋਈਆਂ? ਅੱਜ ਆਪਾਂ ਮੋਬਾਈਲ 'ਤੇ ਗੱਲਬਾਤ ਕਰ ਰਹੇ ਹਾਂ। ਜੇ ਮੇਰੇ ਕੋਲ ਪਹਿਲੀ ਸ਼ਰਤ, ਮੇਰੇ ਕੋਲ ਮੋਬਾਈਲ ਦੀ ਬੈਟਰੀ ਚਾਰਜ ਨਹੀਂ ਹੋਏਗੀ, ਉਸ ਤੋਂ ਬਾਅਦ ਇੱਕ ਸਫੀਸ਼ੀਐਂਟ ਮੋਬਾਈਲ ਸਿਮ ਨਹੀਂ ਹੋਏਗਾ, ਫਿਰ ਉਹਦੇ 'ਚ ਡਾਟਾ ਨਹੀਂ ਹੋਏਗਾ, ਆਪਾਂ ਕਿਵੇਂ ਗੱਲ ਕਰ ਲਾਂਗੇ? ਆਪਣੀ ਕਨੈਕਟੀਵਿਟੀ ਨਹੀਂ ਹੋ ਸਕਦੀ। ਸੋ ਇਸੇ ਕਰਕੇ ਉਹ ਗ੍ਰਾਮ ਸਭਾ ਦੇ ਇਜਲਾਸ ਦੀਆਂ ਜਿਹੜੀਆਂ ਕਲੌਜ਼ ਨੇ, ਨਿਯਮ ਨੇ, ਉਹ ਕੋਈ ਬਹੁਤੇ ਟਫ ਨਹੀਂ ਹੈ ਵੀ ਜੇ ਬਹੁਤੇ ਔਖੇ ਨੇ। ਮੈਨੂੰ ਬੜਾ ਹੀ ਮਤਲਬ ਇਹ ਗੱਲ ਕਹਿੰਦੇ ਹੋਏ ਇੱਕ ਦੋ ਵਾਰੀ ਮੇਰੀ ਜਿਹੜੇ ਸੋਸ਼ਲ ਐਕਟੀਵਿਸਟ ਨੇ, ਜਿਹੜੇ ਗ੍ਰਾਮ ਸਭਾ 'ਤੇ ਲੰਬੇ ਸਮੇਂ ਤੋਂ ਕੰਮ ਕਰ ਰਹੇ, ਉਹਨਾਂ ਨਾਲ ਜਦੋਂ ਗੱਲਬਾਤ ਹੋਈ, ਉਹਨਾਂ ਨੂੰ ਪ੍ਰਾਇਮਰੀ ਚੀਜ਼ਾਂ ਨਹੀਂ ਪਤਾ ਸੀਗੀਆਂ। ਪਰ ਉਹਨਾਂ ਦੀ ਇਮਾਨਦਾਰੀ ਇਸ ਗੱਲ ਦੀ ਕਿ ਉਹਨਾਂ ਨੇ ਮੰਨ ਲਿਆ ਵੀ ਸਾਨੂੰ ਤਾਂ ਸੱਚੀ ਦੇ ਬਾਰੇ ਪਤਾ ਨਹੀਂ ਸੀ। ਮੈਂ ਕਿਹਾ ਜੀ ਤੁਸੀਂ ਇੱਦਾਂ ਕਰਕੇ ਦੇਖੋ, ਬੁਢਲਾਡਾ ਬਲਾਕ ਦੇ ਵਿੱਚ ਧਰਮਪੁਰਾ ਪਿੰਡ ਆ, ਉੱਥੇ ਨਰੇਗਾ ਦਾ ਗ੍ਰਾਮ ਸਭਾ ਦਾ ਪਲੈਨਿੰਗ ਇਜਲਾਸ ਬਣਾਇਆ, ਕਰਵਾਇਆ। ਉੱਥੇ ਵਿਰੋਧੀ ਸਰਪੰਚ ਸੀ, ਉੱਥੇ ਯੰਗ ਸੀ, ਯੂਥ ਸੀ ਮੁੰਡੇ ਉੱਥੇ। ਉਹਨਾਂ ਨੇ ਕਿਸੇ ਤਰੀਕੇ ਨਾਲ ਸੰਪਰਕ ਕਰਕੇ ਕੀਤਾ ਉੱਥੇ, ਅਤੇ ਮੈਂ ਮਤਲਬ ਵਲੰਟੀਅਰ ਤੌਰ 'ਤੇ ਉੱਥੇ ਕੰਮ ਕਰਕੇ ਆਇਆ। ਅਤੇ ਉਸ ਪਿੰਡ ਦੇ ਵਿੱਚ ਪਹਿਲੀ ਵਾਰੀ ਉਸ ਇਜਲਾਸ ਦੇ ਵਿੱਚ BDPO, ਪੰਚਾਇਤ ਸੈਕਟਰੀ, JE ਪੰਚਾਇਤ ਦਾ, APO ਨਰੇਗਾ ਦਾ, JE ਨਰੇਗਾ ਦਾ ਸਾਰੇ ਸ਼ਾਮਲ ਹੋਏ। ਅਤੇ ਪਿੰਡ ਵਾਲੇ ਕਹਿੰਦੇ ਅਸੀਂ ਜ਼ਿੰਦਗੀ 'ਚ ਪਹਿਲੀ ਵਾਰੀ ਇੱਥੇ ਆਪਦੇ ਪਿੰਡ 'ਚ BDPO ਨੂੰ ਹਾਜ਼ਰ ਦੇਖਿਆ। BDPO ਸਾਹਿਬ ਨੇ ਖੁਦ ਪ੍ਰੈਸ ਕਾਨਫਰੰਸ ਕਰਕੇ ਪ੍ਰੈਸ ਨੂੰ ਬਿਆਨ ਦਿੱਤਾ ਕਿ ਇਸ ਪਿੰਡ ਦਾ ਇਕੱਲੀ ਨਰੇਗਾ ਦਾ, ਪੰਚਾਇਤ ਦਾ ਨਹੀਂ, ਇਕੱਲੇ ਨਰੇਗਾ ਦਾ 88 ਲੱਖ ਦਾ ਅਸੀਂ ਪਲਾਨ ਬਣਾਇਆ ਇਸ ਪਿੰਡ ਦਾ, ਅਤੇ ਅਸੀਂ ਇਹਨੂੰ ਬਲਾਕ ਸੰਮਤੀ ਨੂੰ ਭੇਜਿਆ। ਪਰ ਅਫਸੋਸ ਕਿ ਉੱਥੋਂ ਦੇ ਜਿਹੜੇ ਹੁਣ ਤੁਸੀਂ ਗੱਲ ਕਰ ਰਹੇ ਹੋ, ਆਮ ਆਦਮੀ ਪਾਰਟੀ ਵਾਲੇ ਬੁੱਧ ਰਾਮ MLA ਨੇ, ਉਹਨਾਂ ਨੇ ਉਹਦੇ 'ਤੇ ਪੈਰਵਾਈ ਨਹੀਂ, ਮੋਨੀਟਰਿੰਗ ਨਹੀਂ ਕੀਤੀ। ਅਤੇ ਜੇ ਮੋਨੀਟਰਿੰਗ ਉੱਥੇ ਕਰਦੇ ਤਾਂ ਉਹਨਾਂ ਨੂੰ, ਮੈਨੂੰ ਲੱਗਦਾ ਕਿ 88 ਲੱਖ ਰੁਪਈਆ ਨਰੇਗਾ ਦਾ ਪਲਾਨ ਦੇ ਉੱਥੇ ਵਿੱਚ ਪਿੰਡ 'ਚ ਆਇਆ ਨਾ, ਜਿਹਦਾ ਬਟ ਕੰਪੋਨੈਂਟ 60% ਜਿਹਦਾ ਲੇਬਰ ਕੰਪੋਨੈਂਟ ਆ, 88 ਲੱਖ ਦਾ 60% 'ਤੇ ਦੇਖ ਲਓ 40 ਤੋਂ 50 ਲੱਖ ਰੁਪਈਆ ਅਮਾਊਂਟ ਗਰੀਬ ਪਰਿਵਾਰਾਂ ਦੇ ਘਰਾਂ 'ਚ ਆਉਣੇ ਸੀ। ਉਹ ਪੈਸਾ ਕਿੱਥੇ ਕਿਵੇਂ ਖਰਚ ਆਉਣਾ ਸੀ ਤੁਸੀਂ ਸਮਝ ਸਕਦੇ ਹੋ। ਅਫਸੋਸ ਆ ਸਾਡਾ ਇਹ ਦੇਸ਼ ਦੀ ਸਮਾਜ ਦੀ ਤਰਾਸਦੀ ਆ। ਅਸੀਂ ਗੱਲ ਤਾਂ ਗੁਰੂ ਨਾਨਕ ਦੀ ਕਰਦੇ ਹਾਂ, ਗੱਲ ਤਾਂ ਅਸੀਂ ਕ੍ਰਿਸ਼ਨ ਦੀ ਕਰਦੇ ਹਾਂ, ਗੱਲ ਤਾਂ ਅਸੀਂ ਗੁਰੂ ਗੋਬਿੰਦ ਸਿੰਘ ਦੀ ਕਰਦੇ ਹਾਂ, ਗੱਲ ਤਾਂ ਅਸੀਂ ਭਗਤ ਸਿੰਘ ਦੀ ਕਰਦੇ ਹਾਂ। ਪਰ ਅਫਸੋਸ ਆ ਕਿ ਜੇ ਭਗਤ ਸਿੰਘ ਨੇ ਕਿਹਾ ਸੀ ਕਿ ਇੰਨਾ ਪੜ੍ਹ ਕੇ ਵਿਰੋਧੀਆਂ ਦੀ ਹਰ ਦਲੀਲ ਦਾ ਜਵਾਬ ਦੇ ਸਕੇ, ਅਸੀਂ ਬਿਨਾਂ ਪੜ੍ਹੇ ਹੀ, ਬਿਨਾਂ ਹਥਿਆਰ ਲੜੇ ਹੀ ਤੇ ਮੈਦਾਨ ਚੱਲ ਪਏ ਨੇ। ਕਿਸੇ ਨੇ ਕਿਹਾ ਕਿ ਜੇ ਤੁਸੀਂ ਚੂਹੇ ਦਾ ਸ਼ਿਕਾਰ ਕਰਨ ਜਾਣਾ ਤਾਂ ਸ਼ੇਰ ਦਾ ਸ਼ਿਕਾਰ ਲੈ ਕੇ ਜਾਓ। ਗ੍ਰਾਮ ਸਭਾ ਦੇ ਬਾਰੇ ਜੇ ਸਟੱਡੀ ਕਰਨੀ ਹੈ, ਕੰਮ ਕਰਨਾ, ਸਾਨੂੰ ਉਹਦੇ ਸੱਭਿਆਚਾਰਕ, ਧਾਰਮਿਕ, ਉਹਦੇ ਆਰਥਿਕ, ਸਮਾਜਿਕ, ਪ੍ਰਸ਼ਾਸਕ, ਸ਼ਾਸਕ, ਸਿਆਸੀ ਸਾਰੇ ਪਹਿਲੂਆਂ ਨੂੰ ਬਹੁਤ ਬਰੀਕੀ ਨਾਲ ਸਟੱਡੀ ਕਰਨਾ ਪਊ। ਨਹੀਂ ਗ੍ਰਾਮ ਸਭਾ ਬਿਲਕੁਲ ਵੀ ਕਾਮਯਾਬ ਨਹੀਂ ਹੋ ਸਕਦੀ। ਔਰ ਉਸ ਤੋਂ ਕਾਮਯਾਬੀ ਨਹੀਂ ਹੈ ਤੇ ਮੈਨੂੰ ਤਾਂ ਇਹ ਡਰ ਹੈ ਕਿ ਕਿਧਰੇ ਸਰਕਾਰ ਅੰਦਰੋਂ ਇਹਦਾ ਲਾਅ ਨਾ ਚੇਂਜ ਕਰ ਦੇ। ਜਿੰਨੀ ਪਾਵਰ ਗ੍ਰਾਮ ਸਭਾ ਮਿਲੀ ਹੈ, ਕਿਧਰੇ ਲੋਕ ਪ੍ਰੋਟੈਸਟ ਨਹੀਂ ਕਰਨੇ ਬਿਕੋਜ਼ ਲੋਕਾਂ ਨੂੰ ਪਤਾ ਹੀ ਨਹੀਂ ਹੈ ਕਿ ਗ੍ਰਾਮ ਸਭਾ ਦੀ ਪਾਵਰ ਅੱਛੀ ਜਿਹੜੀ ਹੈਗੀ। ਮੈਂ ਗੱਲ ਖਤਮ। ਉਸ ਤੋਂ ਬਾਅਦ ਜਿਹੜੀ ਗੱਲ ਹੈਗੀ ਵੀ ਜਿਸ ਬੰਦੇ ਨੂੰ ਕੋਲ ਜਾਣਕਾਰੀ ਹੈ ਉਹਦੇ 'ਚ ਇੰਟੈਂਸ਼ਨ ਹੋਵੇ ਪੂਰੀ। ਜਿਨ੍ਹਾਂ ਨੇ ਇੰਪਲੀਮੈਂਟ ਕਰਨਾ ਪਹਿਲੇ ਨੰਬਰ 'ਤੇ ਸਰਪੰਚ, ਪੰਚਾਇਤ ਜਾਂ ਪਿੰਡ ਦੇ ਵਿੱਚ ਕੋਈ ਸੋਸ਼ਲ ਐਕਟਿਵ ਗਰੁੱਪ ਹੋਵੇ, ਜਿਹੜਾ ਨਿਰਭਉ ਹੋਵੇ, ਨਿਰਵੈਰ ਹੋਵੇ, ਜਿਹੜਾ ਅਕਾਲ ਮੂਰਤ ਹੋਵੇ, ਜਿਹਨੇ ਜਪੁ ਜੀ ਸਾਹਿਬ ਨੂੰ ਸਮਝਿਆ, ਉਹੀ ਕੰਮ ਕਰ ਸਕਦਾ, ਦੂਸਰਾ ਨਹੀਂ ਕਰ ਸਕਦਾ। ਮੋਦੀ ਜੀ ਬਿਲਕੁਲ ਸੋਹਣੀ ਗੱਲ, ਹਾਂ ਬਿਲਕੁਲ ਬਹੁਤ ਸੋਹਣੀ ਗੱਲ ਕੀਤੀ ਹੈ। ਪੂਰਾ ਮੈਂ ਤੁਹਾਡੇ ਨਾਲ ਸਹਿਮਤ ਹਾਂ ਇਸ ਗੱਲ 'ਤੇ। ਪਰਮਜੀਤ ਜੀ ਵੀ ਹੈਗੇ ਆਪਣੇ ਨਾਲ ਤੇ ਉਹਨਾਂ ਨੂੰ ਵੀ ਆਪਾਂ ਪ੍ਰਸ਼ਨ ਕਰੀਏ। ਪਰਮਜੀਤ ਜੀ ਸਤਿ ਸ਼੍ਰੀ ਅਕਾਲ। ਤੁਸੀਂ ਤਾਂ ਬਹੁਤ ਵਿਚਰੇ ਹੋ ਲੋਕਾਂ ਦੇ ਵਿੱਚ, ਗ੍ਰਾਮ ਸਭਾ ਦਾ ਬੜਾ ਮੁਹਿੰਮ ਚਲਾਈ ਹੈ ਆਪਣੇ ਪਿੰਡ ਵਿੱਚ ਵੀ। ਤੁਹਾਨੂੰ ਕੀ ਲੱਗਦਾ ਹੈ ਕਿ ਲੋਕਾਂ ਦੇ ਵਿੱਚ ਅਵੇਅਰਨੈਸ ਦੀ ਘਾਟ ਕਿਉਂ ਹੈ ਤੇ NRI ਜਿਹੜੇ ਵੀਰ ਹੈਗੇ ਸਾਡੇ ਮਤਲਬ ਅਸੀਂ ਕਿਉਂ ਨਹੀਂ ਇਸ ਚੀਜ਼ ਦੇ ਉੱਪਰ ਧਿਆਨ ਦਿੰਦੇ ਕਿ ਅਸੀਂ ਲੋਕਾਂ ਨੂੰ ਸੁਚੇਤ ਕਰੀਏ, ਕਿਸੇ ਤਰ੍ਹਾਂ ਅਵੇਅਰਨੈਸ ਲਿਆਈਏ, ਟੈਕਨੋਲੋਜੀ ਰਾਹੀਂ ਜਾਂ ਕਿਸੇ ਹੋਰ ਤਰ੍ਹਾਂ?
ਬਹੁਤ ਵਧੀਆ ਸਵਾਲ ਆ ਤੁਹਾਡਾ ਵੀਰ ਜੀ। ਇਹ ਅਸਲ ਵਿੱਚ ਨਾ ਮੈਂ ਦੇਖਿਆ ਵੀ ਜਿਹੜੇ ਤਾਂ ਜਿਵੇਂ ਆਪਾਂ ਲੀਡਰਾਂ ਦਾ ਜ਼ਿਕਰ ਕੀਤਾ ਹੈ, ਸਰਪੰਚਾਂ ਦਾ ਜ਼ਿਕਰ ਕੀਤਾ ਹੈ, ਜਾਂ ਮਹਿਕਮੇ ਦਾ ਜ਼ਿਕਰ ਕੀਤਾ ਹੈ, ਜਾਂ ਸਰਕਾਰਾਂ ਦਾ, ਉਹ ਤਾਂ ਬਲੇਮ ਕੰਪਲੇਂਟ ਥਿਊਰੀ ਹੈ। ਐਕਚੁਅਲੀ ਉਹਨਾਂ ਕੋਲ ਕੋਈ ਬਹਾਨਾ ਨਹੀਂ ਆ। ਜੇ ਮੈਂ ਪੜ੍ਹਨਾ ਚਾਹੁੰਦਾ ਹੈ, ਪਿੰਡ 'ਚ ਕੁਛ ਕਰਨਾ ਚਾਹੁੰਦਾ, ਮੈਨੂੰ ਦੱਸੋ ਕੌਣ ਰੋਕਦਾ ਹੈ? ਜੇ ਮੇਰੇ ਕੋਲ ਕੋਈ ਪਾਵਰ ਹੈ, ਕੁਛ ਕਰਨ ਦੀ ਸ਼ਕਤੀ ਹੈ, ਤਾਂ ਮੈਨੂੰ ਕੋਈ ਨਹੀਂ ਰੋਕਦਾ। ਚਾਹੇ ਮੈਂ ਕਿਸੇ ਪਾਰਟੀ ਦਾ ਨੁਮਾਇੰਦਾ ਹੋਵਾਂ, ਪਿੰਡ ਦੇ ਕਿਸੇ ਅਹੁਦੇ ਤੇ ਹੋਵਾਂ, ਜਾਂ ਕਿਸੇ ਵੀ ਛੋਟੇ ਮੋਟੇ ਅਹੁਦੇ ਤੇ ਹੋਵਾਂ, ਤਾਂ ਮੈਂ ਕੁਛ ਕਰ ਸਕਦਾ। ਦੂਸਰੀ ਗੱਲ ਆ ਗਈ ਜਾਗਰੂਕਤਾ ਦੀ। ਆਮ ਲੋਕਾਂ ਨੂੰ ਇਹ ਦੱਸਿਆ ਹੀ ਨਹੀਂ ਗਿਆ। ਜਦੋਂ ਪੰਚਾਇਤ ਐਕਟ ਮੈਂ ਪੜ੍ਹਿਆ ਤੇ ਮੈਂ ਕਿਹਾ ਤਾਂ ਮੈਨੂੰ ਨਹੀਂ ਸਮਝ ਆ ਰਿਹਾ, ਹੋਰ ਕਿਸੇ ਨੂੰ ਸਮਝ ਕੀ ਆਊਗੀ? ਸਰਪੰਚ ਜਿਹੜੇ ਹੈਗੇ ਉਹਨਾਂ ਦਾ ਜ਼ਿਆਦਾ ਝੁਕਾਅ ਜਿਹੜਾ ਹੈਗਾ ਥਾਣਿਆਂ ਦੇ ਵਿੱਚ ਪੋਲੀਟੀਕਲ ਸਰਗਰਮੀਆਂ ਜ਼ਿਆਦਾ ਰਹਿੰਦਾ ਹੈ, ਤੋਂ ਇੰਗਲਿਸ਼ ਦੇ ਵਿੱਚ ਪੰਚਾਇਤ ਐਕਟ ਨਹੀਂ ਸਮਝ ਆਇਆ। ਫਿਰ ਅਸੀਂ ਪੰਜਾਬੀ ਦੀ ਬੁੱਕ ਲਈ, ਤੇ ਪੰਜਾਬੀ ਦੀ ਬੁੱਕ ਵੀ 400 ਪੇਜ ਦੀ ਹੈ, ਹਰ ਕੋਈ ਨਹੀਂ ਪੜ੍ਹਦਾ। ਉਹਦੇ ਵਿੱਚ ਵੀ ਕਾਫੀ ਟੈਕਨੀਕਲ ਗੱਲਾਂ ਲਿਖੀਆਂ ਹੋਈਆਂ ਹੈ। ਜਦੋਂ ਉਹਨੂੰ ਸਿੰਪਲੀਫਾਈ ਕਰਕੇ 1.5-2 ਪੇਜਾਂ ਦੇ ਵਿੱਚ ਬਰੀਫਿੰਗ ਕੀਤੀ, ਇਸ਼ਤਿਹਾਰ ਵੰਡੇ, ਫਿਰ ਵੀ ਬਹੁਤ ਜਿਹੜੇ ਖੁੰਡ ਤੇ ਬੈਠੇ ਹੁੰਦੇ ਆ ਜਾਂ ਸੱਥਾਂ ਵਿੱਚ ਬੈਠੇ ਬਜ਼ੁਰਗਾ ਕਹਿੰਦੇ ਵੀ ਪੁੱਤ ਸਾਨੂੰ ਸਮਝ ਨਹੀਂ ਆਉਂਦਾਗਾ, ਇਹ ਤੁਹਾਡੀਆਂ ਗੱਲਾਂ ਥੋੜੀਆਂ ਕਾਨੂੰਨੀ ਹੈ, ਲੀਗਲ ਜੀਆਂ ਲੱਗਦੀਆਂ ਸਾਨੂੰ ਹੋਰ ਸਿੰਪਲ ਕਰਕੇ ਦੱਸੋ। ਫਿਰ ਅਸੀਂ ਉਹਦੀ ਸਕ੍ਰਿਪਟ ਬਣਾ ਕੇ ਡਰਾਮਾ ਬਣਾਇਆ। ਜਦੋਂ ਡਰਾਮਾ ਬਣਾ ਕੇ ਦੱਸਿਆ ਵੀ ਤੁਹਾਡੀਆਂ ਸਾਰੀਆਂ ਸਮੱਸਿਆਵਾਂ ਤਾਂ ਐਂ ਹੱਲ ਹੋਣੀਆਂ ਜਿਵੇਂ ਇੱਕ ਫਿਲਮ ਦੇ ਵਿੱਚ ਲੋਕਾਂ ਨੂੰ ਸਿੱਧਾ ਮੈਸੇਜ ਚਲਾ ਜਾਂਦਾ ਹੈ, ਤਾਂ ਉਹ ਸਿੱਧੀਆਂ ਹੀ ਗੱਲਾਂ ਉਹਨਾਂ ਦੇ ਅੰਦਰ ਰਹਿ ਗਈਆਂ। ਤੇ ਜਿੱਥੇ ਉਹ ਡਰਾਮੇ ਹੋਏ ਉਹਨਾਂ ਨੂੰ ਪਤਾ ਲੱਗ ਗਿਆ ਵੀ ਹਾਂ ਇਹ ਤਾਂ ਬਹੁਤ ਵਧੀਆ ਗੱਲ ਆ। ਉੱਥੇ ਗ੍ਰਾਮ ਸਭਾਵਾਂ ਹੋਈਆਂ, ਉਹਨਾਂ ਨੇ ਮਤੇ ਪਾਸ ਕੀਤੇ, ਉਹਦਾ ਫਾਇਦਾ ਵੀ ਉਹਨਾਂ ਨੂੰ ਹੋਇਆ। ਹੁਣ ਆ ਗਈ ਗੱਲ ਵੀ NRI ਜਾਂ ਜਿਹੜਾ ਆਮ ਪਿੰਡ ਦਾ ਵਿਅਕਤੀ ਹੈ ਉਹ ਕਿਵੇਂ ਕਰ ਸਕਦਾ ਇਹ ਕੰਮ। ਮੈਂ ਤੁਹਾਨੂੰ ਉਸ ਦਿਨ ਵੀ ਜ਼ਿਕਰ ਕੀਤਾ ਸੀ ਪਹਿਲੀ ਮੀਟਿੰਗ ਦੇ ਵਿੱਚ ਵੀ ਇੱਕ ਪੈਂਫਲੇਟ ਬਣਾਇਆ ਆਪਾਂ, ਗ੍ਰਾਮ ਸਭਾ ਜਾਂ ਜਿਹਨੂੰ ਆਪਾਂ ਪਿੰਡ ਦੀ ਸਭਾ ਕਹਿ ਦਿੰਦੇ ਆ। ਤਾਂ ਉਹਦੇ ਵਿੱਚ ਅੱਧਾ ਪੇਜ ਇਹੀ ਲਿਖਿਆ ਹੋਇਆ ਵੀ ਜੇ ਤੁਸੀਂ ਪਿੰਡ ਦੇ ਵਿੱਚ ਰਹਿੰਦੇ ਹੋ, ਤੁਸੀਂ ਇੱਕ WhatsApp ਗਰੁੱਪ ਬਣਾਓ। ਉਹਦੇ ਵਿੱਚ ਸਾਰੇ ਪਿੰਡ ਨੂੰ ਵੇਖੋ, ਕੋਈ ਬੰਦਾ ਕਿਤੇ ਬੈਠਾ, ਕੋਈ ਕਿਤੇ ਹੈ, ਕੋਈ ਬਿਜੀ ਆਪਣੇ ਕੰਮ 'ਚ, ਕੋਈ ਖੇਤਾਂ 'ਚ ਕੰਮ ਕਰਦਾ ਜਾਂ ਕਿਤੇ, ਸਾਰਾ ਪਿੰਡ ਦੇ ਬੰਦੇ ਇੱਕਦਮ ਇਕੱਠੇ ਨਹੀਂ ਹੋ ਸਕਦੇ। ਤਾਂ ਜਿਹੜਾ ਏਜੰਡਾ ਤਿਆਰ ਕਰਨਾ ਹੈ ਜਾਂ ਮੰਗਾਂ ਤਿਆਰ ਕਰਨੀਆਂ ਜਾਂ ਤਾਲਮੇਲ ਬਣਾਉਣਾ ਹੈ, ਕੋਆਰਡੀਨੇਸ਼ਨ ਕਰਕੇ ਗ੍ਰਾਮ ਸਭਾ ਕਰਨੀ ਹੈ, ਵੀ ਕੋਈ ਵੈਰ ਵਿਰੋਧ ਪਹਿਲਾਂ ਹੁੰਦਾ ਉਹਨੂੰ ਦੂਰ ਕਰਨਾ ਹੈ, ਤਾਂ ਉਹਦੇ ਵਾਸਤੇ ਕੀ ਹੈ, WhatsApp ਗਰੁੱਪ ਦੇ ਵਿੱਚ ਆਪਾਂ ਹਰੇਕ ਬੰਦੇ ਦੀ ਸ਼ਮੂਲੀਅਤ ਲੈ ਕੇ ਉਹਦੇ ਵਿਚਾਰ ਲੈ ਸਕਦੇ ਹਾਂ। ਚਾਹੇ ਉਹ NRI ਕਿਉਂ ਨਾ ਹੋਵੇ, ਬਾਹਰ ਬੈਠਾ, ਉਹ ਵੀ ਗ੍ਰਾਮ ਸਭਾ 'ਚ ਆਨਲਾਈਨ ਸ਼ਾਮਲ ਹੋ ਸਕਦਾ WhatsApp ਗਰੁੱਪ ਦੇ ਜ਼ਰੀਏ। ਜਦੋਂ ਉਹ WhatsApp ਤੇ ਇੱਕ ਸਾਡੀ ਸੋਚ ਬਣ ਗਈ ਵੀ ਆਹ ਆਪਣਾ ਏਜੰਡਾ ਫਾਈਨਲ ਹੋ ਗਿਆ, ਆਹ ਡੇਟ ਫਾਈਨਲ ਹੋ ਗਈ, ਆਹ ਜਿਹੜਾ ਹੈਗਾ ਆਪਾਂ ਜਿਹੜਾ ਇਸ ਜਗ੍ਹਾ ਤੇ ਗ੍ਰਾਮ ਸਭਾ ਕਰਾਉਣੀ ਹੈ। ਕਿਉਂਕਿ ਲੋਕ ਗੁਰਦੁਆਰਿਆਂ 'ਚ ਕਰਾਈ ਜਾਂਦੇ ਨੇ ਜਾਂ ਗਲਤ ਜਗ੍ਹਾ ਤੇ ਕਰਾਈ ਜਾਂਦੇ ਨੇ, ਮੰਦਿਰਾਂ ਵਿੱਚ, ਜਦ ਕਿ ਇਹ ਉੱਥੇ ਕਰਵਾ ਹੀ ਨਹੀਂ ਸਕਦੇ ਅਸੀਂ। ਜਿਵੇਂ ਹਰਦੀਪ ਜੀ ਨੇ ਕਿਹਾ, ਹਰ ਚੀਜ਼ ਦਾ ਇੱਕ ਸਿਸਟਮ ਬਣਿਆ ਹੋਇਆ ਏ। ਇਹਦੀ ਪੂਰੀ ਜਾਣਕਾਰੀ ਲੈ ਕੇ ਉਹਦੀ ਟ੍ਰੇਨਿੰਗ ਦੇ ਤਹਿਤ ਹੋ ਕੇ ਸਾਰਾ ਕੁਝ, ਜਿਵੇਂ ਕੋਈ ਸਟੇਡੀਅਮ ਆ ਜਾਂ ਪੰਚਾਇਤ ਘਰ ਆ ਜਾਂ ਕਮਿਊਨਿਟੀ ਹਾਲ ਆ, ਵਧੀਆ ਜਗ੍ਹਾ ਤੇ ਉਹਨਾਂ ਦਾ ਬੈਠਣ ਦਾ ਪ੍ਰਬੰਧ ਕਰਕੇ ਲੋਕਾਂ ਦਾ, ਉਹਨਾਂ ਨੂੰ 15 ਦਿਨ ਪਹਿਲਾਂ ਮੈਸੇਜ ਆਉਂਦਾ ਏ, ਮਨਿਆਦੀ ਹੁੰਦੀ ਹੈ, ਗੁਰਦੁਆਰੇ ਦੇ ਸਪੀਕਰ ਤੋਂ ਆਵਾਜ਼ ਦਿੱਤੀ ਜਾਂਦੀ ਹੈ ਭਈ ਇਸ ਦਿਨ ਗ੍ਰਾਮ ਸਭਾ ਸਾਰੇ ਜਣੇ ਪਹੁੰਚੋ, ਆਪੋ ਆਪਣਾ ਜਿਹੜਾ ਜੋ ਵੀ ਤੁਹਾਡੀਆਂ ਮੁਹੱਲਿਆਂ ਦੀਆਂ ਮੰਗਾਂ ਹੈਗੀਆਂ ਜਾਂ ਲੋੜਾਂ ਹੈਗੀਆਂ ਉਹ ਤੁਸੀਂ ਇੱਕ ਬਾਕਸ ਦੇ ਵਿੱਚ ਪਾ ਦਿਓ, ਸਾਡੇ ਕੋਲ ਕਲੈਕਸ਼ਨ ਆ ਜਾਵੇ, ਜਾਂ ਸਾਨੂੰ ਕਿਸੇ ਵੀ ਤਰੀਕੇ ਨਾਲ ਪਹੁੰਚਾਓ, ਮੰਗ ਪੱਤਰ ਤਿਆਰ ਕਰਕੇ ਏਜੰਡਾ ਬਣਾ ਕੇ ਆਪਾਂ ਫਿਰ ਇਕੱਠੇ ਰਹਿ ਕਰਕੇ ਉੱਥੇ ਕਰਾਂਗੇ। ਹੁਣ ਮੰਨ ਲਓ ਵੀ ਦੂਜਾ ਪੱਖ ਇਹ ਆ ਗਿਆ ਵੀ ਗ੍ਰਾਮ ਸਭਾ ਦਾ ਇਕੱਠ ਹੋ ਗਿਆ, ਆਪਾਂ ਇਮਾਨਦਾਰੀ ਨਾਲ ਗ੍ਰਾਮ ਸਭਾ ਕਰਾ ਰਹੇ ਹਾਂ, ਉੱਥੇ ਰੌਲਾ ਪੈ ਜਾਂਦਾ ਜਿਹਦਾ ਮਕਸਦ ਕੋਈ ਪੋਲੀਟੀਕਲ ਵੀ ਹੋ ਸਕਦਾ ਜਾਂ ਕਿਸੇ ਦਾ ਖਰਾਬ ਕਰਨਾ ਵੀ ਹੋ ਸਕਦਾ ਹੈ, ਤਾਂ ਉਹਨੂੰ ਕੰਟਰੋਲ ਕਰਨਾ ਹੁੰਦਾ ਸੈਕਟਰੀ ਨੇ, ਪੰਚਾਇਤ ਦੇ ਸਰਪੰਚ ਨੇ। ਤਾਂ ਹੁਣ ਇਹ ਵੀ ਕਹਿ ਸਕਦੇ ਵੀ ਸਭ ਦਾ ਸਾਂਝਾ ਟਾਈਮ ਆ, ਆਹ ਏਜੰਡੇ ਦੇ ਵਿੱਚ ਆ ਸਾਡੀਆਂ ਗੱਲਾਂ ਰੱਖੀਆਂ ਹੋਈਆਂ 10 ਪਹਿਲਾਂ ਇਹ ਡਿਸਕਸ ਹੋਣਗੀਆਂ, ਸਾਂਝਾ ਟਾਈਮ ਅਸੀਂ ਕਿਸੇ ਨੂੰ ਨਹੀਂ ਦੇਣਾ ਵੀ ਇੱਕ ਆਦਮੀ ਖਰਾਬ ਕਰ ਸਕੇ ਜਾਂ ਸਾਨੂੰ ਡਿਸਟਰਬ ਕਰੇ। ਇਸ ਕਰਕੇ ਇਹਦਾ ਵਿਧੀ ਵਿਧਾਨ ਇਹ ਆ ਵੀ ਇਹ ਮੀਟਿੰਗ ਦੇ ਵਿੱਚ ਜਿਹੜਾ ਡਿਸਟਰਬ ਕਰਦਾ ਉਹਨੂੰ ਬਾਹਰ ਕੱਢਤਾ ਜਾਵੇ। ਪਹਿਲਾਂ ਅਸੀਂ ਏਜੰਡੇ ਦੇ ਤਹਿਤ ਕਾਮਨ ਜਿਹੜੀਆਂ ਪਿੰਡ ਦੀਆਂ ਸਾਂਝੀਆਂ ਲੋੜਾਂ, ਸਾਂਝੀਆਂ ਮੰਗਾਂ ਜਾਂ ਮੁੱਢਲੀਆਂ ਗੱਲਾਂ ਉਹ ਡਿਸਕਸ ਕਰਾਂਗੇ। ਇਹ ਗੱਲਾਂ ਜਿਹੜੀਆਂ ਰੌਲੇ ਰੱਪੇ ਵਾਲੀਆਂ ਬਾਅਦ ਵਿੱਚ ਹੁੰਦੀਆਂ ਰਹਿਣਗੀਆਂ, ਤਾਂ ਉਹਨੂੰ ਪ੍ਰੋਪਰ ਤਰੀਕੇ ਨਾਲ ਸੈਕਟਰੀ ਜਿਹੜਾ ਹੈਗਾ ਆਪਣੇ ਰਜਿਸਟਰ ਤੇ ਲੋਕਾਂ ਦੀ ਸਹਿਮਤੀ ਲੈ ਕੇ ਚੜਾਉਂਦਾ ਹੈਗਾ, ਫਿਰ ਉਹ ਮਤਾ ਪਾਸ ਹੁੰਦਾ, ਫਿਰ ਉਹ BDPO ਦਫ਼ਤਰ ਜਾ ਕੇ ਆਨਲਾਈਨ ਹੁੰਦਾ ਏ। ਤਾਂ ਇੱਕ ਸਭ ਤੋਂ ਕਿੰਨੀ ਖੂਬਸੂਰਤ ਗੱਲ ਆ ਵੀ ਇੱਕ ਵੋਟਰ ਆ, ਜਿਵੇਂ ਹਰਦੀਪ ਜੀ ਨੇ ਵੀ ਜ਼ਿਕਰ ਕੀਤਾ ਵੀ ਹੁਣ ਜਿਹਨੂੰ ਕੋਈ ਪੁੱਛਦਾ ਹੀ ਨਹੀਂਗਾ, ਇੱਕ ਵੋਟਰ ਸਾਡਾ ਸੈਂਟਰਲ ਪੁਆਇੰਟ ਹੈ, ਜਿਹਦੀ ਸੇਵਾ ਵਿੱਚ ਹੀ ਪੰਚਾਇਤ ਬਣੀ ਹੈ, ਜਿਹਦੇ ਲਈ ਹੀ ਸਾਰਾ ਇਹ ਮਹਿਕਮੇ ਬਣੇ ਹੋਏ ਨੇ। ਉਹਨੂੰ ਪੁੱਛ ਕੇ ਹੀ ਇਹ ਗ੍ਰਾਮ ਸਭਾ ਚੱਲਣੀ ਹੈਗੀ ਆ ਵੀ ਉਹਦੀ ਰਾਏ ਲੈ ਕੇ, ਕਿਉਂਕਿ ਡੀਸੈਂਟਰਲਾਈਜੇਸ਼ਨ ਆਫ ਪਾਵਰ ਕਰ ਰਹੇ ਹਾਂ ਅਸੀਂ ਗ੍ਰਾਮ ਸਭਾ ਰਾਹੀਂ। ਤਾਂ ਹੁਣ ਉਹਨੂੰ ਮਾਣ ਹੋਵੇ ਵੀ ਮੈਂ ਵੋਟ ਪਾਈ ਹੈ, ਮੈਨੂੰ ਬੈਕਅਪ, ਮੈਨੂੰ ਵਾਪਸ ਕੀ ਮਿਲੂਗਾ, ਮੇਰੀ ਵੋਟ ਦੇ ਬਦਲੇ ਮੇਰੀ ਕੋਈ ਰਾਏ ਲਈ ਜਾਊਗੀ ਜਾਂ ਨਹੀਂ ਲਈ ਜਾਊਗੀ, ਇਹ ਡਿਕਟੇਟਰਸ਼ਿਪ ਹੋਊਗੀ ਜਾਂ ਕੱਲ ਨੂੰ ਸਾਨੂੰ ਪੁੱਛ ਕੇ ਕੋਈ ਰਾਏ ਮਸ਼ਵਰੇ ਲੈ ਕੇ ਇਨਵੋਲਵਮੈਂਟ ਕਰਕੇ ਸਾਡੀ ਪੰਚਾਇਤ ਗੱਲ ਕਰੂਗੀ। ਤਾਂ ਉਹ ਫਿਰ ਜਿਹੜਾ ਹੈਗਾ ਉਹਨੂੰ ਪੁੱਛਿਆ ਜਾਂਦਾ ਤੁਹਾਡੀਆਂ ਲੋੜਾਂ ਕੀ ਹੈ, ਫਿਰ ਉਹ ਆਪਣਾ ਜਿਹੜਾ ਹੈਗਾ ਲੋੜਾਂ ਦੇ ਮੁਤਾਬਕ ਇੱਕ ਵੋਟਰਾਂ ਦੀ ਸਹਿਮਤੀ ਨਾਲ ਹੀ ਇਹ ਸਾਰਾ ਜਿਹੜਾ ਪਲਾਨ ਬਣਦਾ ਹੈਗਾ। ਜੇ ਹੁਣ ਅਸੀਂ ਉਹਨਾਂ ਨੂੰ ਇਗਨੋਰ ਕਰ ਦਿਆਂਗੇ ਤਾਂ ਚੇਤਨਤਾ ਕਿੱਥੋਂ ਆਊਗੀ? ਉਹਨਾਂ ਨੂੰ ਜਾਗਰੂਕ ਕਰਨਾ ਹੈ ਤਾਂ ਉਹਨਾਂ ਨੂੰ ਅਹਿਸਾਸ ਕਰਾਉਣਾ ਪਊਗਾ ਵੀ ਤੁਸੀਂ ਵੀ ਉਹਨੇ ਇੰਪੋਰਟੈਂਟ ਆ ਜਿੰਨੇ ਕਿ ਪਿੰਡ ਦਾ ਇੱਕ ਅਹੁਦੇਦਾਰ ਹੈਗਾ ਏ।
ਤੇ ਬਾਕੀ ਜਿਹੜਾ ਹੈਗਾ ਮੈਨੂੰ ਲੱਗਦਾ ਵੀ ਜਦੋਂ ਦੇ ਅਸੀਂ ਤੁਰੇ ਹੋਏ ਆ, ਚਾਹੇ ਆਪਾਂ ਸੋਸ਼ਲੀ ਸੇਵਾ ਨੂੰ ਲੈ ਕੇ ਤੁਰੇ ਹੋਏ ਆ, ਰੁਕਾਵਟਾਂ ਤਾਂ ਹਰ ਕੰਮ 'ਚ ਹੀ ਆਉਂਦੀਆਂ ਏ। ਤੁਸੀਂ ਦੁਨੀਆ ਦਾ ਮੈਨੂੰ ਉਹ ਕੰਮ ਦੱਸੋ, ਖੇਤੀ ਦੱਸੋ, ਪੜ੍ਹਾਈ ਦੱਸੋ, ਕਿਸੇ ਨੇ ਫੋਰਨ ਜਾਣਾ, ਕਿ ਜੌਬ ਲੈਣੀ, ਦੱਸੋ ਕਿਹਦੇ 'ਚ ਰੁਕਾਵਟ ਨਹੀਂ ਹੈਗੀ। ਜੇ ਅਸੀਂ ਰੁਕਾਵਟਾਂ ਦੇਖ ਕੇ ਛੱਡ ਕੇ ਬਹਿ ਜਾਾਂਗੇ ਜਾਂ ਬਹਾਨੇਬਾਜ਼ੀ ਕਰ ਲਾਂਗੇ ਤਾਂ ਉਹ ਠੀਕ ਨਹੀਂ ਹੈ। ਸਾਨੂੰ ਓਡਾ ਵੱਡਾ ਦਿਲ ਤੇ ਓਨੀ ਵੱਡੀ ਜੋਸ਼ ਨਾਲ ਕੰਮ ਕਰਨਾ ਚਾਹੀਦਾ ਏ ਜੇ ਅਸੀਂ ਇਹ ਚੀਜ਼ ਨੂੰ ਕਾਮਯਾਬ ਕਰਨਾ ਹੈ। ਬਾਕੀ ਗੌਰਮੈਂਟ ਦੀ ਇਹ ਕਮੀ ਹੈ ਵੀ ਜੇ ਗੌਰਮੈਂਟ ਦੇ ਲਾਅ ਦੇ ਵਿੱਚ ਹੀ ਇੱਕ ਚੀਜ਼ ਐਡ ਕਰ ਦੇਣ ਵੀ ਅਸੀਂ ਗ੍ਰਾਂਟ ਹੀ ਉਸ ਪਿੰਡ ਨੂੰ ਦੇਣੀ ਹੈ ਜਿਹੜਾ ਗ੍ਰਾਮ ਸਭਾ ਕਰਾਊਗਾ, ਤਾਂ ਇਹ ਆਟੋਮੈਟਿਕ ਇੰਪਲੀਮੈਂਟ ਹੋ ਜੇ। ਹੁਣ ਰੌਲਾ ਇਹ ਪੈਂਦਾ ਵੀ ਕਈ ਲੋਕ ਚਾਹੁੰਦੇ ਵੀ ਕਰਪਸ਼ਨ ਸਾਡੀ ਲੋਕਾਂ 'ਚ ਸਾਹਮਣੇ ਨਾ ਆਵੇ। ਮੰਨ ਲਓ ਮੈਂ ਪਿੰਡ ਦਾ ਸਰਪੰਚ ਆ, ਮੈਂ ਫੰਡ ਖਾ ਗਿਆ ਕੋਈ, ਹੁਣ ਇੱਕ ਪਾਸੇ ਮੈਂ ਗ੍ਰਾਮ ਸਭਾ ਬੁਲਾ ਲਈ, ਤਾਂ ਉਹ ਕੀ ਹੈ, ਲੋਕ ਮੈਨੂੰ ਪੁੱਛਣਗੇ ਵੀ ਤੂੰ ਕਿਉਂ ਪੈਸੇ ਖਾਦੇ, ਕਿਉਂ ਕੀਤਾ ਸਾਰਾ ਕੁਝ, ਤਾਂ ਉਹਦੀ ਜਵਾਬਦੇਹੀ ਤੋਂ ਡਰਦੇ ਵੀ ਗ੍ਰਾਮ ਸਭਾ ਨਹੀਂ ਕਰਾਉਂਦੇ। ਇਸ ਕਰਕੇ ਜਿਹੜਾ ਲੋਕਾਂ ਦਾ ਇਕੱਠ ਆ ਉਹ ਚੈਲੰਜ ਕਰਦਾ ਹੈ। ਜਿਵੇਂ ਹੁਣ ਕਿਸਾਨ ਅੰਦੋਲਨ ਚੱਲ ਰਿਹਾ, ਉਹ ਗਵਰਨਮੈਂਟ ਤੋਂ ਜਵਾਬਦੇਹੀ ਮੰਗਦੇ ਵੀ ਤੁਹਾਨੂੰ ਬਣਾਇਆ ਕਾਹਦੇ ਲਈ ਸੀ, ਦੇਸ਼ ਨੂੰ ਲੁੱਟਣ ਵਾਸਤੇ, ਖਾਣ ਵਾਸਤੇ ਜਾਂ ਭੱਜਣ ਵਾਸਤੇ ਪੈਸਾ ਲੈ ਕੇ। ਜੇ ਇੱਕ ਕਿਸਾਨ ਤੇ ਕਾਨੂੰਨ ਲਾਗੂ ਆ ਤਾਂ ਜਿਹੜੇ ਬੰਦੇ ਗਵਰਨ ਕਰ ਭੱਜੀ ਜਾਂਦੇ ਨੇ ਜਾਂ ਗਲਤ ਐਕਸਪਲੋਇਟ ਕਰੀ ਜਾਂਦੇ ਨੇ ਦੇਸ਼ ਨੂੰ, ਕੀ ਗੱਲ ਉਹਨਾਂ ਵਾਸਤੇ ਕਾਨੂੰਨ ਨਹੀਂ ਹੈ? ਤਾਂ ਜੇ ਇੱਕ ਆਮ ਵੋਟਰ ਦੇ ਲਈ ਕਾਨੂੰਨ ਆ ਤਾਂ ਇੱਕ ਲੀਡਰ ਲਈ ਵੀ ਕਾਨੂੰਨ ਹੈ। ਹਰ ਇੱਕ ਬੰਦੇ ਦੀਆਂ ਸੀਮਾਵਾਂ ਨੇ, ਉਹ ਸੀਮਾਵਾਂ 'ਚ ਰਹਿ ਕੇ ਅਸੀਂ ਜਵਾਬਦੇਹ ਹਾਂ। ਤੇ ਇਹ ਤੇ ਕਾਨੂੰਨ ਜਿਹੜਾ ਹੈਗਾ ਸਭ ਤੋਂ ਉੱਚਾ ਹੈ। ਤੇ ਉਹ ਕਾਨੂੰਨ ਦੇ ਤਹਿਤ ਜੇ ਗ੍ਰਾਮ ਸਭਾ ਬਣੀ ਹੋਈ ਆ ਤਾਂ ਉਹ ਜਿਹੜਾ ਹੈਗਾ ਉਹਨਾਂ ਲਈ ਸ਼ਰਤ ਹੋਵੇ ਇਹ ਵੀ ਜਿਹੜੀ ਵੀ ਪਿੰਡ ਦੀ ਗ੍ਰਾਂਟ ਆ ਉਹ ਤਾਂ ਮਿਲੂਗੀ ਜੇ ਗ੍ਰਾਮ ਸਭਾ ਕਰਾਓਗੇ। ਜੇ ਤੁਸੀਂ ਇਹਨੂੰ ਸਟੈਪ ਨੂੰ ਫਾਲੋ ਨਹੀਂ ਕਰਦੇ ਤਾਂ ਅਸੀਂ ਤੁਹਾਡੀ ਗ੍ਰਾਂਟ ਹੀ ਬੰਦ ਕਰ ਦਿਆਂਗੇ। ਫੇਰ ਦੇਖੋ ਕਿਵੇਂ ਹੁੰਦੀਆਂ ਨੇ। ਬਟ ਗੌਰਮੈਂਟ ਦੇ ਵਿੱਚ ਵੀ ਇਹ ਜਿਹੜਾ ਕੁਛ ਜਿਹੜਾ ਹੈਗਾ ਸਿਸਟਮ ਇਹੋ ਜਿਹਾ ਬਣਿਆ ਹੋਇਆ ਹੈ ਵੀ ਇਹਦੀ ਅਹਿਮੀਅਤ ਨਹੀਂ ਸਮਝੀ ਜਾਂਦੀ ਜਾਂ ਸਮਝ ਲਓ ਇਗਨੋਰ ਕੀਤਾ ਗਿਆ। ਹੁਣ ਮੈਂ ਤੁਹਾਨੂੰ ਇੱਕ ਸਵਾਲ ਪੁੱਛਦਾ, ਪਿੰਡਾਂ 'ਚ ਲੋਕ ਭੋਲੇ, ਅਨਪੜ੍ਹ ਜਾਂ ਸਮਝ ਲਓ ਵੀ ਅਣਜਾਣ ਨੇ ਜਾਂ ਜਾਗਰੂਕ ਨਹੀਂ ਗੇ, ਮੈਨੂੰ ਸ਼ਹਿਰਾਂ 'ਚ ਦੱਸੋ ਗ੍ਰਾਮ ਸਭਾ ਹੁੰਦੀ ਹੈ? ਕਿਸੇ ਇੱਕ ਮਹੱਲੇ ਦਿਖਾਓ ਪੰਜਾਬ 'ਚ ਕਿਤੇ ਗ੍ਰਾਮ ਸਭਾ ਕੀਤੀ ਮਹੱਲੇ ਵਾਲਿਆਂ ਨੇ? ਉਹ ਤਾਂ ਬਹੁਤ ਪੜ੍ਹੇ ਲਿਖੇ ਨੇ, ਡਾਕਟਰ ਵੀ ਨੇ, ਇੰਜੀਨੀਅਰ ਨੇ, ਕਿੰਨੇ ਟੀਚਰ, ਮਤਲਬ ਹੋਰ ਬਹੁਤ ਐਕਸਪਰਟ ਲੋਕ ਬੈਠੇ ਨੇ, ਤੇ ਕਿਸੇ ਇੱਕ ਮਹੱਲੇ ਦੇ ਲੋਕਾਂ ਨੇ ਖੜੇ ਹੋ ਕੇ ਗ੍ਰਾਮ ਸਭਾ ਕੀਤੀ ਹੋਵੇ, ਆਪਦਾ ਇਹ ਪੈਟਰਨ ਅਪਣਾਇਆ ਹੋਵੇ, ਕਿਉਂਕਿ ਉਹ ਮਹੱਲੇ ਵਾਸਤੇ, ਉਹਦੇ ਵਾਸਤੇ ਵੀ ਕਾਨੂੰਨ ਸੇਮ ਬਣਿਆ ਹੋਇਆ। ਇਹ ਤਾਂ ਹੈ ਨਹੀਂ ਗ੍ਰਾਮ ਸਭਾ ਇਕੱਲੀ ਪਿੰਡਾਂ ਵਾਸਤੇ ਆ, ਸ਼ਹਿਰਾਂ ਨੂੰ ਛੱਡ ਦਈਏ, ਠੀਕ ਹੈ ਨਾ? ਤਾਂ ਹੁਣ ਉਹਨਾਂ ਨੇ ਇਹਦੇ ਬਾਰੇ ਕਦੇ ਸ਼ਹਿਰ ਦੇ ਵਿੱਚ ਕਿਸੇ ਨੂੰ ਪੁੱਛ ਕੇ ਦੇਖੀਏ ਆਪਾਂ ਵੀ ਤੁਹਾਡੇ ਗ੍ਰਾਮ ਸਭਾ ਹੋਈ, ਮੀਟਿੰਗ? ਗ੍ਰਾਮ ਤਾਂ ਚਲੋ ਪਿੰਡ 'ਚ ਮਹੱਲਾ ਸਭਾ ਹੀ ਕਹਿ ਲਓ, ਜਿਹੜਾ ਕੌਂਸਲਰ ਆ ਉਹਨੇ ਕਰਾਉਣੀ। ਮੈਂ ਤੁਹਾਨੂੰ ਇੰਟਰਰਪਟ ਕਰ ਰਿਹਾ, ਗ੍ਰਾਮ ਸਭਾ ਤੇ ਸਿਰਫ ਪਿੰਡਾਂ ਵਾਸਤੇ ਹੀ ਹੈਗੀ ਹੈ ਨਾ, ਸ਼ਹਿਰਾਂ ਦੇ ਵਿੱਚ ਹੁਣ ਆਪਾਂ ਮੋਗੇ ਸ਼ਹਿਰ ਜਿਹੜੀ ਉਹ ਅਸੈਂਬਲੀ ਹੈਗੀ ਹੈ, ਉਹ ਅਸੈਂਬਲੀ ਦੀ ਇਲੈਕਸ਼ਨ ਜਿਹੜੀ ਹੈਗੀ ਹੈ ਉੱਥੇ ਤੇ ਨਹੀਂ। ਹੁਣ ਚੰਡੀਗੜ੍ਹ ਤੇ ਆਪਾਂ ਐਕਸਪੈਕਟ ਨਹੀਂ ਕਰ ਸਕਦੇ ਗ੍ਰਾਮ ਸਭਾ ਹੋਏਗੀ। ਨਹੀਂ ਜੀ ਨਹੀਂ, ਇਹੀ ਤਾਂ ਭੁਲੇਖਾ ਹੈ। ਗ੍ਰਾਮ ਸਭਾ ਇੰਡੀਆ ਦੇ ਹਰ ਇੱਕ ਵੋਟਰ ਲਈ ਬਣੀ ਹੋਈ ਹੈ, ਇਹ ਕਿਸੇ ਪਿੰਡ ਲਈ ਖਾਸ ਰਾਖਵੀ ਨਹੀਂ ਹੈ। ਜੇ ਮਹੱਲੇ ਦੇ ਵਿੱਚ ਐਮਸੀ ਆ ਤਾਂ ਐਮਸੀ ਨੇ ਕਰਾਉਣੀ ਹੁੰਦੀ ਹੈ। ਆਪਦੇ ਏਰੀਏ 'ਚ ਜਿਹੜਾ ਕੋਈ ਮੰਗ ਪੱਤਰ ਆ, ਕੋਈ ਰਾਏ ਮਸ਼ਵਰਾ ਆਏ, ਕਾਮਨ ਗੈਦਰਿੰਗ ਲੈ ਕੇ ਇੱਕ ਲੋਕਾਂ ਦੇ ਡਿਮਾਂਡ ਦੇ ਅਕੋਰਡਿੰਗ ਹੀ ਗ੍ਰਾਂਟਾਂ ਲਾਉਣੀਆਂ ਸੀ। ਤਾਂ ਜਿਹੜੀ ਉੱਥੇ ਕਮੇਟੀ ਬਣੀ ਹੋਈ ਆ ਉਹਨੇ ਵੀ ਇਸੇ ਆਧਾਰ ਤੇ ਇਹਨੂੰ, ਇਹਦਾ ਮਤਲਬ ਇਹ ਹੋ ਗਿਆ ਫਿਰ ਗ੍ਰਾਮ ਸਭਾ ਦਾ ਇਕੱਲੀ ਪਿੰਡ ਦੀ ਸਭਾ ਹੀ ਰਹਿ ਗਈ ਜਾਂ ਪਿੰਡ ਤੱਕ ਸੀਮਿਤ ਰਹਿ ਗਈ, ਬਾਕੀ ਵੋਟਰਾਂ ਨੂੰ ਉਹਨਾਂ ਦਾ ਹੱਕ ਹੀ ਨਹੀਂ ਦਿੱਤਾ ਸੀ। ਉਹਨਾਂ ਨੂੰ ਗਰੰਟਾਂ ਕਿਵੇਂ ਦੇਵਾਂਗੇ, ਉਹਨਾਂ ਦੀ ਰਾਏ ਕਿਵੇਂ ਲਵਾਂਗੇ, ਉਹਨਾਂ ਦੀ ਇਨਵੋਲਵਮੈਂਟ ਦੇਸ਼ 'ਚ ਕਿਵੇਂ ਕਰਾਂਗੇ ਡੈਮੋਕ੍ਰੇਸੀ 'ਚ? ਰਮਨ ਭਾਜੀ ਮੈਂ ਇੱਥੇ ਐਡ ਕਰਨਾ ਚਾਹੁੰਦਾ, ਇਹ ਗੱਲ ਬਿਲਕੁਲ ਪਰਮਜੀਤ ਭਾਜੀ ਸਹੀ ਕਹਿ ਰਹੇ। ਦਿੱਲੀ ਦੇ ਵਿੱਚ ਜਿਹੜੀਆਂ ਸਿਟੀ ਵਾਈਜ਼ ਗ੍ਰਾਮ ਸਭਾ ਬੁਲਾਈਆਂ ਗਈਆਂ ਆ, ਦਿੱਲੀ ਦੇ ਵਿੱਚ ਲੋਕ ਜਿਹੜੇ ਐਮਐਲਏਜ਼ ਆ ਉਹ ਜਾ ਕੇ ਇਹ ਕੰਮ ਕਰਦੇ ਆ ਜੋ ਪਰਮਜੀਤ ਭਾਜੀ ਕਹਿ ਰਹੇ ਆ। ਉਹ ਜਾ ਕੇ ਲੋਕਾਂ ਦੇ ਕੋਲੋਂ ਪੁੱਛਦੇ ਆ ਵੀ ਤੁਹਾਡੇ ਇਲਾਕੇ 'ਚ ਕੀ ਕੰਮ ਕੀਤਾ ਜਾਵੇ। ਦਿੱਲੀ 'ਚ ਹੋ ਰਿਹਾ। ਨਹੀਂ ਮੈਂ ਗੱਲ ਮੰਨਦਾ ਤੁਹਾਡੀ, ਲੇਕਿਨ ਜਿਹੜਾ ਕਾਨੂੰਨੀ ਪ੍ਰਾਵਧਾਨ ਹੈ ਨਾ ਰਮਨ ਜੀ, ਇੱਕ ਮਿੰਟ, ਪੰਜਾਬ ਦੇ ਵਿੱਚ ਸਤੰਬਰ 2012 ਦੇ ਵਿੱਚ ਇੱਕ ਮਹੱਲਾ ਵਾਰਡ ਸਭਾ ਦਾ ਬਿੱਲ ਪਾਸ ਹੋਇਆ ਗਿਆ। ਮੇਰੀ ਗੱਲ ਸੁਣ ਲਈ ਜੀ? ਹੈਲੋ, ਹਾਂਜੀ। ਪੰਜਾਬ ਦੇ ਵਿੱਚ ਸਤੰਬਰ 2012 ਦੇ ਵਿੱਚ ਮਹੱਲਾ ਵਾਰਡ ਸਭਾ ਬਿੱਲ ਪਾਸ ਹੋਇਆ। ਸ਼ਹਿਰਾਂ ਪਿੰਡਾਂ ਦੇ ਵਿੱਚ ਗ੍ਰਾਮ ਸਭਾ ਹੈ ਤੇ ਸ਼ਹਿਰਾਂ ਦੇ ਵਿੱਚ ਵਾਰਡਾਂ ਦੇ ਵਿੱਚ ਮਹੱਲਾ ਵਾਈਜ਼ ਮੀਟਿੰਗਾਂ ਕਰਨ ਦਾ ਇਹ 73ਵੀਂ ਸੋਧ ਦੇ ਵਿੱਚ ਜੋ ਪੰਚਾਇਤ ਕੀਤੀ ਆ ਉਹਦੇ 'ਚ ਇਹ ਰੂਰਲ ਮਿਨਿਸਟਰੀ ਵਾਸਤੇ ਆ, 74ਵੀਂ ਸੋਧ ਹੈਗੀ ਆ ਅਰਬਨ ਮਿਨਿਸਟਰੀ ਵਾਸਤੇ। ਆਪਾਂ ਕਿਰਪਾ ਕਰਕੇ ਇਹ ਉਧਰ ਵਿਸ਼ੇ 'ਚ ਨਾ ਲੈ ਕੇ ਜਾਈਏ, ਆਪਾਂ ਗ੍ਰਾਮ ਸਭਾ ਤੇ ਫੋਕਸ ਕਰੀਏ ਫਿਲਹਾਲ, ਕਿਉਂਕਿ ਫਿਰ ਹੋਰ ਵੀ ਗੱਲ ਛੱਡ ਦੇਣੀ ਕੋਈ। ਹਾਂ ਬਿਲਕੁਲ। ਹਾਂਜੀ ਪਰਮਜੀਤ ਜੀ ਕੰਟੀਨਿਊ। ਹਾਂਜੀ, ਤਾਂ ਮੇਰੇ ਕਹਿਣ ਦਾ ਮਕਸਦ ਇਹ ਸੀ ਵੀ ਜਿਹੜੀ ਜਾਗਰੂਕਤਾ ਹੈ, ਚੇਤਨਤਾ, ਇਕੱਲੀ ਪਿੰਡਾਂ 'ਚ ਨਹੀਂ ਸ਼ਹਿਰਾਂ 'ਚ ਵੀ ਲੋੜ ਹੈਗੀ ਉਨੀ ਹੀ। ਤੇ ਬਾਕੀ ਜਦੋਂ ਕਈ ਵਾਰੀ ਹੁੰਦਾ ਨਾ, ਜਿਵੇਂ ਆਪਾਂ ਨੂੰ ਹੁੰਦਾ ਵੀ ਮੇਰਾ ਗੁਆਂਢੀ ਆਹ ਕੰਮ ਕਰ ਰਿਹਾ ਹੈ ਤੇ ਮੈਂ ਉਹਦੀ ਰੀਸ ਨਾ ਕਰਦਾ ਏ। ਪਿੰਡਾਂ 'ਚ ਤਾਂ ਕਈ ਵਾਰ ਇੱਕ ਪਿੰਡ ਕਰਦਾ, ਉਹਦੀ ਰੀਸ ਨਾਲ ਵੀ ਕਈ ਪਿੰਡ ਹੋਰ ਲੱਗ ਜਾਂਦੇ, ਵੀ ਅਸੀਂ ਵੀ ਇਹ ਕੰਮ ਕਰੀਏ। ਤਾਂ ਜਦੋਂ ਕਿਸੇ ਵੀ ਕੰਮ 'ਚ ਹਾਈਲਾਈਟ ਉਹ ਕੀਤਾ ਜਾਊਗਾ ਗ੍ਰਾਮ ਸਭਾ ਨੂੰ, ਜਾਂ ਉਹਦੇ ਤਹਿਤ ਗ੍ਰਾਂਟਾਂ ਆਉਣਗੀਆਂ, ਜਿਵੇਂ ਅਸੀਂ ਗ੍ਰਾਮ ਸਭਾ ਦਾ ਜਿਹੜਾ ਕੀਤਾ ਸੀ ਇਜਲਾਸ, ਉਹਦੇ ਵਿੱਚ 4 ਕਰੋੜ 60 ਲੱਖ ਰੁਪਇਆ ਜਦੋਂ ਸੀਵਰੇਜ
ਸੀਵਰੇਜ ਦਾ ਮਨਜ਼ੂਰ ਹੋਇਆ ਤਾਂ 7 ਸਾਡੇ ਚੀਜ਼ਾਂ ਮਨਜ਼ੂਰ ਹੋਈਆਂ ਸੀਗੀਆਂ, ਤਾਂ ਸਾਨੂੰ ਯਕੀਨ ਹੀ ਨਹੀਂ ਆ ਰਿਹਾ ਸੀ ਵੀ ਬਿਨਾਂ ਕਿਸੇ ਲੀਡਰ ਦੇ ਸਿਫਾਰਿਸ਼ ਦੇ, ਬਿਨਾਂ ਕਿਸੇ ਅਪਰੋਚ ਦੇ ਇੰਨੇ ਪੈਸੇ ਪਿੰਡ ਜਾ ਕਿਵੇਂ ਸਕਦੇ ਆ। ਤਾਂ ਸਾਰੇ ਹੈਰਾਨ ਹੋ ਗਏ। ਹੁਣ ਦੂਸਰਾ ਤੁਸੀਂ ਪੁੱਛੋਗੇ ਵੀ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਇੰਨੇ ਪੈਸੇ ਮਨਜ਼ੂਰ ਹੋ ਗਏ ਜਾਂ ਤੁਹਾਡੇ ਮਤੇ ਪ੍ਰਵਾਨ ਹੋ ਗਏ। ਅਸੀਂ ਕਿਹੜਾ ਕੋਈ ਪੋਲੀਟੀਕਲ ਸੀਗੇ, ਅਸੀਂ ਤਾਂ ਇੱਕ ਆਮ ਜਿਹੜੇ ਪਿੰਡ ਦੇ ਰਹਿਣ ਵਾਲੇ ਸੀ, ਨਿਵਾਸੀ ਸੀ। ਤਾਂ ਉਹਦੇ ਵਿੱਚ ਗਵਰਨਮੈਂਟ ਨੇ ਇੰਨਾ ਸੋਹਣਾ ਸਿਸਟਮ ਬਣਾਇਆ ਹੋਇਆ, ਪੰਚਾਇਤਾਂ ਦਾ ਸਾਰਾ ਜਿੰਨਾ ਵੀ ਟੋਟਲ ਸਿਸਟਮ BDP ਆਫਿਸ ਤੋਂ ਲੈ ਕੇ ਸੈਂਟਰ ਤੱਕ ਆਨਲਾਈਨ ਹੈ। ਅਸੀਂ ਜੇ ਚਾਹੀਏ ਬਲਾਕ ਦੇ ਵਿੱਚੋਂ ਪਤਾ ਕਰ ਸਕਦੇ ਹਾਂ, ADC ਡਿਵੈਲਪਮੈਂਟ ਆ ਉਹ ਤੋਂ ਪਤਾ ਕਰ ਸਕਦੇ ਹਾਂ ਜਾ ਕੇ ਜਿਹੜੇ ਹੈਗੇ ਆ। ਜੇ ਅਸੀਂ ਕਿਸੇ ਕੋ ਜਾਣਾ ਵੀ ਨਹੀਂ ਚਾਹੁੰਦੇ ਤਾਂ ਇੱਕ ਸੌਫਟਵੇਅਰ ਆ ਪਲਾਨ ਪਲੱਸ, PLAN ਪਲਾਨ ਪਲੱਸ PLUS ਪਲੱਸ। ਜਦੋਂ ਤੁਸੀਂ ਉਹਦੇ ਤੇ ਆਪਣਾ ਸਰਚ ਮਾਰੋਗੇ, ਸਾਰਾ ਦੇਸ਼, ਸਾਰੇ ਸ਼ਹਿਰ, ਪਿੰਡ, ਈਵਨ ਤੁਹਾਡੇ ਏਰੀਏ ਦਾ ਵੀ ਉਹਦੇ ਤੇ ਪਤਾ ਲੱਗ ਜੂ ਵੀ ਕਿੰਨੀ ਗ੍ਰਾਂਟ ਆਈ, ਕਿਹੜੇ ਪ੍ਰੋਜੈਕਟ ਮਨਜ਼ੂਰ ਹੋਏ ਤੇ ਕਿੰਨੀ ਗ੍ਰਾਂਟ ਪੈਂਡਿੰਗ ਆ, ਕਿਹੜੇ ਕੰਮ ਹੋ ਗਏ ਕਿਹੜੇ ਨਹੀਂ ਹੋ ਗਏ। ਹੁਣ ਜਦੋਂ ਇੰਨੀਆਂ ਸਹੂਲਤਾਂ ਵੋਟਰ ਨੂੰ ਘਰੇ ਬੈਠੇ ਨੂੰ ਉਤੋਂ ਸਿਸਟਮ ਨੇ ਦੇਤੀਆਂ, ਤਾਂ ਹੁਣ ਸਾਡਾ ਵੀ ਫਰਜ਼ ਬਣਦਾ ਨਾ ਕੁਛ ਕਰੀਏ ਆਪਦੇ ਪਿੰਡ ਦੇ ਵਿੱਚ, ਇੱਕ ਲੋਕਾਂ 'ਚ ਜਾਗਰਤੀ ਲਿਆਈਏ ਜਾਂ ਉਹਨਾਂ ਨੂੰ ਸੁਚੇਤ ਕਰੀਏ। ਜਾਂ ਜਿਹੜਾ ਆਪਾਂ ਉਪਰਾਲਾ ਕਰ ਰਹੇ ਹਾਂ ਇਸੇ ਲਈ ਕਰ ਰਹੇ ਨੇ ਵੀ ਸਾਰੇ NRI ਇਹਨੂੰ ਸਮਝਣ, ਸੋਚਣ, ਫਿਰ ਆਪਣੇ ਆਪਣੇ ਪਿੰਡਾਂ 'ਚ ਕਰਨ। ਹੁਣ ਜ਼ਰੂਰੀ ਨਹੀਂ NRI ਨੇ ਫੰਡ ਹੀ ਦੇਣਾ ਹੁੰਦਾ, NRI ਇਹ ਚੀਜ਼ ਨੂੰ ਚੰਗੀ ਤਰ੍ਹਾਂ ਸਮਝ ਕੇ ਆਪਣੇ ਪਿੰਡਾਂ 'ਚ ਲਾਗੂ ਕਰਵਾ ਸਕਦੇ। ਬਿਲਕੁਲ ਇਹੋ ਜਿਹਾ ਉਪਰਾਲਾ ਜਿਹਦੇ ਵਿੱਚ ਪੈਸੇ ਦੀ ਇਨਵੈਸਟਮੈਂਟ ਬਹੁਤਾ ਲੋੜ ਨਹੀਂ ਹੈਗੀ, ਇੱਥੇ ਲੋਕਾਂ ਨੂੰ ਸੁਚੇਤ ਕਰਨ ਦੀ ਲੋੜ। ਇੱਕ ਮਿੰਟ ਹਾਂਜੀ ਹਾਂਜੀ ਤੇ ਸੁਣ ਲਓ। ਦੇਖੋ ਇਹ ਗੱਲਾਂ ਬਿਲਕੁਲ ਬਹੁਤ ਵਧੀਆ ਨੇ ਦੋਸਤ। ਹਰੇਕ ਚੀਜ਼ ਜਦੋਂ ਕੋਈ ਬਣਦੀ ਆ ਉਹਦਾ ਹੁੰਦਾ ਵੀ ਹਰੇਕ ਨਾਗਰਿਕ ਤੱਕ ਜਾਂ ਕੋਈ ਵੀ ਕੁਝ ਵੀ ਬਣਦਾ ਵੀ ਹਰ ਨੂੰ ਫਾਇਦਾ ਹੋਵੇ, ਫਾਇਦੇ ਵਾਸਤੇ ਸਭ ਕੁਝ ਬਣਦਾ। ਰਿਸ਼ਪਾਲ ਭਾਜੀ ਆਪਣਾ ਮਾਈਕ ਨਾਲ ਨੇੜੇ ਕਰ ਲਓ। ਹੈਲੋ, ਆਵਾਜ਼ ਆ ਰਹੀ ਹੈ ਸਰ ਮੇਰੀ? ਹਾਂਜੀ ਹੈਲੋ, ਹਾਂਜੀ ਤੁਸੀਂ ਨਰੇਗਾ ਰਾਹੀਂ ਪੈਸਾ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ 15% ADC ਨੂੰ ਦੇਣਾ। ਦੇਖੋ ਗੱਲਾਂ ਦੇਖੋ ਵਧੀਆ ਕਹੀਆਂ ਇਹਨਾਂ ਨੇ, ਬਾਕੀ ਸਭ ਕੁਝ ਬਣਿਆ ਹੋਇਆ, ਸਭ ਪਤਾ ਸਾਨੂੰ। ਜੇ ਤੁਸੀਂ 15% ਨਹੀਂ ਦੋਗੇ ਤਾਂ ਤੁਹਾਨੂੰ ਕਿਸੇ ਨਾ ਕਿਸੇ ਗੱਲ 'ਚ ਉਲਝਾਈ ਰੱਖਣਗੇ। ਤੁਸੀਂ 10 ਗੇੜੇ ਮਾਰ ਲਓ, 5 ਮਾਰ ਲਓ, ਫਿਰ ਤੁਹਾਡੀ ਗੱਲਬਾਤ ਫਿਰ ਜਿਹੜਾ ਸੈਕਟਰੀ ਆ ਉਹੀ ਕਰਵਾਊਗਾ, ਕਹੂਗਾ ਵੀ ਪ੍ਰਧਾਨ ਜੀ ਤੁਹਾਨੂੰ ਇੰਨੇ ਪੈਸੇ ਦੇਣੇ ਹੀ ਪੈਣਗੇ। ਮੈਂ ਵੀ ਬੜਾ ਇਨਕਲਾਬੀ ਹੁੰਦਾ ਸੀ, ਮੈਨੂੰ ਬੜਾ ਹੁੰਦਾ ਸੀਗਾ, ਮੈਂ ਕਦੇ ਲੀਡਰ ਨੂੰ ਪਿੰਡ 'ਚ ਬੜਿਆ ਤਾਂ ਉਹਨੂੰ ਸਵਾਲ ਪੁੱਛਦਾ ਹੁੰਦਾ ਸੀ, ਉਂਗਲ ਕਰਕੇ ਆਏ ਕਿ ਤੂੰ ਤਾਂ ਯਾਰ ਪਿਛਲੀ ਵਾਰੀ ਇਹ ਕਹਿ ਕੇ ਗਿਆ ਸੀ। ਹੁਣ ਜਦੋਂ ਸਿਸਟਮ ਦੇ ਵਿੱਚ ਪੈਂਦੇ ਆ ਤਾਂ ਸਾਰੀਆਂ ਗੱਲਾਂ ਦਾ ਦੇਖੋ ਉਦੋਂ ਹੀ ਪਤਾ ਲੱਗਦਾ। ਹੁਣ ਜੇ ਆਪਾਂ ਬਿੱਲਾਂ ਦੀ ਗੱਲ ਕਰ ਲਈਏ, ਕਾਨੂੰਨਾਂ ਦੀ ਗੱਲ ਕਰ ਲਈਏ, ਜਿਹੜੇ ਆ 3 ਬਿੱਲ ਪਾਸ ਹੋਏ ਹੈ ਤਾਂ ਦੇਖੋ ਜਿਸ ਤਰ੍ਹਾਂ ਆਪਣੀ ਗ੍ਰਾਮ ਸਭਾ ਹੈ ਉਸੇ ਤਰ੍ਹਾਂ ਆਪਣੀ ਪਾਰਲੀਮੈਂਟ ਵੀ ਹੈ ਸਰ, ਉਸੇ ਤਰ੍ਹਾਂ ਆਪਣੀ ਪਾਰਲੀਮੈਂਟ ਵੀ ਹੈ। ਉਹਦੇ ਵਿੱਚ ਲੋਕ ਸਭਾ ਦੇ ਵਿੱਚ ਉਹਨਾਂ ਦੀ ਮੈਜੋਰਟੀ ਆ, ਰਾਜ ਸਭਾ ਦੇ ਵਿੱਚ ਦੇਖੋ ਕਿਵੇਂ ਬਿੱਲ ਪਾਸ ਕਰਿਆ ਉਹਨਾਂ ਨੇ, ਕਦੋਂ ਉਹਦੇ ਉੱਤੇ ਡਿਬੇਟ ਹੋਈ ਹੈ, ਕਦੋਂ ਕੁਝ ਹੋਇਆ। ਜਦੋਂ ਉੱਪਰਲੇ ਜਿਹੜਾ ਆਪਣਾ ਜਿਨ੍ਹਾਂ ਨੇ ਇਹ ਕਾਨੂੰਨ ਬਣਾਏ ਨੇ ਜਦੋਂ ਉਹੀ ਨਹੀਂ ਇੰਪਲੀਮੈਂਟ ਕਰਦੇ, ਮੈਂ ਇਹ ਨਹੀਂ ਕਹਿੰਦਾ ਵੀ ਸਾਨੂੰ ਨਹੀਂ ਕਰਨੇ ਚਾਹੀਦੇ, ਸਾਨੂੰ ਸੇਧ ਕਿੱਥੋਂ ਮਿਲਦੀ ਆ? ਸਾਡੇ ਵਿੱਚ ਉਹ ਚੀਜ਼ ਕਿੱਥੋਂ ਆਉਂਦੀ ਆ ਕਿ ਸਾਡੇ 'ਚ ਉਹ ਭਾਵਨਾ ਹੀ ਨਹੀਂ ਰਹੀ ਸਰ ਇਮਾਨਦਾਰੀ ਵਾਲੀ। ਇਹ ਦੇਖੋ ਮੈਂ ਬਾਕੀ ਇਹ ਜਿਹੜੇ ਆਪਣੇ ਬਾਈ ਜੀ ਨੇ ਬੜੇ ਸਿਆਣੀਆਂ ਗੱਲਾਂ ਕੀਤੀਆਂ, ਇਹਨਾਂ ਨੇ ਵਧੀਆ ਗੱਲਾਂ ਕੀਤੀਆਂ, ਇਹਨਾਂ ਨੇ ਕਰਵਾਏ ਹੋਣਗੇ ਪਾਸ, ਪਰ ਜਿਹੜੀ ਹਕੀਕਤ ਆ ਉਹ ਹੋਰ ਚੀਜ਼ ਆ, ਜਿਹੜੀ ਕਿਤਾਬੀ ਨੌਲੇਜ ਆ ਉਹ ਹੋਰ ਚੀਜ਼ ਆ। ਜਦੋਂ ਤੁਸੀਂ ਕੰਮ ਕੋਈ ਕਰਵਾਉਣ ਜਾਂਦੇ ਹੋ, ਜੇ ਤਾਂ ਤੁਸੀਂ ਉਹਦੇ ਵਿੱਚੋਂ ਕੁਝ ਪੈਸਾ ਸੈਕਟਰੀ ਨੂੰ ਦਿੰਦੇ ਹੋ, ਜੇ ਤੁਸੀਂ ਉਹਦੇ ਵਿੱਚੋਂ ਕੁਝ ਪੈਸਾ BDO ਨੂੰ ਦਿੰਦੇ ਹੋ ਤਾਂ ਤੁਹਾਡੇ ਪ੍ਰੋਜੈਕਟ ਪਾਸ ਹੁੰਦੇ ਆ। ਤੁਸੀਂ ਪਿੱਟੀ ਜਾਓ ਜੇ ਤੁਹਾਡੀ ਸਰਕਾਰ ਨਹੀਂ ਹੈਗੀ, ਤੁਹਾਨੂੰ ਨਹੀਂ ਦਿੰਦੇ ਕੰਮ ਕਰਕੇ ਜੀ। ਮੈਂ ਤੁਹਾਨੂੰ ਇੱਕ ਪਿੰਡ ਦੀ ਗੱਲ ਸੁਣਾਉਣਾ ਚਾਹੁੰਦਾ। ਸਾਡੇ ਪਿੰਡ ਦੇ ਵਿੱਚ ਕਾਮਰੇਡ ਛੋਟਾ ਸਿੰਘ ਕਾਮਰੇਡ ਆ, ਫੁੱਲ ਰੇਡੀ ਦੀ ਵੀ ਗੱਲ ਸੁਣਾਉਣਾ ਮੈਂ ਤੁਹਾਨੂੰ। ਇਹ ਗੱਲ ਹੈਗੀ ਹੈ 1985 ਜਾਂ 7 ਦੀ, ਜਦੋਂ ਬਰਨਾਲਾ ਸਰਕਾਰ ਸੀ, ਸਾਡੇ ਪਿੰਡ ਦੇ ਵਿੱਚ ਮੰਡੀ ਬਣਦੀ ਸੀ। ਉਹ ਪੰਚਾਇਤ ਮੈਂਬਰ ਸੀ, ਉਹਨੇ ਦੇਖਿਆ ਵੀ ਜਿਹੜੀਆਂ ਇਹ ਇੱਟਾਂ ਨੇ ਵੀ ਇਹ ਵਧੀਆ ਪ੍ਰੋਪਰ ਨਹੀਂ ਲੱਗ ਰਹੀਆਂ, ਮਤਲਬ ਇਹ ਘਟੀਆ ਕੁਆਲਿਟੀ ਦੀਆਂ ਨੇ। ਰਿਕਸ ਦੀ ਗੱਲ ਕਰ ਰਿਹਾ ਸਰ ਮੈਂ, ਵੀ ਇਹ ਵਧੀਆ ਕੁਆਲਿਟੀ ਦੀਆਂ ਨਹੀਂ ਹੈਗੀਆਂ। ਉਹ ਕਹਿੰਦੇ ਵੀ ਇਹ ਤਾਂ ਇਹੀ ਲੱਗਣਗੀਆਂ, ਜੋ ਤੂੰ ਕੁਛ ਕਰਨਾ ਕਰ ਲਾ। ਫੋਰਚੂਨੇਟਲੀ ਜਿਹੜੇ ਬਰਨਾਲਾ ਸਾਹਿਬ ਸੀਗੇ ਸੰਗਰੂਰ ਕਿਸੇ ਦੌਰੇ ਤੇ ਆਏ ਹੋਏ ਸੀਗੇ, ਉਹਨੇ ਉਹ ਝੋਲੇ 'ਚ ਇੱਟਾਂ ਪਾਈਆਂ, ਕਿਉਂਕਿ ਛੋਟਾ ਕਾਮਰੇਡ ਆ, ਹੁਣ ਵੀ ਸਾਡਾ ਪੰਚਾਇਤ ਮੈਂਬਰ ਹੈ, 80-85 ਸਾਲ ਦੀ ਉਹਦੀ ਏਜ ਹੈ, ਇਮਾਨਦਾਰ ਬੰਦਾ, ਛੜਾ, ਅਨਮੈਰਿਡ ਆ, ਉਹਨੇ ਕਿਸੇ ਵਾਸਤੇ ਨਹੀਂ, ਬਸ ਝੋਲਾ ਚੱਕਦਾ ਰਹਿੰਦਾ ਤੇ ਉਹ ਹਰੇਕ ਕਿਤੇ ਉਹਨੂੰ ਸਾਰਾ ਜ਼ਿਲ੍ਹਾ ਜਾਣਦਾ ਵੀ ਛੋਟਾ ਕਾਮਰੇਡ ਕੌਣ ਹੈ। ਉਹਨੇ ਜਾ ਕੇ ਨਾ, ਉਹ ਜਦੋਂ ਜਾਣਦੇ ਸੀ ਉਦੋਂ ਭਲੇ ਸੀਗੇ ਸਮੇਂ, ਉਦੋਂ ਕੋਈ ਚੈੱਕ ਨਹੀਂ ਕੀਤਾ ਕਿਸੇ ਨੇ। ਉਹਨੇ ਜਾ ਕੇ ਨਾ ਉਹ ਬਰਨਾਲਾ ਸਾਹਿਬ ਦੇ ਟੇਬਲ ਤੇ, ਬਰਨਾਲਾ ਸਾਹਿਬ ਨੂੰ ਪਰਸਨਲੀ ਜਾਣਦੇ ਸੀਗੇ, ਇੱਟਾਂ ਰੱਖ ਦੀਆਂ, ਕਹਿੰਦਾ ਮਹਾਰਾਜ ਤੁਹਾਡੇ ਰਾਜ ਦੇ ਵਿੱਚ ਆਹ ਕੰਮ ਹੋ ਰਿਹਾ।
ਉਦੋਂ ਸੀਐਮ ਸਾਹਿਬ ਨੇ ਚਲੋ ਆਪਣੀ ਸਿਕਿਉਰਿਟੀ ਨੂੰ ਵੀ ਕਿਹਾ ਵੀ ਯਾਰ ਬੰਦਾ ਕੁਝ ਵੀ ਲੈ ਕੇ ਆ ਸਕਦਾ ਹੈ। ਜਦੋਂ ਇੱਟਾਂ ਲਿਆਇਆ ਮੇਰੇ ਟੇਬਲ ਤੱਕ ਵੀ ਤੁਸੀਂ ਧਿਆਨ ਨਹੀਂ ਦਿੰਦੇ, ਪਰ ਉਹ ਤੇ ਉਹਨੂੰ ਸ਼ਾਬਾਸ਼ੀ ਵੀ ਦਿੱਤੀ ਤੇ ਉਸੇ ਟਾਈਮ ਐਕਸ਼ਨ ਲਿਆ। ਉਦੋਂ ਸਸਪੈਂਡ ਕਰੇ ਜਿਹੜੇ ਸਮੇਂ ਦੇ ਅਫਸਰ ਸੀ, ਉਦੋਂ ਸੁਣਵਾਈ ਹੈਗੀ ਸੀ। ਹੁਣ ਤੁਸੀਂ ਐਮਐਲਏ ਨੂੰ ਨਹੀਂ ਜੀ ਮਿਲ ਸਕਦੇ, ਤੁਸੀਂ ਮੁੱਖ ਮੰਤਰੀ ਤਾਂ ਚਲੋ ਦੂਰ ਦੀਆਂ ਗੱਲਾਂ ਨੇ, ਤੁਹਾਨੂੰ ਵੀ ਪਤਾ, ਤੁਸੀਂ ਐਮਐਲਏ ਨੂੰ ਨਹੀਂ ਮਿਲ ਸਕਦੇ। ਔਰ ਸਾਡੇ ਦੇ ਵਿੱਚ, ਚਾਹੇ ਮੈਂ ਵੀ ਉਹਨਾਂ ਵਿੱਚ ਹੀ ਮੰਨ ਲਓ, ਜਦੋਂ ਮੈਂ ਇਹਦੇ ਵਿੱਚ ਰਾਜਨੀਤੀ 'ਚ ਆ ਗਿਆ, ਜਿਹੜੀ ਇੱਕ ਪਾਰਟੀ ਦਾ ਸਿਸਟਮ ਹੈ ਪਿੰਡ ਵਿੱਚ, ਜਿਹੜੀ ਧੜੇਬਾਜ਼ੀ ਹੈ, ਜੇ ਤੁਸੀਂ ਉਹਦੇ ਵਿੱਚ ਨਹੀਂ ਇਨਵੋਲਵ ਹੋਵੋਗੇ ਤੁਸੀਂ ਕੁਛ ਨਹੀਂ। ਮੈਂ ਬੜਾ ਨਿਊਟਰਲ ਹੁੰਦਾ ਸੀ ਪਹਿਲਾਂ, ਮੈਨੂੰ ਜਦੋਂ ਮੈਂ ਇਲੈਕਸ਼ਨ ਨਹੀਂ ਲੜਦਾ ਸੀ ਮੈਨੂੰ ਸਾਰਾ ਪਿੰਡ ਰਿਸਪੈਕਟ ਕਰਦਾ ਸੀ, ਸਾਰਾ ਇੱਜ਼ਤ ਕਰਦਾ ਸੀ। ਜਦੋਂ ਮੈਂ ਇਲੈਕਸ਼ਨ ਲੜ ਲਈ ਅੱਧਾ ਪਿੰਡ ਮੇਰਾ ਵੈਸੇ ਹੀ ਵੈਰੀ ਹੋ ਗਿਆ, ਦੁਸ਼ਮਣ ਹੋ ਗਿਆ। ਉਹ ਮੈਨੂੰ ਸਾਰੇ ਉਹ ਦੂਸਰੀ ਨਿਗਾਹ ਨਾਲ ਦੇਖਣ ਲੱਗ ਗਏ। ਹਾਲਾਂਕਿ ਮੈਨੇ ਤਾਂ ਕੋਈ ਰੁਪਈਆ ਮੈਨੂੰ ਕੋਈ ਦੱਸਦੇ ਵੀ ਨਾ, ਤਾਂ ਬਲਾਕ ਸਮਿਤੀ ਮੈਂਬਰ ਦੀ ਕੋਈ ਤਨਖਾਹ ਹੁੰਦੀ ਹੈ, ਨਾ ਕੋਈ ਉਹਦੇ ਕੋਲੇ ਉਹ ਹੁੰਦਾ ਵੀ ਉਹ ਮਤਲਬ ਕੋਈ ਉਹਨੂੰ ਕੋਈ ਪਿੱਛੋਂ ਫੰਡ ਆਉਂਦਾ ਉਹਦੇ ਕੋਟੇ ਦਾ ਵੀ ਉਹ ਕਿਤੇ ਕੰਮ ਕਰਵਾ ਸਕਦਾ। ਉਹ ਕਹਿੰਦੇ ਕਿ ਜਦੋਂ ਕਿਸੇ ਬੰਦੇ ਨੂੰ ਉਹਦਾ ਪਿਛੋਕੜ ਜਾਂ ਦਾਦਾ ਪੜਦਾਦਾ ਦਾ ਨਾਮ ਯਾਦ ਕਰਾਉਣਾ ਹੋਵੇ ਤਾਂ ਉਹਨੂੰ ਇਲੈਕਸ਼ਨ ਲੜਵਾ ਦਿਓ। ਹਾਂ ਬਸ ਜੇ ਤੁਸੀਂ ਕਿਸੇ ਨਾਲ ਦੁਸ਼ਮਣੀ ਕੱਢਣੀ ਹੈ ਤਾਂ ਉਹਨੂੰ ਇਲੈਕਸ਼ਨ ਲੜਵਾ ਦਿਓ। ਮੈਂ ਆਪਦੀ ਜੌਬ ਛੱਡ ਕੇ ਇਹ ਦੇਸ਼ ਨੂੰ ਬਦਲਣ ਵਾਸਤੇ ਨਿਕਲਿਆ ਸੀ ਸਰ। ਮੈਂ ਮੇਰੀ MBA ਕੀਤੀ ਹੋਈ ਆ, ਔਰ ਮੈਂ ਨਾ ਜੌਬ ਕਰਦਾ ਸੀ ਵਧੀਆ। ਮੈਂ ਜਦੋਂ 2014 ਦਾ ਇਨਕਲਾਬ ਆਇਆ, ਮੈਂ ਵੀ ਉਸ ਇਨਕਲਾਬ ਦੇ ਵਿੱਚ ਸੋਚਿਆ ਵੀ ਸ਼ਾਇਦ ਕੁਛ ਬਦਲ ਜੇ, ਕੰਮ ਨੂੰ ਛੁੱਟ ਕੇ ਮੈਂ ਇੱਕ ਪਾਸੇ ਪਿਆ ਸੀ। ਪਰ ਇਹ ਸੱਚਾਈਆਂ ਤੋਂ ਕਿਤੇ ਪਰੇ ਹੈ। ਹੋਰ ਦੇਸ਼ਾਂ 'ਚ ਹੋ ਸਕਦਾ, ਜਿੱਥੇ ਅਮਰੀਕਾ 'ਚ ਹੁਣ ਟਰੰਪ ਬਦਲਤਾ ਉਹਨਾਂ ਨੇ, ਤੁਹਾਨੂੰ ਮੋਦੀ ਨੂੰ ਉਵੇਂ ਨਹੀਂ ਬਦਲਿਆ ਜਾ ਸਕਦਾ। ਮਤਲਬ ਕਹਿਣ ਦਾ ਇੱਥੇ ਲੋਕ ਅਵੇਅਰ ਹੀ ਨਹੀਂ ਹਨ। ਹਾਂ, ਇਸੇ ਗੱਲ ਤੇ ਇੱਕ ਵਾਰੀ ਆਉਣਾ ਚਾਹੁੰਦਾ, ਜਿਹੜੀ ਤੁਸੀਂ ਗੱਲ ਕੀਤੀ ਹੈ, ਪ੍ਰੋਬਲਮ ਹੈਗੀ ਹੈ ਕਿ ਜਿਵੇਂ ਆਪਣਾ ਪੰਚਾਇਤ ਸੈਕਟਰੀ ਹੈ, ਸਰਪੰਚ ਹੈ, ਕਈ ਵਾਰੀ ਇਮਾਨਦਾਰ ਨਹੀਂ ਹੁੰਦੇ। ਲੇਕਿਨ ਪਹਿਲੀ ਜਿਹੜੀ ਸਟੇਜ ਹੈਗੀ ਉਹਦੇ ਵਿੱਚ ਕਈ ਸਾਰੇ ਪਿੰਡ ਹੈਗੇ ਜਿੱਥੇ ਕਿ ਅਵੇਅਰਨੈਸ ਹੀ ਨਹੀਂ ਹੈ ਇਸ ਚੀਜ਼ ਦੀ ਕਿ ਗ੍ਰਾਮ ਸਭਾ ਹੁੰਦੀ ਕੀ ਹੈ, ਜਿੱਥੇ ਕਿ ਪੰਚਾਇਤ ਸੈਕਟਰੀ ਜਿਹੜਾ ਹੈ ਉਹ ਉਹਨੂੰ ਦਬਾ ਲੈਂਦਾ ਹੈ ਸਰਪੰਚ ਨੂੰ, ਜਦਕਿ ਪੰਚਾਇਤ ਸੈਕਟਰੀ ਜਿਹੜਾ ਹੁੰਦਾ ਹੈ ਉਹ ਤੇ ਸੈਕਟਰੀ ਹੁੰਦਾ ਹੈ ਸਰਪੰਚ ਦਾ ਇੱਕ ਤਰ੍ਹਾਂ। ਸਰ ਪੰਚਾਇਤ ਸੈਕਟਰੀ ਵੀ ਨੌਕਰ ਹੈ, BDO ਵੀ, DDPO ਤੁਹਾਡੇ ਸੇਵਾਦਾਰ ਨੇ, ਅਗਰ ਤੁਸੀਂ ਉਹ ਚੀਜ਼ ਦੀ ਨੌਲੇਜ ਰੱਖਦੇ ਹੋ ਤਾਂ। ਹਾਂ, ਮੈਂ ਉਹੀ ਕਹਿੰਦਾ ਜਿਹੜੀ ਪਹਿਲੀ ਸਟੇਜ ਹੈ ਲੋਕਾਂ ਦੇ ਵਿੱਚ ਅਵੇਅਰਨੈਸ ਵੀ ਘੱਟ ਹੈ। ਜੇ ਸਰਪੰਚ ਇਮਾਨਦਾਰ ਵੀ ਹੋਵੇ ਲੇਕਿਨ ਉਹਨੂੰ ਪਤਾ ਨਹੀਂ, ਜੇ ਸਰਪੰਚ ਇਮਾਨਦਾਰ ਵੀ ਹੋਵੇ ਉਹਨੂੰ ਪਤਾ ਨਹੀਂ ਹੈ ਕਿ ਮੈਂ ਆਪਣੀ ਸਕੀਮ ਦਾ ਫੰਡ ਕਿਵੇਂ ਲੈਣਾ ਹੈ, ਫਿਰ ਉਹਦਾ ਵੀ ਕੋਈ ਫਾਇਦਾ ਨਹੀਂ ਹੈ। ਰਮਨ ਜੀ ਮੈਂ ਇਹੀ ਤੁਹਾਡੀ ਵੀਰ ਜੀ ਗੱਲ ਇੱਕ ਮਿੰਟ ਮੈਂ ਤੁਹਾਨੂੰ ਥੋੜਾ ਜਿਹਾ ਹੋਰ ਲੈਣਾ ਚਾਹੁੰਦਾ। ਮੈਂ ਨਾ ਸਾਡੇ ਸਰਪੰਚ ਸਾਹਿਬ ਤੇ ਅਸੀਂ MLA ਨੂੰ ਮਿਲਣ ਚਲੇ ਗਏ। ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਜੀ ਚਲੋ ਛੋਟੀ ਜਿਹੀ ਬਾਲੀਆਂ ਗੱਲਾਂ ਨਹੀਂ, ਮੈਂ ਬਾਲੀਆਂ ਕਰਨੀਆਂ ਦੂਸਰੇ ਤੋਂ ਵੀ ਤੁਸੀਂ ਸਮਾਂ ਲੈਣਾ। ਮੈਂ ਛੋਟੀ ਜਿਹੀ ਗੱਲ ਤੁਹਾਨੂੰ ਦੱਸਣਾ ਚਾਹੁੰਦਾ। ਸਾਡੇ ਪ੍ਰਾਇਮਰੀ ਸਕੂਲ ਹੈ ਜੀ ਪਿੰਡ ਦੇ ਵਿੱਚ, ਉਹਦੇ ਵਿੱਚ 151 ਬੱਚੇ ਪੜ੍ਹਦੇ ਆ ਤੇ ਉਹਦੇ ਵਿੱਚ ਬਿਲਡਿੰਗ 1945 ਦੀ ਬਣੀ ਹੋਈ ਹੈ। ਉਹ ਅਨਸੇਫ ਅਸੀਂ ਡਿਕਲੇਅਰ ਕਰਾਈ ਕਿਉਂਕਿ ਉਹਦਾ ਲੈਂਟਰ ਬੜਾ ਖਰਾਬ ਹੋ ਗਿਆ ਸੀ, ਡਾਟਾਂ ਪਈਆਂ ਹੋਈਆਂ ਸੀ। ਉਸ ਤੋਂ ਉਹਨੂੰ ਪਹਿਲਾਂ ਤਾਂ ਅਨਸੇਫ ਕਰਾਉਣ ਵਾਸਤੇ ਸਾਡਾ ਜਿਹੜਾ ਇਹਦਾ ਸੰਬੰਧਿਤ ਆਫਿਸ ਆ ਮਲੇਰਕੋਟਲੇ ਆ, ਕਿਹੜਾ ਵਿਭਾਗ ਕਹਿੰਦੇ ਆ ਉਹਨੂੰ ਆਪਾਂ, ਜਿਹੜਾ ਆਪਣਾ ਇਹ ਚੀਜ਼ਾਂ ਦੇਖਦਾ। ਚਲੋ ਮੈਂ ਤੁਹਾਨੂੰ ਦੱਸਦਾ, ਮੈਂ SDO ਨੂੰ ਸਪੈਸ਼ਲ ਮਲੇਰਕੋਟਲੇ ਪਹਿਲਾਂ 2 ਵਾਰ ਜਾ ਕੇ ਉਹਨੂੰ ਮਿਲ ਕੇ ਆਇਆ, ਫਿਰ ਮੈਨੂੰ ਉਹਦੇ ਕੋਲ ਵੀ ਸਭ ਕੁਛ ਹੈ। ਉਹਨੂੰ ਮੈਂ ਮਲੇਰਕੋਟਲੇ ਚੋਂ ਆਪਣੀ ਕਾਰ 'ਚ ਲੈ ਕੇ ਆਇਆ ਉਹਨੂੰ ਸਕੂਲ ਦਿਖਾਉਣ ਵਾਸਤੇ, ਫਿਰ ਛੱਡ ਕੇ ਆਇਆ, ਉਹਦੀ ਸੇਵਾ ਵੀ ਕਰੀ ਵੀ ਦੇਖੋ ਸਾਰੇ ਇਹ ਤਾਂ ਅਨਸੇਫ ਕਰੋ, ਸਾਡੇ ਬੱਚਿਆਂ ਦਾ ਨੁਕਸਾਨ ਹੋ ਜਾਣਾ। ਉਹ ਹੁਣ ਅਨਸੇਫ ਹੈ। ਔਰ ਰੂਮ ਸਾਡੇ ਕੋਲੇ ਹੈਗੇ ਨੇ 3 ਔਰ ਬੱਚੇ ਨੇ 151। ਚਲੋ ਇਹ ਤਾਂ ਚਲੋ ਹੁਣ ਠੰਡ ਪੈ ਰਹੀ ਹੈ, ਕੁਛ ਕੋਵਿਡ ਕਰਕੇ ਨਹੀਂ ਸਕੂਲ ਲੱਗ ਰਹੇ। ਤੁਸੀਂ ਮੈਨੂੰ ਦੇਖੋ ਉੱਥੇ ਜੇ ਤੁਸੀਂ ਬੈਠੋ, ਬੱਚੇ ਬਾਹਰ ਬੈਠਦੇ ਆ ਜੀ। ਮੈਂ MLA ਨੂੰ 10 ਵਾਰ ਲਿਖ ਕੇ ਦੇ ਆਇਆ। ਉਹ ਕਹਿੰਦਾ ਯਾਰ ਤੁਹਾਡਾ ਪਿੰਡ ਮੈਨੂੰ ਵੋਟ ਨਹੀਂ ਪਾਉਂਦਾ ਹੈਗਾ, ਤੁਹਾਡਾ ਪਿੰਡ, ਸਾਡੇ ਪਿੰਡ ਦੇ ਵਿੱਚ ਸਾਡੇ 77 ਪਿੰਡ ਨੇ, ਤੁਹਾਡਾ ਕਹਿੰਦਾ 77ਵਾਂ ਪਿੰਡ ਹੈ, ਮੈਂ ਤੁਹਾਨੂੰ ਗਰਾਂਟ ਨਹੀਂ ਦਿੰਦਾ। ਅਸੀਂ ਕੀ ਕਰ ਲਾਂਗੇ ਜੀ। ਬਟ ਉਹ PWD ਨੇ ਵੀਰ ਜੀ ਕਰਨੀ ਹੁੰਦੀ, ਉਹ ਤਾਂ ਅਨਸੇਫ ਤਾਂ ਡਿਕਲੇਅਰ ਜਿਹੜੀ ਕਰਨੀ ਹੁੰਦੀ ਪਿੰਡ। PWD ਬਿਲਕੁਲ ਤੁਸੀਂ ਦੁਰਸਤ ਫਰਮਾਇਆ ਜੀ। ਸਮੇਂ ਸਾਡਾ ਹੋ ਗਿਆ ਵੀਰ ਜੀ, ਤੇ ਆਪਾਂ 2 ਮਿੰਟ ਲੈ ਲਈਏ। ਨਵਦੀਪ ਜੀ ਤੁਸੀਂ 2 ਮਿੰਟ ਲੈ ਕੇ ਆਪਣਾ ਦੱਸੋ ਕਿ ਕਿਸ ਤਰ੍ਹਾਂ ਗ੍ਰਾਮ ਸਭਾ ਦੇ ਅਵੇਅਰਨੈਸ ਲਿਆ ਸਕਦੇ ਹਾਂ ਆਪਾਂ। ਅੱਛਾ, ਜਿਹੜੀ ਆਪਾਂ ਗੱਲ ਹੈ ਨਾ ਵਿੱਚ ਅਸਲ 'ਚ ਮੁਸ਼ਕਿਲ ਕੀ ਹੈ ਕਿ ਡਿਸਕਸ਼ਨ ਦੇ ਵਿੱਚ ਕਈ ਵਾਰੀ ਆਪਾਂ ਜਿਹੜੀ ਰਿਸਪਾਂਸ ਦੀ ਗੱਲ ਕਰ ਰਹੇ ਨੇ ਉਹ ਅਗਲੇ ਲੈਵਲ ਦੀ ਗੱਲ ਆ। ਪਹਿਲੇ ਲੈਵਲ ਤੇ ਗੱਲ ਇਹ ਸੀ ਆਪਣੀ ਡਿਸਕਸ਼ਨ ਦੇ ਵਿੱਚ ਗ੍ਰਾਮ ਸਭਾ ਕੀ ਆ, ਕੀ ਬੈਨੀਫਿਟ ਹੋ ਸਕਦੇ ਆ। ਮੁਸ਼ਕਿਲਾਂ ਹੈਗੀਆਂ ਨੇ, ਮੁਸ਼ਕਿਲਾਂ ਇੰਨੀਆਂ ਨੇ ਜੇ ਮੈਂ ਦੱਸਣ ਲੱਗ ਜਾਂ ਤਾਂ ਮੈਂ ਪੂਰੇ ਦਾ ਪੂਰਾ ਘੱਟੋ ਘੱਟ ਤੁਹਾਡੇ ਕੋਲ 1 ਸਾਲ ਬੋਲ ਸਕਦਾ ਜਿੰਨਾ ਮੈਂ ਕੰਮ ਕੀਤਾ।
ਸਹੀ ਸਹੀ ਹੈ। ਇਹ ਰਹਿਣਗੀਆਂ ਨੇ ਇਹ ਲੇਕਿਨ ਉਮੀਦ ਲੱਗਦੀ ਹੈ ਕਿ ਇਹਦੇ ਨਾਲ ਲੋਕੀ ਜੇ ਦੂਸਰੀ ਕਾਰਨ ਕੀ ਹੈ? ਕਾਰਨ ਇਹ ਹੈ ਕਿ ਸ਼ਬਦ ਪਿਛਲੇ ਸਮੇਂ ਸਾਨੂੰ ਇੱਕ ਰਵਾਇਤੀ ਸਿਆਸਤ ਦਾ ਸੁਣਨ ਨੂੰ ਮਿਲਿਆ ਸੀ ਵੀ ਰਵਾਇਤੀ ਸਿਆਸਤ ਖਤਮ ਕਰਨੀ ਹੈ। ਸਾਨੂੰ ਰਵਾਇਤੀ ਸਿਆਸਤ ਸਮਝਣੀ ਪਊ ਕਿ ਰਵਾਇਤੀ ਸਿਆਸਤ ਹੈ ਕੀ। ਜਦੋਂ ਤੱਕ ਅਸੀਂ ਉਸ ਰਵਾਇਤੀ ਸਿਆਸਤ ਤੇ ਹਮਲਾ ਨਹੀਂ ਕਰਾਂਗੇ, ਉਹ ਜਿਹੜੇ ਵੀ ਵਿਅਕਤੀ ਕਰਨਾ ਚਾਹੁੰਦੇ ਆ, ਚਾਹੇ ਉਹ ਇੱਕ ਪਿੰਡ 'ਚ ਬੈਠਾ ਚਾਹੇ ਉਹ 10 ਪਿੰਡਾਂ 'ਚ ਇੱਕ ਬੈਠਾ, ਚਾਹੇ ਉਹ ਇੱਕ ਬਲਾਕ 'ਚ ਬੈਠਾ, ਚਾਹੇ ਉਹ ਇੱਕ ਜ਼ਿਲ੍ਹੇ 'ਚ ਬੈਠਾ, ਚਾਹੇ ਉਹ ਪੰਜਾਬ 'ਚ ਬੈਠਾ, ਚਾਹੇ ਮੈਂ ਰਮਨ ਬੈਠਾ ਹੈ, ਰਮਨ ਜੀ ਨੇ, ਚਾਹੇ ਪਰਮਜੀਤ ਜੀ ਨੇ, ਚਾਹੇ ਰਿਸ਼ਪਾਲ ਜੀ ਨੇ, ਚਾਹੇ ਇਸ ਚੈਨਲ ਤੇ ਸੁਣ ਰਹੇ ਸਰੋਤੇ ਨੇ, ਸਾਨੂੰ ਨਾ ਇੱਕ ਰਵਾਇਤੀ ਸ਼ਬਦ ਨੂੰ ਇੱਕ ਲੈ ਦੇ ਵਿੱਚ ਜਾਂ ਸਵਾਦ ਲਈ ਵਰਤਣਾ ਚਾਹੀਦਾ। ਬਦਲਵੀਂ ਸਿਆਸਤ, ਮੈਂ ਫਿਰ ਉਸੇ ਗੱਲ ਕਹਾਂਗਾ ਵੀ ਜੇ ਮੈਨੂੰ ਲੱਗਦਾ ਕਿ ਇਸ ਚੈਨਲ ਨਾਲ ਜੁੜੇ ਜ਼ਿਆਦਾਤਰ ਲੋਕ ਆਪ ਦੇ ਸਮਰਥਕ ਨੇ, ਉਹਨਾਂ ਨੂੰ ਸਮਝ ਲੈਣਾ ਚਾਹੀਦਾ ਕਿ ਬਦਲਵੀਂ ਸਿਆਸਤ ਹੁੰਦੀ ਕੀ ਹੈ। ਜਦੋਂ ਤੱਕ ਅਸੀਂ ਉਸ ਨੂੰ ਨਹੀਂ ਸਮਝਾਂਗੇ, ਸਿਰਫ ਦਰਖਤ ਤੇ ਫੁੱਲ ਲੱਗੇ ਦੇਖ ਕੇ ਸਮਝਾਂਗੇ ਕਿ ਬਹਾਰ ਆ ਗਈ, ਬਸੰਤ ਆ ਗਈ, ਇਹ ਵਿਸ਼ਾ ਹੋ ਜਾਏਗਾ, ਤਾਂ ਉਸ ਤੋਂ ਬਿਨਾਂ ਉਹਦੀ ਗ੍ਰਾਮ ਸਭਾ ਆ, ਜਦੋਂ 92 ਦੇ ਵਿੱਚ ਐਕਟ ਬਣਿਆ ਸੀਗਾ, ਗ੍ਰਾਮ ਸਭਾ ਬਦਲਵੀਂ ਸਿਆਸਤ ਬਦਲਣ ਵਾਸਤੇ ਹੀ ਸੀ। ਉਹ ਬਦਲਵੀਂ ਸਿਆਸਤ ਜਿਹੜੀ ਰਵਾਇਤੀ ਸਿਆਸਤ ਨੂੰ ਬਦਲਣ ਵਾਸਤੇ ਸੀ। ਉਹਦੇ ਲਈ ਅਸੀਂ ਕਿਸੇ ਨੇ, ਕਿਉਂਕਿ ਸਿਆਸਤ ਦੇ ਉੱਪਰਲੇ ਮੱਠ ਬੈਠੇ ਨੇ, MLA ਆ, ਬਲਾਕ ਸੰਮਤੀ ਮੈਂਬਰ ਆ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਆ, ਫਿਰ MP ਆ, ਫਿਰ CM ਆ, ਕੈਬਨਿਟ ਮਿਨਿਸਟਰ ਨੇ, ਜਿਹੜੇ ਬੰਦੇ ਮਲਾਈਆਂ ਖਾ ਰਹੇ ਨੇ। ਬੁਰਾ ਨਾ ਮਨਾਇਓ ਜੇ ਤੁਹਾਡੇ 'ਚੋਂ ਬਹੁਤੇ ਬੰਦੇ ਡਾਕਟਰ ਧਰਮਵੀਰ ਗਾਂਧੀ ਦੇ ਉਪਾਸਕ ਵੀ, ਪ੍ਰਸ਼ੰਸਕ ਵੀ ਹੋਣਗੇ, ਉਹਨਾਂ ਦੀ ਇਲੈਕਸ਼ਨ 'ਚ ਲਈ ਵੀ ਕੰਮ ਕੀਤਾ। ਔਰ ਮੈਨੂੰ ਲੱਗਦਾ ਕਿ ਸਭ ਤੋਂ ਨਕੰਮਾ ਸਿਆਸਤਦਾਨ ਸਾਬਤ ਦੇਖੋ ਇਹ ਪਲੇਟਫਾਰਮ ਤੇ ਆਪਾਂ ਮੈਂ ਗ੍ਰਾਮ ਸਭਾ ਤੇ ਆ ਰਿਹਾ ਜੀ, ਗ੍ਰਾਮ ਸਭਾ ਤੇ ਆ ਰਿਹਾ। ਆਪਾਂ ਵਿਸ਼ੇ ਰਿਕਾਰਡਿੰਗ ਇੱਕ ਮਿੰਟ ਵਿੱਚ ਆਪਾਂ ਗੱਲ ਮੁਕਾਈਏ, ਕਿਉਂਕਿ ਚਲੋ ਮੈਂ ਗੱਲ ਕਰਾਂ। ਉਹਨਾਂ ਨੂੰ ਕਿਹਾ ਗਿਆ ਸੀ ਵੀ ਜਿਹੜਾ ਤੁਹਾਨੂੰ ਆਦਰਸ਼ ਗ੍ਰਾਮ ਪਿੰਡ ਮਿਲਿਆ ਆ ਲੋਕ ਸਭਾ ਦੇ ਮੈਂਬਰ, ਲੋਕ ਸਭਾ ਮੈਂਬਰ ਹੋਣ ਦੇ ਨਾਤੇ ਜਿਹੜਾ ਆਦਰਸ਼ ਗ੍ਰਾਮ ਸਭਾ ਪਿੰਡ ਮਿਲਿਆ, ਆਪਾਂ ਉਸ ਪਿੰਡ ਨੂੰ ਮਾਡਲ ਪਿੰਡ ਬਣਾਈਏ। ਉਸ ਪਿੰਡ ਤੋਂ ਅਸੀਂ ਪੂਰੇ ਹਿੰਦੁਸਤਾਨ 'ਚ ਦੱਸੀਏ ਕਿ ਇੱਕ ਪਿੰਡ ਦੇ ਵਿੱਚ ਅਸੀਂ ਕਿਵੇਂ ਗ੍ਰਾਮ ਸਭਾ ਦੇ ਰਾਹੀਂ ਡਿਵੈਲਪਮੈਂਟ ਕਰ ਸਕਦੇ ਹਾਂ। ਲੋਕਾਂ ਨੂੰ ਮਿਲਣ ਵਾਲੀਆਂ ਸਿਹਤ ਸਹੂਲਤਾਂ, ਪਾਣੀ, ਸਿੱਖਿਆ, ਹਸਪਤਾਲ, ਜਿਹੜੇ ਪਿੰਡ 'ਚ ਪਿਛਲੇ ਸਾਲ ਕੰਮ ਕੀਤਾ, ਮੈਂ ਪਿੰਡ ਦਾ ਨਾਂ ਨਹੀਂ ਦੱਸਾਂਗਾ, ਉਸ ਪਿੰਡ ਦੇ ਵਿੱਚ ਅਸੀਂ ਇਸ ਪਾਣੀ ਤੋਂ ਲੈ ਕੇ ਸਿਹਤ ਸਹੂਲਤਾਂ, ਸਕੂਲ, ਗਲੀਆਂ ਨਾਲੀਆਂ, ਸਿਰਫ ਅਸੀਂ ਗ੍ਰਾਮ ਸਭਾ ਦਾ ਕੋਈ ਇਜਲਾਸ ਨਹੀਂ ਛੱਡਿਆ। ਲੋਕਾਂ ਨੂੰ ਬੁਲਾਇਆ, ਇਕੱਠ ਕੀਤਾ ਤੇ ਪ੍ਰੋਪਰ ਤਰੀਕੇ ਨਾਲ ਕੰਮ ਕਰਿਆ। ਜਿਹੜੀ ਗੱਲ ਇਹਨਾਂ ਨੇ ਪਲਾਨ ਪਲਾਸਰੀ ਕੀਤੀ ਆ, ਅੱਗੇ ਹੁਣ ਉਹਨਾਂ ਨੇ ਇਜਲਾਸ GPDP 'ਚ ਕਰ ਦਿੱਤਾ ਹੈ। GPDP 'ਚ ਮਤਲਬ ਇਜਲਾਸ ਕਰ ਦਿੱਤਾ। ਮੁਸ਼ਕਿਲਾਂ ਮੈਂ ਪਹਿਲਾਂ ਹੀ ਗੱਲ ਨਿਬੇੜ ਕੇ ਹਟਿਆ, ਚਾਹੇ ਉਹ ਪੰਜਾਬ ਦਾ ਇੱਕ ਪਿੰਡ ਆ, ਚਾਹੇ ਇੱਕ ਜ਼ਿਲ੍ਹੇ ਦਾ ਪਿੰਡ ਆ, ਚਾਹੇ ਇੱਕ ਬਲਾਕ ਦਾ ਪਿੰਡ ਆ, ਚਾਹੇ ਬਹੁਤੇ ਪਿੰਡ ਨੇ, ਜਦੋਂ ਤੱਕ ਸਰਪੰਚ ਦੇ ਵਿੱਚ ਇਹ ਅਟੈਂਸ਼ਨ ਨਹੀਂ ਹੈ ਮਨ ਦੇ ਵਿੱਚ ਕਿ ਮੈਂ ਆਪਦੇ ਪਿੰਡ ਦਾ ਵਿਕਾਸ ਕਰਨਾ, ਲੋਕ ਦਾਨ ਦਿੰਦੇ ਨੇ, ਲੋਕ ਆਉਂਦੇ ਨੇ, ਲੋਕ ਗੱਲ ਸੁਣਦੇ ਨੇ, ਲੋਕ ਕੰਮ ਵੀ ਕਰਦੇ ਨੇ। ਜਿਹੜਾ ਇੰਜਣ ਆ, ਜੇ ਇੰਜਣ ਦੇ ਮਤਲਬ ਜਾਨ ਹੀ ਹੈ ਨਹੀਂ ਇੰਜਣ ਦੇ ਵਿੱਚ, ਜੇ ਇੰਜਣ ਦਾ ਮਕਸਦ ਹੀ ਇਹ ਵੀ ਉੱਪਰਲੇ ਆਕਾਂ ਨੂੰ ਖੁਸ਼ ਕਰਨਾ ਜਾਂ ਪਿੰਡ ਦੇ ਲੋਕਾਂ ਨੂੰ ਗੁਲਾਮ ਬਣਾ ਕੇ ਰੱਖਣਾ, ਲੋਕਾਂ ਨੇ ਤਾਂ ਵੋਟ ਪਾਤੀ, ਉਹਨੂੰ ਗੱਲ ਖਤਮ ਕਰਤੀ। ਵੋਟਾਂ ਵੇਲੇ ਵੱਡੇ ਵਾਅਦੇ ਕੀਤੇ ਜਾਂਦੇ ਨੇ। ਮੈਨੂੰ ਉਹਨੂੰ ਗੱਲ ਖਤਮ ਕਰਨ ਦੀ ਗੱਲ, ਮੈਂ ਜਦੋਂ ਤੱਕ ਸਾਡਾ ਉਹ ਸਰਪੰਚ ਪੰਜਾਬ ਦੇ ਵਿੱਚ ਕਿਤੇ ਵੀ ਪਿੰਡ 'ਚ ਬੈਠਾ ਹੈ, ਪਿੰਡ ਦੇ ਵਿੱਚ ਸੋਸ਼ਲ ਐਕਟੀਵਿਸਟ ਹਰ ਪਿੰਡ ਦੇ ਵਿੱਚ 10 ਤੋਂ 20% ਲੋਕ ਹੁੰਦੇ ਨੇ, ਚਾਹੇ ਯੂਥ ਹੈ, ਚਾਹੇ ਉਹ ਦੁਕਾਨਦਾਰ ਨੇ, ਚਾਹੇ ਉਹ ਫਾਰਮਰ ਨੇ, ਚਾਹੇ ਉਹ ਲੇਬਰ ਕਲਾਸ 'ਚ ਨੇ। ਮੇਰਾ ਇਹ ਤਜਰਬਾ ਪੰਜਾਬ ਦੇ 8000 ਪਿੰਡਾਂ 'ਚ ਜਾਣਦਾ ਜਾ ਕਰਕੇ ਮੈਂ ਦੇਖਿਆ ਹੈ, ਪਰ ਉਹਨਾਂ ਨੂੰ ਅਗਵਾਈ ਨਹੀਂ ਮਿਲਦੀ, ਜਿਹਦੀ ਤਾਜ਼ਾ ਉਦਾਹਰਨ ਹੈ ਇਸ ਟਾਈਮ ਆਪਾਂ ਕਿਸਾਨੀ ਸੰਘਰਸ਼ ਵਿੱਚ ਚੱਲ ਰਹੀ ਕਸ਼ਮਕਸ਼ ਤੋਂ ਦੇਖ ਰਹੇ ਹਾਂ। ਇੱਕ ਪਾਸੇ ਤਾਂ ਸਾਰਾ ਪੰਜਾਬ ਦੇ ਨਾਲ ਦੇਸ਼ ਦੇ ਨਾਲ ਦੁਨੀਆ 'ਚ ਬੈਠੇ ਲੋਕ ਉਹ ਖੇਤੀ ਬਿੱਲ ਕਾਨੂੰਨਾਂ ਦੇ ਉੱਤੇ ਵਿਰੋਧ ਕਰ ਰਹੇ ਨੇ, ਸਮਰਥਨ ਦੇ ਰਹੇ ਨੇ, ਪੈਸੇ ਭੇਜ ਰਹੇ ਨੇ, ਤੇ ਦੂਜੇ ਪਾਸੇ ਜਿਹੜੀਆਂ ਉਹ ਯੂਨੀਅਨ ਦੇ ਵਿੱਚ ਜਾਂ ਕੁਛ ਲੋਕ ਲੱਗੇ ਹੋਏ ਆ, ਉਹਨਾਂ ਦੀ ਸੋਸ਼ਲ ਮੀਡੀਆ 'ਤੇ ਸਾਰਾ ਕੁਛ ਆ ਰਿਹਾ, ਇੱਕ ਦੂਜੇ ਵਿਰੁੱਧ ਵੀਡੀਓ, ਇੱਕ ਦੂਜੇ ਵਿਰੁੱਧ ਜੋ ਗਾਲੀ ਗਲੋਚ ਤੁਹਾਡੇ ਸਾਹਮਣੇ ਆ। ਇਹ ਨਹੀਂ ਕਿ ਮੈਂ ਬੋਲ ਰਿਹਾ, ਉਹ ਇਹਦਾ ਕਾਰਨ ਇਹ ਹੈ ਕਿ ਸਾਡੇ ਜਦੋਂ ਤੱਕ ਲੀਡਰ ਸਹੀ ਨਹੀਂ ਹੋਏਗਾ, ਬੰਦਾ ਸਿੰਘ ਬਹਾਦਰ ਜਦੋਂ ਤੱਕ ਕੋਈ ਨਹੀਂ ਆਏਗਾ, ਉਹ ਰਮਨ ਜੀ ਵੀ ਹੋ ਸਕਦੇ ਆ, ਪਰਮਜੀਤ ਜੀ ਵੀ ਹੋ ਸਕਦੇ ਆ, ਇਸ ਚੈਨਲ ਤੇ ਸੁਣ ਰਹੀ ਡਿਸਕਸ਼ਨ 'ਚ ਕੋਈ ਵੀ ਵਿਅਕਤੀ ਹੋ ਸਕਦਾ। ਸੋ ਇਸ ਕਰਕੇ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਕਿ ਸਾਡੇ ਕੋਸ਼ਿਸ਼ ਕਰਨੀ ਚਾਹੀਦੀ ਵੀ ਜਿੱਥੇ ਕਿਤੇ ਕੋਈ ਵਿਅਕਤੀ ਸਾਨੂੰ ਇਹੋ ਜਿਹਾ ਬੈਠਾ, ਉਹਨੂੰ ਅਸੀਂ ਉਤਸ਼ਾਹਿਤ ਕਰੀਏ, ਅਸੀਂ ਉਸ ਵਿਅਕਤੀ ਨੂੰ ਸਾਥ ਦੇਈਏ, ਕਿਤੇ ਵੀ ਬੈਠਾ ਹੋ, ਕਿਸੇ ਵੀ ਜਾਤ ਦਾ, ਕਿਸੇ ਵੀ ਧਰਮ ਦਾ, ਕਿਸੇ ਵੀ ਸਿਆਸੀ ਪਾਰਟੀ ਦਾ। ਸਾਰਿਆਂ ਦਾ ਧੰਨਵਾਦ। ਬਹੁਤ ਸੋਹਣੀ ਗੱਲ, ਧੰਨਵਾਦ। ਮੈਂ ਇੱਕ ਥੋੜੀ ਜਿਹੀ ਗੱਲ ਰਮਨ ਜੀ ਕਰਨੀ ਚਾਹੂੰਗਾ।
ਵੀ ਹੁਣ ਫੋਰਨ ਦੇ ਵਿੱਚ ਕਿਹੜਾ ਬੰਦਾ ਬਹਾਦਰ ਨੇ ਉੱਥੇ ਇੱਕ ਸਿਸਟਮ ਬਣਾਤਾ, ਚਾਹੇ ਉਹਦੀ ਤਾਂ ਤੁਸੀਂ ਜਾਂ ਮੈਂ ਇੱਕ ਚੇਨ ਬਣ ਗਈ। ਜਿਵੇਂ ਹੁਣ ਮੰਨ ਲਓ ਕਾਰਪੋਰੇਟ ਹੀ ਹੈ, ਉਹ ਹਰ ਫੈਕਟਰੀ ਦੇ ਵਿੱਚ ਤਾਂ ਨਾ ਬੈਠਾ, ਉਹਦੇ ਨੁਮਾਇੰਦੇ ਨੇ, ਉਹਦੀ ਇੱਕ ਮੈਨੇਜਰ ਰੱਖੇ ਹੋਏ ਨੇ, ਇੱਕ ਸਿਸਟਮ ਚੱਲ ਰਿਹਾ ਹੈ। ਤਾਂ ਹੁਣ ਜੋ ਡੀਸੈਂਟਰਲਾਈਜੇਸ਼ਨ ਚ ਸਾਰਿਆਂ ਨੂੰ ਵੰਡ ਕੇ ਦੇਤਾ, ਤੇ ਅਸੀਂ ਜਿਹੜਾ ਉਹ ਚੀਜ਼ ਆਪਾਂ ਸ਼ੁਰੂ ਕੀਤੀ ਸੀ ਗੱਲ ਜਾਗਰਤੀ ਤੋਂ। ਜਦੋਂ ਲੋਕ ਅਵੇਅਰ ਹੋ ਗਏ, ਇੱਕ ਪਿੰਡ ਸਾਰਾ ਖੜਾ ਹੋ ਗਿਆ, ਤਾਂ ਉਸ ਪਿੰਡ 'ਚ ਕੋਈ ਵੀ ਕਰਪਸ਼ਨ ਨਹੀਂ ਕਰੂਗਾ। ਜੇ ਇੱਕ ਪਿੰਡ ਦਾ ਸਰਪੰਚ ਦੇ ਸਾਰੇ ਬੰਦੇ ਹੀ ਅਵੇਅਰ ਹੋ ਗਏ, ਤਾਂ ਉਸ ਏਰੀਏ ਨੂੰ ਦੂਜਾ ਕੋਈ ਬਾਹਰੋਂ ਆਉਣ ਵਾਲਾ ਲੀਡਰ ਕਿਵੇਂ ਮੂਰਖ ਬਣਾ ਸਕਦਾ ਹੈ? ਤਾਂ ਮਸਲਾ ਤਾਂ ਸੀ ਅਵੇਅਰਨੈਸ ਦਾ। ਜਦੋਂ ਅਵੇਅਰ ਹੋ ਜਾਣਗੇ, ਉਹਨਾਂ ਨੂੰ ਕੋਈ ਵੀ ਪਾਸੇ-ਆਸੇ ਉਹਨਾਂ ਦੇ ਧਿਆਨ ਨੂੰ ਭਟਕਾ ਨਹੀਂ ਸਕੂਗਾ। ਹੁਣ ਦੂਸਰੀ ਗੱਲ ਆ ਜਾਂਦੀ ਹੈ ਵੀ ਅਸੀਂ ਕਈ ਵਾਰੀ ਕੀ ਹੁੰਦਾ, ਦੂਸਰਿਆਂ ਵੱਲ ਧਿਆਨ ਜ਼ਿਆਦਾ ਦਿੰਦੇ ਆ, ਆਪਣੇ ਵੱਲ ਘੱਟ ਦਿੰਦੇ ਆ। ਜੇ ਗ੍ਰਾਮ ਸਭਾ ਦਾ ਇਕੱਠ ਹੋਊਗਾ ਤਾਂ ਜਿਹੜੀਆਂ 300 ਸਕੀਮਾਂ ਐਕਸਟਰਾ ਲੋਕਾਂ ਨੂੰ ਬੈਨੀਫਿਟ ਦੀਆਂ, ਜਿਨ੍ਹਾਂ ਦੇ ਉਹਨਾਂ ਦਾ ਹਿੱਤ ਛੁਪਿਆ ਹੋਇਆ ਹੈ, ਕੋਈ ਦੱਸੂਗਾ ਤਾਂ ਫੇਰ ਹੀ ਉਹ ਇਧਰ ਨੂੰ ਤੁਰਨਗੇ। ਹੁਣ ਮੰਨ ਲਓ ਮਨਰੇਗਾ ਬਾਰੇ ਆਪਾਂ ਜ਼ਿਕਰ ਕਰਦੇ ਵੀ ਹੈਗੀ ਹੈ, ਪਰ ਕਿਸੇ ਨੇ ਦੱਸਿਆ ਵੀ ਇੱਕ ਕਿਸਾਨ ਕ੍ਰੈਡਿਟ ਕਾਰਡ ਸਕੀਮ ਵੀ ਹੈਗੀ ਹੈ। ਮੇਰੇ ਕੋਲ 10 ਪੇਜਾਂ ਦੀ ਇਹ ਪਈ ਹੈ। 300 ਸਕੀਮਾਂ ਇਸ ਤਰ੍ਹਾਂ ਦੀਆਂ ਗੌਰਮੈਂਟ ਦੀਆਂ ਹੈ। ਜਦੋਂ ਲੋਕ ਇਕੱਠੇ ਹੀ ਨਹੀਂ ਹੁੰਦੇ, ਦੱਸੂ ਕੌਣ ਉਹਨਾਂ ਨੂੰ? ਸਾਰਾ ਪਿੰਡ ਇਕੱਠਾ ਹੋਵੇ, ਉਹਨਾਂ ਨੂੰ ਸਕੀਮਾਂ ਦੱਸਣ ਵਾਲੇ ਆਉਣ, ਉਹਨਾਂ ਨੂੰ ਦੱਸਿਆ ਜਾਵੇ ਪੰਜਾਬੀ ਚ ਸ਼ਾਰਟ ਕਰਕੇ, ਫਿਰ ਉਹ ਲੋਕਾਂ ਨੂੰ ਪਤਾ ਲੱਗੂ ਵੀ ਇੱਧਰੋਂ ਕਿਸਾਨ ਨੂੰ ਬਈ ਮਨਰੇਗਾ ਦੇ ਵਿੱਚ ਕੰਮ ਮਿਲ ਸਕਦਾ, ਜੌਬ ਕਾਰਡ ਬਣ ਕੇ ਇਹਨੂੰ 40,000 ਰੁਪਇਆ ਸਾਲ ਦਾ ਮਿਲ ਸਕਦਾ ਗਰੀਬ ਕਿਸਾਨ ਨੂੰ। ਤਾਂ ਕਿਉਂ ਨਾ ਉਹ ਵੀ ਜੁੜੂਗਾ, ਉਹਦੇ ਹਿੱਤ ਜੁੜਨਗੇ। ਲੋਕ ਲੀਡਰਾਂ ਨਾਲ ਜੁੜੇ ਹੋਏ ਲੋੜਾਂ ਕਰਕੇ, ਜੇ ਉਹਨਾਂ ਦੀਆਂ ਲੋੜਾਂ ਗ੍ਰਾਮ ਸਭਾ 'ਚ ਪੂਰਾ ਹੋਣਗੀਆਂ, ਉਹ ਲੀਡਰਾਂ ਨੂੰ ਛੱਡ ਕੇ ਗ੍ਰਾਮ ਸਭਾ ਨਾਲ ਜੁੜ ਜਾਣਗੇ। ਬਟ ਗ੍ਰਾਮ ਸਭਾ ਦਾ ਇਕੱਠ ਹੋਊਗਾ। ਮੈਂ ਇੱਕ ਤੁਹਾਡੇ ਕਹਿਣ ਦਾ ਮਤਲਬ ਇੱਕ ਤਰ੍ਹਾਂ ਸਿਸਟਮ ਚਾਹੀਦਾ ਕਿ ਜਿੱਥੇ ਆਮ ਵਸਿੰਦਾ ਹੈ ਪਿੰਡ ਦਾ, ਉਹਨੂੰ ਕਿਸੇ ਤਰ੍ਹਾਂ ਸੁਚੇਤ ਕੀਤਾ ਜਾਏ ਕਿ ਕਿਸ ਤਰ੍ਹਾਂ ਦੀ ਸਕੀਮਾਂ ਅਵੇਲੇਬਲ ਨੇ। ਐਟਲੀਸਟ ਇਹਨਾਂ ਤੇ ਕਰ ਸਕਦੇ ਹਾਂ ਆਪਾਂ। ਬਿਲਕੁਲ ਸਰ, ਪਤਾ ਕੀ ਹੈ, ਮੈਂ ਬਿਲਕੁਲ ਇੱਕ ਮਿੰਟ ਲੈਣਾ ਤੁਹਾਡਾ। ਲੋਕ ਨੂੰ ਤੁਸੀਂ ਜਾਗਰੂਕ ਕਰਨ ਲਈ ਇਕੱਠ ਕਰ ਲਓ। ਮੈਂ ਸ਼ਰਤ ਲਾਉਣਾ, ਸਾਡੇ ਪਿੰਡ ਦੇ ਵਿੱਚ 3-4 ਹਜ਼ਾਰ ਲੋਕ ਹੈ, ਮੇਰੇ ਖਿਆਲ 'ਚ ਜ਼ੋਰ ਲਾ ਕੇ 20-50 ਤੋਂ ਵੱਧ ਨਹੀਂ ਆਉਂਦੇ। ਤੁਸੀਂ ਚੌਲਾਂ ਦਾ ਲੰਗਰ ਲਾ ਲਓ, ਜਲੇਬੀਆਂ ਕਹਿ ਦਿਓ ਵੀ ਜਲੇਬੀਆਂ ਨੇ, ਤਾਂ ਦੇਖੋ ਕਿਵੇਂ ਸਾਰਾ ਪਿੰਡ ਮੱਖੀਆਂ ਵਾਂਗੂ ਉੱਥੇ ਆਊਗਾ। ਲੋਕ ਜਾਗਰੂਕ ਹੋਣਾ ਹੀ ਨਹੀਂ ਚਾਹੁੰਦੇ। ਤੁਸੀਂ ਹੈਰਾਨ ਹੋਵੋਗੇ, ਆਪਾਂ ਕਹੀ ਜਾਓ ਜਾਗਰੂਕ ਹੋ ਜਾਓ, ਕਿਵੇਂ ਢੋਲ ਵਜਾਈ ਜਾਓ, ਕੁਛ ਕਰੀ ਜਾਓ, ਲੋਕ ਜਾਗਰੂਕ ਹੀ ਨਹੀਂ ਹੋਣਾ ਚਾਹੁੰਦੇ। ਮੰਨ ਲਿਆ ਨਹੀਂ ਜਾਗਰੂਕ ਹੋਣਾ ਚਾਹੁੰਦੇ। ਅਸੀਂ ਸਕੂਲਾਂ ਦੇ ਵਿੱਚ ਪੜਾਉਨੇ ਆ, ਸਿਲੇਬਸ ਕਰਾਉਨੇ ਆ, ਕੋਈ ਕਿੰਨੇ ਕੰਮ ਕਰਦੇ, ਉਹਦੇ 100 ਐਜੂਕੇਸ਼ਨ ਦਾ ਨਵੀਂ ਪਨੀਰੀ ਨੂੰ ਆਪਾਂ ਜੋੜ ਸਕਦੇ ਹਾਂ। ਇਸ ਚੀਜ਼ ਨਾਲ ਯੂਥ ਨੂੰ, ਕਾਲਜ ਵਾਲਿਆਂ ਨੂੰ ਲੈ ਸਕਦੇ ਹਾਂ। ਜਿਹੜਾ ਚਾਹੁੰਦਾ ਚਲੋ 10% ਹੀ ਹੋਣ, ਤਾਂ ਇੱਕ ਸ਼ੁਰੂਆਤ ਤਾਂ ਹੋਵੇ ਨਾ। ਅੱਜ ਵੇਖੋ, ਆ ਜਿਹੜੀ ਪਾਰਟੀ ਦੀ ਆਪਾਂ ਗੱਲ ਕਰੀ ਜਾਂਦੇ ਆ, ਮੋਨੋਪੋਲੀ ਕਰੀ ਬੈਠੇ ਸਾਰੇ ਜਾਣੇ, ਉਹ 19 ਅੱਜ ਤੋਂ ਕਦੋਂ ਸ਼ੁਰੂ ਹੋਏ ਸੀ ਤੇ ਅੱਜ ਇਸ ਕੰਡੀਸ਼ਨ ਤੇ ਪਹੁੰਚੇ ਆ। ਆਪਾਂ ਅੱਜ ਸ਼ੁਰੂ ਕਰਾਂਗੇ ਤਾਂ ਕਿਸੇ ਦਿਨ ਨੂੰ ਇਹ ਚੀਜ਼ ਮਤਲਬ ਪੂਰੀ ਪਾਵਰਫੁਲ ਹੋ ਸਕਦੀ ਹੈ। ਜ਼ਰੂਰੀ ਨਹੀਂ ਵੀ ਇੱਕ ਦਿਨ ਦੇ ਵਿੱਚ ਹੀ, ਅੱਜ ਹੀ 24 ਘੰਟਿਆਂ 'ਚ ਰਿਜ਼ਲਟ ਮਿਲ ਜਾਏ। ਮੈਂ ਨਾ ਅੱਜ ਸ਼ੁਰੂ ਤਾਂ ਕਰੀਏ। ਹਾਂਜੀ ਰਾਮਪਾਲ ਜੀ, ਤੁਸੀਂ ਇੱਕ ਚੀਜ਼ ਨਾਲ ਮੇਰੇ ਨਾਲ ਐਗਰੀ ਹੋਵੋਗੇ। ਦੇਖੋ, ਸਾਡੇ ਪਿੰਡਾਂ ਦੇ ਵਿੱਚ ਹਰ ਪਿੰਡ ਕੋਈ ਛੋਟਾ ਵੱਡਾ, ਅਮੀਰ ਹੈ, ਗਰੀਬ ਹੈ, ਪਛੜਿਆ ਹੋਇਆ ਕੋਈ ਵੀ ਹੈ, ਹਰ ਪਿੰਡ ਦੇ ਵਿੱਚ ਗੁਰਦੁਆਰਾ, ਕਿਸੇ 'ਚ ਤਾਂ 2 ਵੀ ਹੈ ਤੇ ਕਿਸੇ ਵਿੱਚ 3 ਵੀ ਆ। ਸਵੇਰੇ ਜਪਜੀ ਸਾਹਿਬ ਦਾ ਪਾਠ ਹੁੰਦਾ, ਸ਼ਾਮ ਨੂੰ ਰਹਿਰਾਸ ਸਾਹਿਬ ਦਾ ਪਾਠ ਹੁੰਦਾ। ਜਪਜੀ ਸਾਹਿਬ ਨੂੰ ਜੇ ਤੁਸੀਂ ਪੜ੍ਹਦੇ ਹੋ, ਉਹਦੇ ਵਿੱਚ ਕਿੰਨੀ, ਜੇ ਤੁਸੀਂ ਉਹਨੂੰ ਓਦਾਂ ਦੇਖੋ, ਇੱਕ ਰੱਟਾ ਮਾਰ ਕੇ ਪੜ੍ਹਨਾ ਇੱਕ ਗੱਲ, ਇੱਕ ਸਮਝ ਵਾਲੀ ਗੱਲ ਇੱਕ। ਉਹਨੂੰ ਤੁਸੀਂ ਮੈਨੂੰ ਦੱਸ ਦਿਓ, ਪਿੰਡ ਦੇ ਵਿੱਚ 5% ਲੋਕ ਜੇ ਸਮਝ ਗਏ। ਹੁਣ ਹਰ ਰੋਜ਼ ਸਵੇਰੇ 4 ਵਜੇ ਬਾਬਾ ਲੱਗ ਜਾਂਦਾ ਪਾਠ ਕਰਨ, ਕਿਸੇ ਨੂੰ ਕੁਛ ਪੂਰਾ ਸਮਝ ਆਉਂਦੀ ਹੈ ਕਿ ਉਹ ਤੋਂ ਆਪਾਂ ਸਿੱਖ ਨਹੀਂ ਸਕਦੇ। ਗੱਲ ਕਿੱਥੇ ਆ ਜਾਂਦੀ ਹੈ? ਗੱਲ ਸਾਨੂੰ ਸਾਡੀਆਂ ਸਰਕਾਰਾਂ ਨੇ, ਸਾਡੇ ਪਰਿਵਾਰ ਨੇ, ਸਾਡੇ ਬੱਚਿਆਂ ਨੂੰ ਅਸੀਂ ਉਸ ਪਾਸੇ ਲੈ ਕੇ ਨਹੀਂ ਕਦੇ ਗਏ ਵੀ ਤੁਸੀਂ ਸਿੱਖਣਾ ਕੀ ਹੈ। ਤੁਸੀਂ ਫਤਿਹਗੜ੍ਹ ਸਾਹਿਬ ਚਲੇ ਜਾਓ ਮੱਥਾ ਟੇਕਣ, ਤੁਹਾਨੂੰ ਪਤਾ ਹੀ ਨਹੀਂ ਹੈਗਾ। ਰਿਸ਼ਪਾਲ ਸਿੰਘ ਜੀ, ਮੈਂ ਸੌਰੀ ਵਿੱਚੋਂ ਟੋਕਦਾ ਤੁਹਾਨੂੰ, ਤੁਸੀਂ ਮਤਲਬ ਚੰਗੇ ਅਹੁਦੇ ਤੇ ਹੋ। ਮੈਨੂੰ ਇਹ ਦੱਸੋ ਵੀ ਆਪਾਂ ਜਦੋਂ ਗਰੀਬ ਲੋਕਾਂ ਨੂੰ ਰਾਸ਼ਨ ਵੀ ਦਿੰਦੇ ਆ, ਬਿਜਲੀ ਫ੍ਰੀ ਦਿੱਤੀ ਹੋਈ, ਕਿੰਨੀਆਂ ਸਹੂਲਤਾਂ ਫ੍ਰੀ ਦਿੱਤੀਆਂ ਹੋਈਆਂ, ਤਾਂ ਮੈਨੂੰ ਇਹ ਦੱਸੋ ਕਿਸੇ ਵੀ ਪਿੰਡ ਵਿੱਚ ਗੌਰਮੈਂਟ ਵੱਲੋਂ ਪਾਣੀ ਫ੍ਰੀ ਦਿੱਤਾ ਜਾਂਦਾ ਹੈ? ਪਾਣੀ ਦੀਆਂ ਟੈਂਕੀਆਂ ਦੇ ਬਿੱਲ ਅਦਾ ਕੀਤੇ ਜਾਂਦੇ, ਉਹ ਸਾਰੇ ਲੋਕਾਂ ਤੇ ਬੰਦ ਪਈਆਂ ਨੇ 80% ਟੈਂਕੀਆਂ ਪਾਣੀ ਦੀਆਂ। ਤਾਂ ਹੁਣ ਪਾਣੀ ਇੱਕ ਮੁੱਢਲੀ ਜ਼ਰੂਰਤ ਹੈ, ਬਿਜਲੀ ਨਾਲ ਵੀ ਪਹਿਲਾਂ ਲੋਕਾਂ ਨੂੰ ਪਾਣੀ ਚਾਹੀਦਾ ਹੈ। ਤਾਂ ਕਿਸੇ ਪੰਚਾਇਤ ਨੇ ਜਾਂ ਗ੍ਰਾਮ ਸਭਾ 'ਚ ਇਹ ਗੱਲ ਹੋਈ ਵੀ ਪੰਜਾਬ 'ਚ ਪਾਣੀ ਫ੍ਰੀ ਦਿੱਤਾ ਜਾਵੇ, ਟੈਂਕੀਆਂ ਮਤਲਬ ਉੱਥੇ ਚਾਲੂ ਕੀਤੀਆਂ ਜਾਣ? ਉਹ 20 ਲੱਖ ਬਿੱਲ ਆ ਜਾਂਦਾ, 15 ਲੱਖ ਉਹ ਬੰਦ ਪਈਆਂ ਨੇ, ਕੋਈ ਰਿਪੇਅਰ ਨਹੀਂ ਕਰਾਉਂਦਾ ਉਹਨਾਂ ਦੀ। ਤਾਂ ਕਹਿੰਦੇ ਵੀ ਉਹ ਲੋਕ ਆਪੇ ਪੇ ਕਰਨ, ਆਪੇ ਉਹਨਾਂ ਦਾ ਸਾਰਾ ਕੁਛ ਕਰਨ। ਹੁਣ ਮੈਨੂੰ ਇਹ ਦੱਸੋ, ਇਹ ਕੰਮ ਜਿਹੜਾ ਹੈਗਾ, ਇਹ ਗ੍ਰਾਮ ਸਭਾ ਨੇ ਕਰਾਉਣਾ, ਪੰਚਾਇਤ ਨੇ, ਜਾਂ ਕਿਹਨੇ ਕਰਾਉਣਾ? ਇਹ ਇੱਕ ਸਰ ਵੱਖਰਾ, ਮੈਂ ਤੁਹਾਨੂੰ ਇਸੇ ਗੱਲ ਤੇ ਦੱਸਦਾ। ਸਾਡੇ ਪਿੰਡ ਦੇ ਵਿੱਚ 2 ਟੈਂਕੀਆਂ ਨੇ ਪਾਣੀ ਵਾਲੀਆਂ। ਰਮਨਪਾਲ ਜੀ, ਸੌਰੀ, ਮੈਨੂੰ ਇਜਾਜ਼ਤ ਦੋਗੇ? ਗੱਲ ਸੁਣ ਲਓ ਮੇਰੀ। ਮੈਂ ਸਾਡੇ ਪਿੰਡ ਵਿੱਚ ਪਾਣੀ ਦੀ ਸਰ ਟੈਂਕੀ ਹੈਗੀ ਹੈ। ਤੁਸੀਂ ਦੇਖੋ, ਸਾਰਾ ਜਿੰਨਾ ਚਿਰ ਟੂਟੀਆਂ ਪਾਣੀ ਛੱਡਦੇ 2 ਘੰਟੇ ਸਵੇਰੇ, 2 ਸ਼ਾਮ ਨੂੰ, ਕਿਸੇ ਟੂਟੀ ਪਾਣੀ ਵਾਲੀ ਟੂਟੀ ਨਹੀਂ ਲੱਗੀ ਹੋਈ, ਉਹ ਖੁੱਲੀ ਹੀ ਚੱਲਦੀਆਂ ਨੇ। ਔਰ ਅਸੀਂ ਇਹ ਵੀ ਕਹਿਤਾ, ਮੈਂ ਟੂਟੀਆਂ ਫ੍ਰੀ ਵੀ ਵੰਡੀਆਂ ਪਿੰਡ ਵਿੱਚ ਜਾ ਕੇ 20-30 ਰੁਪਏ ਦੀਆਂ ਲੈ ਕੇ, ਵੀ ਯਾਰ ਇਹਦੇ ਉੱਪਰ ਚਾੜ ਲਓ।
ਲੋਕ ਉਹ ਨਹੀਂ ਜਾਣਦੇ ਜੀ ਤੁਸੀਂ ਕਿੱਥੇ ਗੱਲਾਂ ਕਰ। ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਬਿੱਲ ਤਾਂ ਗੱਲ ਠੀਕ ਹੈ ਇਹਨਾਂ ਦੀ ਵੀ ਦੇਖੋ ਫ੍ਰੀ ਤਾਂ ਮੈਂ ਕਹਿੰਦਾ ਕੁਛ ਵੀ ਨਾ ਦਿਓ। ਮੈਂ ਤਾਂ ਸਾਨੂੰ ਵੀ ਬਿਜਲੀ ਫ੍ਰੀ ਮਿਲਦੀ ਹੈ, ਕਿਸਾਨੀ ਨਾਲ ਜੁੜਨਾ ਸਾਨੂੰ ਚਾਹੀਦੀ ਨਹੀਂ ਹੈਗੀ ਫ੍ਰੀ। ਅਸੀਂ ਫ੍ਰੀ ਕਿਉਂ, ਸਾਨੂੰ ਭਾਅ ਦਿਓ ਸਾਡੇ, ਸਾਨੂੰ ਨੌਕਰੀ, ਸਾਨੂੰ ਤਾਂ ਕੁਛ ਵੀ ਫ੍ਰੀ ਨਹੀਂ ਚਾਹੀਦਾ, ਸਾਨੂੰ ਤਾਂ ਪੈਨਸ਼ਨ ਵੀ ਨਹੀਂ ਚਾਹੀਦੀ, ਬੇਰੁਜ਼ਗਾਰੀ ਭੱਤਾ ਵੀ ਨਹੀਂ ਚਾਹੀਦਾ, ਸਾਨੂੰ ਨੌਕਰੀ ਦਿਓ। ਸਾਡੇ ਹੱਥ ਪੈਰ ਟੁੱਟੇ ਹੋਏ ਥੋੜੀ ਹੈ, ਸਾਨੂੰ ਫ੍ਰੀ ਕੁਛ ਵੀ ਨਹੀਂ ਚਾਹੀਦਾ, ਸਾਨੂੰ ਤਾਂ ਕੰਮ ਚਾਹੀਦਾ, ਉਹ ਤੁਸੀਂ ਦੇ ਨਹੀਂ ਪਾ ਰਹੇ। ਸਾਨੂੰ ਇੱਕ ਮਿੱਠਾ ਜ਼ਹਿਰ ਵਾਲਾ ਟੀਕਾ ਲਾ ਦਿੰਦੇ ਆ ਹਰ 5 ਸਾਲਾਂ 'ਚ। ਅੱਜ ਹੁਣ ਚਲੋ ਹੁਣ ਮੈਂ ਲੰਬੀ ਗੱਲ ਕਿਸੇ ਹੋਰ ਵਿਸ਼ੇ ਵੱਲ ਜਾ ਰਹੀ ਆ। ਭਾਜੀ ਇੱਕ ਮਿੰਟ ਮੈਂ ਵਿੱਚ ਇੰਟਰਪਟ ਕਰ ਰਿਹਾ ਤੁਹਾਨੂੰ ਸਾਰਿਆਂ ਨੂੰ, ਸੌਰੀ, ਇੱਕ ਤਾਂ ਟਾਈਮ ਬਹੁਤ ਓਵਰ ਹੋ ਗਿਆ ਅੱਜ। ਪਰ ਗੱਲ ਇਹ ਸੀ, ਇਹ ਜਿਹੜਾ ਅਸੀਂ ਇਹੋ ਫੇਸਬੁੱਕ ਚਰਚਾ ਤੇ ਜੋ ਚਰਚਾ ਕਰ ਰਹੇ ਹਾਂ, ਇਹ ਪ੍ਰੋਬਲਮਸ ਨੇ, ਇਹ ਕੋਈ ਸ਼ੱਕ ਨਹੀਂ ਵੀ ਪ੍ਰੋਬਲਮ ਨਹੀਂ ਹੈਗੀਆਂ। ਇਹ ਵੀ ਪ੍ਰੋਬਲਮ ਹੈਗੀ ਆ ਵੀ ਲੋਕੀ ਬਹੁਤ ਘੱਟ ਸੁਣਦੇ ਆ, ਪਰ ਇਹਦਾ ਰੀਜ਼ਨ ਇਹ ਹੁੰਦਾ ਅਸੀਂ ਬੋਲਣ ਦਾ ਵੀ ਸ਼ਾਇਦ ਕੋਈ ਮੇਰੇ ਵਰਗਾ ਜਾਂ ਸਨੀ ਭਾਜੀ ਅੱਜ ਲੱਗੇ ਹੋਏ ਆ, ਉਹਨਾਂ ਨੇ ਬੜਾ ਲਾਈਕ ਕੀਤਾ, ਕੋਈ ਇੱਕ ਬੰਦਾ ਜੁੜਦਾ ਜਾਵੇ ਇੱਕ ਦਿਨ ਤਾਂ ਉਹ ਬਹੁਤ ਵੱਡਾ ਜਾਣੀ ਕਿ ਫਿਰ ਆਪਣਾ ਬਣ ਜਾਂਦਾ ਹੈ। ਤੇ ਨਾਲੇ ਜਿਸ ਤਰ੍ਹਾਂ ਹੁਣ ਲੋਕੀ ਜਾਗਰੂਕ ਹੋਏ ਆ ਆਪਣੇ ਇਸ ਅੰਦੋਲਨ ਦੇ ਨਾਲ, ਹੋ ਸਕਦਾ ਲੋਕੀ ਇੱਧਰ ਨੂੰ ਜ਼ਿਆਦਾ ਪੋਜ਼ਿਟਿਵ ਤਰੀਕੇ ਨਾਲ ਸੋਚਣਾ ਸ਼ੁਰੂ ਕਰ ਦੇਣ ਆਪਣੇ ਅਧਿਕਾਰਾਂ ਬਾਰੇ। ਇੱਕ ਬਹੁਤ ਵਧੀਆ ਪਲੇਟਫਾਰਮ ਬਣ ਸਕਦਾ। ਤੇ ਮੈਂ ਭਾਜੀ ਆਪਾਂ ਹੁਣ ਏਦਾਂ ਕਰਦੇ ਆ, ਆਪਾਂ ਰਹਿੰਦੇ ਆ ਇਸ ਪ੍ਰੋਗਰਾਮ ਦੇ ਉੱਤੇ, ਏਦਾਂ ਮੈਂ ਪ੍ਰੋਗਰਾਮ ਹੁਣ ਲਾਈਵ ਆਫ ਕਰ ਦਿੰਦਾ, ਫਿਰ ਆਪਾਂ ਗੱਲਬਾਤ ਕਰਦੇ ਹਾਂ ਥੋੜੀ ਜੀ ਇਸ ਪ੍ਰੋਗਰਾਮ ਦੇ ਉੱਤੇ। ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਜੀ ਜਿੰਨੇ ਸਾਨੂੰ ਸੁਣ ਰਹੇ ਆ, ਤੇ ਤੁਸੀਂ ਭਾਜੀ ਇੱਥੇ ਰਹੋ।